ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਨਾਨਕ ਅੰਗਦ ਗੁਰ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ। ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਦੋਹਰਾ। ਸ੍ਰੀ ਗੁਰੂ ਨਾਨਕ ਚਰਨ ਬੰਦ ਗੁਰੂ ਗੋਬਿੰਦ ਸਿੰਘ ਧਿਆਏ। ਲਿਖੋ ਉਤਪਤੀ ਖਾਲਸੇ ਮੋਹ ਨਿਜ ਕਰੋ ਸਹਾਏ। ਸ੍ਰੀ ਗੁਰੂ ਨਾਨਕ ਚਰਨ ਬੰਦ ਗੁਰੂ ਗੋਬਿੰਦ ਸਿੰਘ ਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ, ਗੁਰੂ ਕਾ ਖਾਸ ਸਵਰੂਪ ਗੁਰੂ ਪਿਆਰੇ ਖਾਲਸਾ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤਾਂ ਬਖਸ਼ਿਸ਼ਾਂ ਦਾ ਸਦਕਾ ਸੋ ਸਤਿਗੁਰੂ ਮਹਾਰਾਜ ਜੀ ਦੇ ਸਾਜੇ ਹੋਏ ਖਾਲਸਾ ਪੰਥ ਦਾ ਇਤਿਹਾਸ ਗੁਰੂ ਪਿਆਰੇ ਸਿੰਘਾਂ ਦੇ ਵੱਲੋਂ ਕੀਤੇ ਹੋਏ ਹੁਕਮ ਦੇ ਤਹਿਤ ਪੰਥ ਪ੍ਰਾਚੀਨ ਪੰਥ ਪ੍ਰਕਾਸ਼, ਜਿਸ ਵਿੱਚ ਗੁਰੂ ਕੇ ਪੰਥ ਦਾ ਇਤਿਹਾਸ ਹੈ, ਉਸ ਦੀ ਵਿਚਾਰ ਜਿਹੜੀ ਉਹਦੀ ਪ੍ਰਾਰੰਭਤਾ ਕਰਨ ਵਾਸਤੇ ਗੁਰੂ ਚਰਨਾਂ ਦੇ ਵਿੱਚ ਅਰਜ਼ੋਈ ਕਰਦੇ ਹਾਂ। ਸਤਿਗੁਰੂ ਚੜ੍ਹਦੀ ਕਲਾ ਦੇ ਨਾਲ ਇਹ ਪੰਥ ਦਾ ਮਹਾਨ ਕਾਰਜ ਗੁਰੂ ਕੀਆਂ ਸੇਵਾਵਾਂ ਆਪ ਮਹਾਰਾਜ ਸੱਚੇ ਪਾਤਸ਼ਾਹ ਸੀਸ 'ਤੇ ਮਿਹਰ ਭਰਿਆ ਹੱਥ ਰੱਖ ਕੇ ਲੈ ਲੈਣ। ਸੋ ਗੁਰਮੁਖੋ, ਇਸ ਗ੍ਰੰਥ ਦੇ ਕਰਤਾ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ, ਮਹਾਨ ਵਿਦਵਾਨ, ਜਿਨ੍ਹਾਂ ਦੇ ਵੱਡ ਵਡੇਰੇ ਗੁਰੂ ਖਾਲਸਾ ਪੰਥ ਦੇ ਅੰਦਰ ਬਹੁਤ ਵੱਡਾ ਰੁਤਬਾ ਰੱਖਦੇ ਸਨ। ਪੰਥਕ ਜਰਨੈਲ ਸੀ। ਸ਼ਹੀਦਾਂ ਦਾ ਇਹ ਪਰਿਵਾਰ ਹੈ। ਜੁਝਾਰੂ ਸੂਰਮੇ ਪਰਿਵਾਰ, ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਰਹਿਣ ਵਾਲੇ ਉਸ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ, ਉਹਨਾਂ ਨੇ ਗੁਰੂ ਕੇ ਪੰਥ ਦਾ ਇਤਿਹਾਸ, ਜਿਵੇਂ ਪਾਤਸ਼ਾਹ ਪਰਮੇਸ਼ਰ ਨੇ ਉਹਨਾਂ ਨੂੰ ਮੱਤ ਸਮੱਤ ਬਖਸ਼ਿਸ਼ ਕੀਤੀ, ਤਿਵੇਂ ਉਹਨਾਂ ਨੇ ਕਲਮਬੰਦ ਕਰਨ ਦਾ ਜ਼ਿਕਰ ਕੀਤਾ। ਸੋ ਇਸ ਪੰਥ ਪ੍ਰਕਾਸ਼ ਗ੍ਰੰਥ ਦੀ ਆਰੰਭਤਾ ਤੋਂ ਪਹਿਲਾਂ ਇੱਕ ਅਦਵੈਤ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ
ਸਤਿਗੁਰ ਸੱਚੇ ਗੁਰੂ ਦੀ ਪ੍ਰਸਾਦ ਕਿਰਪਾ ਦੇ ਦੁਆਰਾ ਜਿਸ ਦੀ ਪ੍ਰਾਪਤੀ ਹੁੰਦੀ ਹੈ, ਸ਼੍ਰੀ ਸਾਹਿਬ ਤੋਂ ਸ਼੍ਰੋਮਣੀ ਵਾਹਿਗੁਰੂ ਪਰਮੇਸ਼ਰ ਜੀ ਕੀ ਫਤਿਹ ਹੈ। ਮਾਲਕ ਵਾਹਿਗੁਰੂ ਪਰਮੇਸ਼ਰ ਜੀ ਦੇ ਚਰਨਾਂ 'ਤੇ ਨਮਸਕਾਰ, ਜਿਨ੍ਹਾਂ ਦੀ ਹਰਮਦਾਣੀ ਫਤਿਹ ਹੈ। ਸੋ ਕਵੀ ਜੀ ਨੇ ਪਹਿਲਾਂ ਮੰਗਲਾਚਰਨ ਕੀਤਾ। ਗ੍ਰੰਥ ਲਿਖਣ ਤੋਂ ਪਹਿਲਾਂ ਸੋ ਜਿਵੇਂ ਵਿਦਵਾਨ ਪੁਰਸ਼ਾਂ ਦਾ ਵਿਚਾਰ ਹੁੰਦਾ ਹੈ ਕਿ ਦੱਸਣਾ ਕਰੀਏ ਵੀ ਇਹ ਜਿਹੜਾ ਮੈਂ ਗ੍ਰੰਥ ਲਿਖ ਰਿਹਾ ਹਾਂ, ਪੰਥ ਦਾ ਇਤਿਹਾਸ ਲਿਖ ਰਿਹਾ ਹਾਂ, ਇਸ ਦਾ ਮੁੱਢ ਕੀ ਹੈ। ਇਸ ਦੇ ਮੁੱਢ ਦੀ ਰਚਨਾ ਜਿਹੜੀ ਉਹ ਪਹਿਲੇ ਪ੍ਰਸੰਗ ਦੇ ਵਿੱਚ ਅੱਜ ਕਰਨਗੇ। ਇਸ ਤੋਂ ਅੱਗੇ ਜਿਵੇਂ ਜਿਵੇਂ ਹੋਵੇਗਾ ਤਿਵੇਂ ਤਿਵੇਂ ਆਪਾਂ ਲੜੀਵਾਰ ਹਰ ਰੋਜ਼ ਇਹ ਪੰਥ ਦਾ ਇਤਿਹਾਸ ਇਹਨੂੰ ਵਿਚਾਰਨ ਦਾ ਯਤਨ ਕਰਾਂਗੇ। ਦੋਹਰਾ ਸ਼੍ਰੀ ਗੁਰੂ ਨਾਨਕ ਚਰਨਬੰਦ ਗੁਰੂ ਗੋਬਿੰਦ ਸਿੰਘ ਤੇ ਆਏ। ਕਵੀ ਜੀ ਨੇ ਪਹਿਲਾਂ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲੈ ਕਰਕੇ 10 ਹੀ ਜੋਤ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੱਕ ਸਾਰੇ ਸਤਿਗੁਰਾਂ ਨੂੰ ਯਾਦ ਕਰਦਿਆਂ, ਉਹਨਾਂ ਦੇ ਚਰਨਾਂ 'ਤੇ ਨਮਸਕਾਰ ਕਰਦਿਆਂ ਧਿਆਉਣਾ ਕੀਤਾ। ਇਹ ਗ੍ਰੰਥ ਦੀ ਆਰੰਭਤਾ ਤੋਂ ਪਹਿਲਾਂ ਸੋ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ। ਜਿਵੇਂ ਆਪਾਂ ਕੋਈ ਘਰ ਦਾ ਕਾਰਜ ਆਰੰਭ ਲੈਂਦੇ ਹਾਂ ਨਾ, ਅਤੇ ਮੁੜ ਪਰਮੇਸ਼ਰ ਦੇ ਚਰਨਾਂ 'ਚ ਬਿਨੈ ਕਰਦੇ ਹਾਂ, ਬੇਨਤੀ ਕਰਦੇ ਹਾਂ ਕਿ ਮਹਾਰਾਜ ਇਹ ਕਾਰਜ ਆਰੰਭ ਤਾਂ ਲਿਆ ਹੈ, ਕਿਰਪਾ ਕਰਕੇ ਇਹਨੂੰ ਸੰਪੂਰਨ ਕਰਾ ਦਿਓ। ਇਸੇ ਤਰ੍ਹਾਂ ਕਵੀ ਜੀ ਭਾਈ ਰਤਨ ਸਿੰਘ ਭੰਗੂ ਜੀ ਉਹ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਹੈ ਕਿ ਮਹਾਰਾਜ ਜੀ ਲਿਖੋ ਉਤਪਤੀ ਖਾਲਸੇ ਮੋਰਜ ਕਰੋ ਸਹਾਏ। ਕਹਿੰਦੇ ਨੇ ਹੇ ਮਹਾਰਾਜ ਸੱਚੇ ਪਾਤਸ਼ਾਹ, ਮੈਂ ਖਾਲਸੇ ਦੀ ਉਤਪਤੀ ਕਿਵੇਂ ਹੋਈ, ਖਾਲਸੇ ਦੀ ਮਹਿਮਾ ਜਿਹੜੀ ਹੈ ਉਸ ਨੂੰ ਮੈਂ ਲਿਖਣ ਲੱਗਾ ਹਾਂ। ਸੋ ਕਿਵੇਂ ਆਪ ਜੀ ਨੇ ਕਿਰਪਾ ਕੀਤੀ, ਗਰੀਬਾਂ ਨਿਮਾਣਿਆਂ ਨਤਾਣਿਆਂ ਨਾਥਾਂ 'ਤੇ ਕਿਵੇਂ ਖਾਲਸੇ ਸਜਾ ਕੇ ਜੁਝਾਰੂ ਸਿੰਘ ਬਣਾਇਆ, ਇਹਦੇ ਬਾਰੇ ਕਵੀ ਜੀ ਕਹਿੰਦੇ ਮੈਂ ਜ਼ਿਕਰ ਕਰਨਾ ਹੈ। ਸੋ ਮੇਰੇ ਕੋਲ ਇੰਨੀ ਮਹਾਰਾਜ ਮੱਤ ਨਹੀਂ ਹੈ ਤੁਹਾਡੇ ਖਾਲਸੇ ਦੀ ਮਹਿਮਾ ਵਰਣਨ ਕਰਾਂ। ਆਪ ਜੀ ਕਿਰਪਾ ਕਰਕੇ ਮੇਰੀ ਸਹਾਇਤਾ ਕਰਿਓ। ਸੋ ਖਾਲਸਾ ਜੀ ਗਰੀਬ ਨਵਾਜ਼ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਕਮਲਾਂ ਦਾ ਓਟ ਆਸਰਾ ਤੱਕਦਿਆਂ ਹੋਇਆਂ ਸ਼ਹੀਦਾਂ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਗ੍ਰਹਿ ਵਿਖੇ ਪੈਦਾ ਹੋਏ, ਜਨਮ ਹੋਇਆ ਭਾਈ ਰਤਨ ਸਿੰਘ ਜੀ ਦਾ। ਸੋ ਜਿਹੜੇ ਮਹਾਨ ਸੂਰਮੇ ਜਿਨ੍ਹਾਂ ਦਾ ਸੰਬੰਧ ਗੁਰੂ ਖਾਲਸੇ ਦੇ ਪੰਥ ਦੇ ਨਾਲ ਸੀ, ਜਿਨ੍ਹਾਂ ਦੇ ਵੱਡ ਵਡੇਰਿਆਂ ਨੇ ਗੁਰੂ ਖਾਲਸਾ ਪੰਥ ਦੇ ਵਿੱਚ ਰਹਿ ਕਰਕੇ, ਵਿਚਰ ਕਰਕੇ ਭਿਆਨਕ ਸਮੇਂ ਦੇ ਵਿੱਚ ਗੁਰੂ ਕੇ ਖਾਲਸੇ ਦੀਆਂ ਸੇਵਾਵਾਂ ਨਿਭਾਈਆਂ। ਜਿਸ ਵਕਤ ਗੁਰੂ ਕੇ ਸਿੰਘਾਂ ਦਾ ਸਿਰਾਂ ਦੇ ਮੁੱਲ ਪੈਂਦੇ ਸਨ, 80-80 ਰੁਪਏ ਦੇ ਵਿੱਚ ਲਾਹੌਰ ਦੇ ਵਿੱਚ ਸਿਰ ਵਿਕਦਾ ਸੀ ਸਿੱਖ ਦਾ, ਉਸ ਟਾਈਮ ਭਾਈ ਰਤਨ ਸਿੰਘ ਜੀ ਉਹ ਸਾਰੀ ਵਾਰਤਾ ਵਿਥਿਆ ਜਿਹੜੀ ਉਹ ਕਹਿੰਦੇ ਅਸੀਂ ਲਿਖਾਂਗੇ। ਗੁਰੂ ਖਾਲਸੇ ਪੰਥ ਦੀ ਉਤਪਤੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਵੇਂ ਕੀਤੀ, ਸਮੇਂ ਦੀ ਨਿਜਾਗਤ ਨੂੰ ਵੇਖਦਿਆਂ ਹੋਇਆਂ ਜੋ ਸੰਸਾਰੀ ਰਾਜੇ ਸਨ ਉਹਨਾਂ ਦੀ ਅਦਲਾ ਬਦਲੀ ਹੁੰਦੀ ਰਹਿੰਦੀ। ਸੋ ਸਮਾਂ ਪਾ ਕਰਕੇ ਬੜੀ ਵਾਰੀ ਹਾਕਮ ਬਦਲੇ, ਆਪੋ ਆਪਣੀ ਵਾਰੀ ਪੁਗਾ ਕਰਕੇ ਤੁਰਦੇ ਗਏ। ਕਿਸੇ ਦਾ ਰਾਜ ਪਾ ਖੁੱਸ ਜਾਂਦਾ, ਕੋਈ ਵੈਸੇ ਚੜ੍ਹਾਈ ਕਰ ਜਾਂਦਾ। ਸੋ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੇ ਹੁਕਮ ਦੇ ਨਾਲ ਫਿਰੰਗੀ ਜਿਹੜੇ ਸੀ, ਫਰੰਗ ਦੇਸ਼ ਦੇ ਲੋਕ, ਉਹ ਜਦੋਂ ਹਿੰਦੁਸਤਾਨ ਦੇ ਵਿੱਚ ਆਏ ਨਾ, ਅਤੇ 100 ਸਾਲ ਉਹਨਾਂ ਨੂੰ ਹਿੰਦੁਸਤਾਨ ਵਿੱਚ ਹੋ ਗਿਆ ਵਿਚਰਦਿਆਂ ਨੂੰ, ਕਿਉਂਕਿ ਪਹਿਲਾਂ ਅੰਗਰੇਜ਼ ਬੰਬੇ ਤੋਂ ਕਲਕੱਤੇ ਦੇ ਇਲਾਕੇ ਵਿੱਚ ਹੀ ਆਏ ਸਨ। ਹੁਣ ਜਿਹੜੇ ਇਸ ਤੋਂ ਅਗਲੇ ਰਾਜ ਸੀ ਉਹ ਸਿੰਘਾਂ ਦੇ ਰਾਜ ਸਨ। ਜਿਸ ਤਰ੍ਹਾਂ ਪੰਜਾਬ ਦੀ ਧਰਤੀ, ਇਸ ਧਰਤੀ ਦੇ ਉੱਤੇ ਖਾਲਸਾ ਪੰਥ ਦਾ ਪਸਾਰਾ ਹੋ ਚੁੱਕਿਆ ਸੀ। ਭਾਵੇਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਵੱਲੋਂ ਸਾਜਿਆ ਨਵਾਜਿਆ ਹੋਇਆ ਪੰਥ ਸੀ।
ਸੋ ਇਸ ਪੰਥ ਦਾ ਜਦੋਂ ਸੰਸਾਰ ਦੇ ਵਿੱਚ ਪਸਾਰਾ ਹੋ ਚੁੱਕਿਆ ਸੀ, ਬੜੀ ਜੱਦੋ-ਜਹਿਦ ਤੋਂ ਬਾਅਦ ਖਾਲਸਾ ਪੰਥ ਆਪਣੇ ਕਰਤੱਵ ਵਿੱਚ ਕਾਮਯਾਬ ਹੋਇਆ। ਉਹ ਕਥਾ ਗੁਰਸਿੱਖਾਂ ਦੇ ਸੀਨੇ ਵਸੀਨੇ ਉੱਪਰ ਲਿਖੀ ਹੋਈ ਹੈ। ਇਉਂ ਫਿਰ ਭਾਈ ਰਤਨ ਸਿੰਘ ਜੀ ਦੀ ਲਿਖਤ ਹੈ ਜੋ ਇਹ ਪਾਵਨ ਗ੍ਰੰਥ, ਜਿਸ ਨੂੰ ਗੁਰਪੰਥ ਪ੍ਰਕਾਸ਼ ਦਾ ਖਿਤਾਬ ਵੀ ਹੈ। ਸੋ ਬਹੁਤਾਤ ਗਿਣਤੀ ਵਿਦਵਾਨ ਜਨ ਪ੍ਰਾਚੀਨ ਪੰਥ ਪ੍ਰਕਾਸ਼ ਵੀ ਇਸ ਗ੍ਰੰਥ ਨੂੰ ਕਹਿੰਦੇ ਨੇ। ਪ੍ਰਾਚੀਨ ਕੇ ਪੁਰਾਤਨ ਸਿੱਖਾਂ ਦੇ ਇਤਿਹਾਸ ਦੇ ਨਾਲ ਸੰਬੰਧ ਰੱਖਣ ਵਾਲਾ ਹੈ ਇਹ ਗ੍ਰੰਥ। ਸੋ ਜੋ ਇਨਸਾਨ ਸੰਸਾਰ ਵਿੱਚ ਆਉਂਦਾ ਹੈ, ਉਹਦੇ ਨਾਲ ਜੋ ਜੋ ਘਟਨਾ ਵਾਪਰਦੀਆਂ ਨੇ ਉਹ ਸੀਨੇ ਵਸੀਨੇ ਯਾਦ ਰਹਿੰਦੀਆਂ ਨੇ। ਭਾਈ ਰਤਨ ਸਿੰਘ ਜੀ ਉਸ ਮੌਕੇ ਜਵਾਨ ਸਨ, ਗੱਭਰੂ ਸਨ। ਉਹਨਾਂ ਦੇ ਜੋ ਜੋ ਅੱਖਾਂ ਦੇ ਸਾਹਮਣੇ ਹੋਇਆ, ਬੀਤਿਆ, ਵਾਪਰਿਆ, ਜੋ ਪਰਿਵਾਰ ਵਿੱਚ ਹੋਇਆ, ਇਹ ਜੁਝਾਰੂਆਂ ਦਾ ਪਰਿਵਾਰ ਸੀ, ਸੂਰਮਿਆਂ ਦਾ ਪਰਿਵਾਰ ਸੀ। ਸੋ ਉਸ ਮੌਕੇ ਦੇ ਸ਼ਹੀਦ, ਅਮਰ ਸ਼ਹੀਦ, ਮਹਾਨ ਯੋਧੇ, ਪੰਥਕ ਜਰਨੈਲ ਭਾਈ ਮਹਿਤਾਬ ਸਿੰਘ ਜੀ, ਭਾਈ ਰਤਨ ਸਿੰਘ, ਭਾਈ ਮਹਿਤਾਬ ਸਿੰਘ ਦੇ ਪੋਤਰੇ ਸਨ। ਸੋ ਭਾਈ ਰਾਏ ਸਿੰਘ ਦੇ ਪੁੱਤਰ ਸਨ। ਦੂਸਰਾ ਇਹ ਵੀ ਸੀ ਕਿ ਭਾਈ ਸ਼ਾਮ ਸਿੰਘ ਜੀ ਨਾਰੋਵਾਲ ਵਾਲੇ, ਜਿਨ੍ਹਾਂ ਦਾ ਮਿਸਲ ਕਰੋੜੀਆ ਦੇ ਨਾਲ ਸੰਬੰਧ ਸੀ, ਪੰਥ ਦੀ ਸੇਵਾ ਕਰ ਰਹੇ ਸਨ। ਭਾਈ ਕਰੋੜਾ ਸਿੰਘ ਹੋਏ, ਉਹ ਭਾਈ ਸ਼ਾਮ ਸਿੰਘ ਦੇ ਗੜਵਈ ਹੋਇਆ ਕਰਦੇ ਸੀ। ਭਾਈ ਸ਼ਾਮ ਸਿੰਘ ਨੇ ਆਪਣੀ ਸਾਰਾ ਜੀਵਨ ਹੀ, ਆਪਣੀ ਜ਼ਿੰਦਗੀ ਹੀ ਪੰਥ ਨੂੰ ਸਮਰਪਿਤ ਹੋ ਕਰਕੇ ਆਪਣਾ ਜੀਵਨ ਬਤੀਤ ਕੀਤਾ। ਸੋ ਪੰਥ ਦੀ ਮਹਾਨ ਜਥੇਬੰਦੀ ਬੁੱਢਾ ਦਲ ਦੇ ਵਿੱਚ ਰਹਿ ਕਰਕੇ ਸੇਵਾਵਾਂ ਕੀਤੀਆਂ। ਉਹਨਾਂ ਦੀ ਪਛਾਣ ਵਜੋਂ ਭਾਈ ਸ਼ਾਮ ਸਿੰਘ ਬੁੱਢਾ ਦਲੀਆ ਵੀ ਕਹਿ ਕਰਕੇ ਸਿੰਘ ਯਾਦ ਕਰਦੇ ਸੀ। ਸੋ ਕਿਉਂਕਿ ਇਹਨਾਂ ਨੇ ਵਾਹਿਗੁਰੂ ਦੇ ਬਖਸ਼ਿਸ਼ ਕੀਤੇ ਹੋਏ ਬਲ ਦੇ ਨਾਲ ਨਾਲ, ਸਤਿਗੁਰਾਂ ਦੀ ਬਰਕਤਾਂ ਦੇ ਨਾਲ ਬੜੀਆਂ ਵੱਡੀਆਂ ਘਾਲਣਾ ਘਾਲੀਆਂ, ਤਿਆਰ ਬਰ ਤਿਆਰ ਹੋਇਆ ਕਰਦੇ ਸਨ। ਉਸ ਮੌਕੇ ਇਹਨਾਂ ਨੇ ਆਪਣਾ ਜੀਵਨ ਬੁੱਢੇ ਦਲ ਵਿੱਚ ਹੀ ਬਤੀਤ ਕੀਤਾ। ਵੱਡਾ ਘੱਲੂਘਾਰਾ ਹੋਇਆ ਉਸ ਟਾਈਮ। ਸਰਦਾਰ ਸ਼ਾਮ ਸਿੰਘ ਜੀ ਜੋ ਪੁਰਾਤਨ ਸਿੰਘਾਂ ਵਿੱਚੋਂ ਸਨ, ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਬੁੱਢੇ ਦਲ ਦੇ ਚੌਥੇ ਜਥੇਦਾਰ, ਉਹਨਾਂ ਦੇ ਨਾਲ ਉਹਨਾਂ ਦਾ ਬੜਾ ਅਥਾਹ ਪਿਆਰ ਸੀ। ਪੰਥ ਦੀਆਂ ਇਹ ਵਿਦਵਾਨ ਸੱਜਣ ਤਾਂ ਇਹ ਵੀ ਜ਼ਿਕਰ ਕਰਦੇ ਨੇ ਕਿ ਇਹਨਾਂ ਨੂੰ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਏ ਦਾ ਸੁਨਹਿਰੀਆ ਹੋਣ ਦਾ ਮਾਣ ਵੀ ਹਾਸਲ ਹੈ। ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਸੁਨਹਿਰੀਏ ਕਹੇ ਜਾਂਦੇ ਸਨ ਸਰਦਾਰ ਭਾਈ ਸ਼ਾਮ ਸਿੰਘ ਜੀ ਨਾਰੋਵਾਲ। ਸੋ ਸੁਨਹਿਰੀਆ ਉਸ ਨੂੰ ਕਹਿੰਦੇ ਨੇ ਜਿਹੜੇ ਇੱਕੇ ਬਾਟੇ ਵਿੱਚ ਬੈਠ ਕੇ ਛਕ ਲੈਣ, ਇੰਨਾ ਪਿਆਰ ਸੀ। ਸੋ ਸਰਦਾਰ ਸ਼ਾਮ ਸਿੰਘ ਜੀ ਬਲੀ ਵੀ ਵੱਡੇ ਮਹਾਨ ਸਨ, ਸੂਰਮੇ ਸਨ। ਜੰਗ ਯੁੱਧ ਦੇ ਵਿੱਚ ਵੱਡਿਆਂ ਵੱਡਿਆਂ ਸੂਰਮਿਆਂ ਨੂੰ ਢਾਹ ਲਾ ਦਿਆ ਕਰਦੇ ਸਨ। ਵੱਡੇ ਵੱਡੇ ਕਹਿੰਦੇ ਕਹਾਉਂਦੇ ਪਠਾਨ ਜਿਹੜੇ ਆਪਣੇ ਆਪ ਦੇ ਵਿੱਚ ਮਾਣ ਰੱਖਦੇ ਸੀ ਵੀ ਸਾਡੇ ਵਰਗਾ ਬਲ ਵਾਲਾ ਕੋਈ ਨਹੀਂ, ਉਹਨਾਂ ਨੂੰ ਘੋੜਿਆਂ ਦੇ ਸਮੇਤ ਹੀ ਉਹਨਾਂ ਦਾ ਮੈਦਾਨੇ ਜੰਗ ਦੇ ਵਿੱਚ ਹੀ ਉਹਨਾਂ ਨੂੰ ਮਾਰ ਮੁਕਾਉਣਾ। ਸੋ ਇਹਨਾਂ ਨੂੰ ਵੇਖ ਕਰਕੇ ਜਿਹੜੇ ਪਠਾਨ ਲੋਕ ਸੀ ਜਾਂ ਦੁਸ਼ਮਣ ਲੋਕ ਸੀ, ਸੋ ਵੇਖ ਕਰਕੇ ਹੀ ਪਾਸਾ ਵੱਟ ਜਾਇਆ ਕਰਦੇ ਸਨ, ਅੱਗੇ ਲੱਗ ਕਰਕੇ ਭੱਜ ਜਾਣਾ, ਰਾਹ ਛੱਡ ਜਾਣੇ। ਇੰਨਾ ਵੱਡਾ ਭਾਰੀ ਇਹਨਾਂ ਦੇ ਵਿੱਚ ਬਲ ਦੱਸਿਆ ਜਾਂਦਾ ਸੀ। ਸੋ ਇਹਨਾਂ ਦੇ ਮਹਾਨ ਸੇਵਾਵਾਂ ਨੂੰ ਵੇਖਦਿਆਂ ਹੋਇਆਂ ਪੰਥ ਨੇ ਬਹੁਤ ਵੱਡਾ ਇਹਨਾਂ ਨੂੰ ਬਲ ਦਿੱਤਾ, ਮਾਣ ਵੀ ਦਿੱਤਾ। ਇਸ ਮਹਾਨ ਸੂਰਬੀਰ ਸਰਦਾਰ ਸ਼ਾਮ ਸਿੰਘ ਨਾਰੋਵਾਲ ਜੀ ਮਹਾਂਬਲੀ ਸੂਰਮੇ, ਇਹਨਾਂ ਦੇ ਦੋਹਤਰੇ ਸਨ ਜਿਨ੍ਹਾਂ ਨੇ ਇਤਿਹਾਸ ਲਿਖਿਆ। ਭਾਈ ਰਤਨ ਸਿੰਘ ਜੀ ਭੰਗੂ ਇਸ ਗ੍ਰੰਥ ਦੇ ਕਵੀ, ਉਹਨਾਂ ਨੇ ਆਪਣੀ ਵਿਥਿਆ ਨੂੰ ਇਤਿਹਾਸ ਦੇ ਵਿੱਚ ਜ਼ਿਕਰ ਕਰਦਿਆਂ ਸੋ ਸਾਰਾ ਹੀ ਆਪਣਾ ਜੀਵਨ ਜਿਹੜਾ ਹੈ ਉਹ ਦੱਸਿਆ ਹੈ। ਜਿੱਥੇ ਸੂਰਮਿਆਂ ਦੇ
ਖਾਲਸਾ ਪੰਥ ਦੇ ਜੀਵਨ ਤੇ ਖਾਲਸਾ ਪੰਥ ਦੇ ਇਤਿਹਾਸ ਤੇ ਝਾਤ ਪਾਈ। ਉੱਥੇ ਬੜੇ ਅਣਗੌਲੇ ਕਿੱਸੇ ਨੇ ਖਾਲਸੇ ਦੇ, ਜਿਹੜੇ ਉਹਨਾਂ ਦਾ ਵੀ ਜ਼ਿਕਰ ਕੀਤਾ। ਸੋ ਭਾਈ ਰਾਏ ਸਿੰਘ ਵੀ ਇੱਕ ਮਹਾਨ ਸੂਰਮੇ ਸ਼ਹੀਦ ਹੋਏ, ਜਿਨ੍ਹਾਂ ਨੂੰ ਜਿੰਦਾ ਸ਼ਹੀਦ ਕਹਿਣ ਦਾ ਖਿਤਾਬ, ਕਹਿਣ ਦਾ ਮਾਣ ਹਾਸਲ ਹੈ। ਉਹ ਜਿੰਦਾ ਸ਼ਹੀਦ ਪੰਥ ਨੇ ਉਹਨਾਂ ਨੂੰ ਕਿਹਾ। ਸੋ ਭਾਈ ਰਾਏ ਸਿੰਘ ਸਰਦਾਰ ਸ਼ਾਮ ਸਿੰਘ ਨਾਰੋਵਾਲ ਦੇ ਜਵਾਈ ਸਨ। ਭਾਈ ਮਹਿਤਾਬ ਸਿੰਘ ਜੀ ਜਦੋਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਨਾ ਸਹਾਰਦਿਆਂ ਹੋਇਆਂ ਮੱਸੇ ਰੰਗੜ ਦਾ ਸਿਰ ਵੱਢਣਾ ਕੀਤਾ ਸੀ, ਉਸ ਤੋਂ ਬਾਅਦ ਭਾਈ ਮਹਿਤਾਬ ਸਿੰਘ ਦੀ ਭਾਲ ਕਰਦਿਆਂ ਫੌਜ ਇਸ ਦੇ ਪਿੰਡ ਮੀਰਾਕੋਟ ਪਹੁੰਚੀ, ਜੋ ਪਿੰਡ ਅੱਜ ਕੱਲ੍ਹ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਜ਼ਿਲ੍ਹੇ ਦੇ ਵਿੱਚ ਹੈ। ਜਦੋਂ ਅੰਮ੍ਰਿਤਸਰ ਤੋਂ ਆਪਾਂ ਅਜਨਾਲੇ ਵਾਲੇ ਪਾਸੇ ਨੂੰ ਜਾਂਦੇ ਹਾਂ, ਸੋ ਉਹ ਰਸਤੇ ਦੇ ਵਿੱਚ ਪਿੰਡ ਮੀਰਾਕੋਟ ਆਉਂਦਾ ਹੈ। ਮੀਰਾਕੋਟ ਪਹੁੰਚੀ, ਉੱਥੋਂ ਦਾ ਚੌਧਰੀ ਨੱਥਾ ਸੀ। ਸੋ ਭਾਈ ਮਹਿਤਾਬ ਸਿੰਘ ਅਤੇ ਚੌਧਰੀ ਨੱਥੇ ਦਾ ਆਪਸ ਵਿੱਚ ਬਹੁਤ ਜ਼ਿਆਦਾ ਪਿਆਰ ਹੈ। ਕਈ ਵਿਦਵਾਨ ਸੱਜਣਾ ਨੇ, ਗੁਰਮੁਖਾਂ ਨੇ ਇਹ ਵੀ ਬਚਨ ਲਿਖੇ, ਭਾਈ ਨੱਥਾ ਚੌਧਰੀ, ਨੱਥਾ ਖਹਿਰਾ ਚੌਧਰੀ ਅਤੇ ਭਾਈ ਮਹਿਤਾਬ ਸਿੰਘ ਆਪਸ ਵਿੱਚ ਭਗਵਤ ਭਰਾ ਬਣੇ ਸਨ। ਜਦੋਂ ਇਹ ਸਾਰਾ ਮੱਸੇ ਰੰਗੜ ਵਾਲਾ ਸਾਰਾ ਹੀ ਸਮਾਂ ਬਣਿਆ, ਮੱਸੇ ਰੰਗੜ ਦਾ ਸਿਰ ਜਦੋਂ ਲਾਹਿਆ, ਭਾਈ ਮਹਿਤਾਬ ਸਿੰਘ ਨੇ ਸਿਰ ਵੱਢਿਆ, ਉਦੋਂ ਆਪਣੇ ਪੁੱਤਰ ਨੂੰ ਭਾਈ ਨੱਥੇ ਚੌਧਰੀ ਦੇ ਹਵਾਲੇ ਕਰਕੇ ਗਏ ਸਨ ਭਾਈ ਮਹਿਤਾਬ ਸਿੰਘ ਜੀ। ਉਦੋਂ ਛੋਟੀ ਉਮਰ ਦੇ ਸਨ ਭਾਈ ਰਾਏ ਸਿੰਘ ਜੀ। ਜਦੋਂ ਭਾਈ ਮਹਿਤਾਬ ਸਿੰਘ ਦੀ ਭਾਲ ਕਰਦਿਆਂ ਕਰਦਿਆਂ ਮੁਗਲਾਂ ਨੂੰ ਪਤਾ ਲੱਗਾ, ਹਕੂਮਤ ਨੂੰ ਪਤਾ ਲੱਗਾ ਕਿ ਨੱਥੇ ਚੌਧਰੀ ਦੇ ਕੋਲ ਭਾਈ ਮਹਿਤਾਬ ਸਿੰਘ ਦਾ ਪੁੱਤਰ ਹੈ, ਸੋ ਉਹਦੇ ਪੁੱਤਰ ਨੂੰ ਫੜਨ ਵਾਸਤੇ ਚੱਲ ਕਰਕੇ ਕਿ ਪੁੱਤਰ ਫੜਾਂਗੇ ਅਤੇ ਮਹਿਤਾਬ ਸਿੰਘ ਸਾਡੇ ਪੇਸ਼ ਹੋ ਜਾਵੇਗਾ। ਸੋ ਨੱਥਾ ਜਿਹੜਾ ਹੈ ਉਹ ਸਾਡੀ ਹਕੂਮਤ ਤੋਂ ਡਰਦਾ ਹੋਇਆ ਭਾਈ ਮਹਿਤਾਬ ਸਿੰਘ ਦੇ ਪੁੱਤਰ ਨੂੰ ਸਾਡੇ ਹਵਾਲੇ ਕਰ ਦੇਵੇਗਾ। ਸੋ ਮੁਗਲਿਆ ਹਕੂਮਤ ਫੌਜ ਸਿਪਾਹੀ ਚੜ੍ਹ ਕਰਕੇ ਆਏ। ਭਾਈ ਨੱਥੇ ਨੂੰ ਬੁਲਾਇਆ ਗਿਆ ਪਿੰਡ ਦੀ ਸੱਥ ਦੇ ਵਿੱਚ। ਕਹਿਣ ਲੱਗੇ, ਸਰਕਾਰ ਦੇ ਦੋਸ਼ੀ ਹੈ ਮਹਿਤਾਬ ਸਿੰਘ, ਉਹਦਾ ਪੁੱਤਰ ਅਸੀਂ ਸੁਣਿਆ ਹੈ ਵੀ ਤੇਰੇ ਘਰ ਦੇ ਵਿੱਚ ਰਹਿੰਦਾ ਹੈ। ਕਹਿਣ ਲੱਗਾ, ਜੀ ਹਾਂ, ਪੁੱਤਰ ਤਾਂ ਉਹਨਾਂ ਦਾ ਮੇਰੇ ਕੋਲ ਹੀ ਹੈ। ਕਹਿਣ ਲੱਗੇ, ਉਹ ਪੁੱਤਰ ਸਾਡੇ ਹਵਾਲੇ ਕਰ ਦੇ। ਸੋ ਉੱਥੋਂ ਚੁੱਪ ਚਪੀਤੇ ਨੱਥਾ ਚੌਧਰੀ ਜੀ ਵਾਪਸ ਪਰਤੇ। ਸੋ ਘਰ ਆਣ ਕੇ ਜਦੋਂ ਘਰਵਾਲੀ ਦੇ ਨਾਲ, ਆਪਣੇ ਪੁੱਤਰ ਦੇ ਨਾਲ, ਪਰਿਵਾਰ ਨਾਲ ਸਲਾਹ ਕੀਤੀ, ਕਹਿਣ ਲੱਗੇ, ਛੋਟੀ ਜਿਹੀ ਉਮਰ ਦਾ ਹੈ ਅਜੇ ਰਾਏ ਸਿੰਘ, ਮੇਰੇ 'ਤੇ ਬੜਾ ਮਾਣ ਕਰਕੇ, ਮਰਦਾਂ ਨੂੰ ਮਰਦਾਂ 'ਤੇ ਮਾਣ ਹੁੰਦਾ ਹੈ, ਸੋ ਮੇਰੇ ਸਪੁਰਦ ਕਰਕੇ ਗਿਆ ਹੈ ਮੇਰਾ ਭਰਾ, ਭਗਵਤ ਭਰਾ, ਮੇਰਾ ਸੱਜਣ, ਮੈਂ ਆਪਣੇ ਪੁੱਤਰ ਨੂੰ। ਸੋ ਜੇ ਮੈਂ ਆਪਣੇ ਹੱਥੀਂ ਇਹਨਾਂ ਨੂੰ, ਕਸਾਈਆਂ ਨੂੰ, ਜ਼ਾਲਮਾਂ ਨੂੰ ਫੜਾ ਦਿੱਤਾ ਹੈ, ਕੋਹ ਕੇ ਇਹਨੂੰ ਸ਼ਹੀਦ ਕਰ ਦੇਣਗੇ। ਜਦੋਂ ਕਿਤੇ ਮੇਰੀ ਵੀ ਸ਼ਹੀਦੀ ਹੋ ਗਈ ਜਾਂ ਮੈਂ ਮਰ ਗਿਆ, ਸੰਸਾਰ ਤੋਂ ਗਿਆ, ਕਿਤੇ ਦਰਗਾਹ ਦੇ ਵਿੱਚ ਵੀ ਭਾਈ ਮਹਿਤਾਬ ਸਿੰਘ ਨਾਲ ਮੇਲ ਮਿਲਾਪ ਹੋਇਆ, ਉਹ ਮੇਰੇ ਕੋਲੋਂ ਪੁੱਛੇਗਾ ਵੀ ਮੇਰਾ ਪੁੱਤਰ ਮੈਂ ਤੈਨੂੰ ਦੇ ਕੇ ਆਇਆ ਸਾਂ, ਮੇਰੀ ਮਾਨਤ ਕਿੱਥੇ ਹੈ ਅਤੇ ਮੈਂ ਕੀ ਮੂੰਹ ਵਿਖਾਵਾਂਗਾ। ਸੋ ਕਹਿਣ ਲੱਗੇ, ਚਲੋ ਬਥੇਰਾ ਜੀਵਨ ਦਾ ਆਨੰਦ ਸੁੱਖ ਮਾਣ ਲਿਆ ਹੈ, ਜ਼ਿੰਦਗੀ ਕਿਤੇ ਰਹਿ ਵੀ ਕਿੰਨੀ ਕੁ ਗਈ ਹੈ। ਸੋ ਆਪਣੀ ਸੱਜਣਤਾਈ ਦਾ, ਆਪਣੀ ਯਾਰੀ ਦਾ ਜਿਹੜਾ ਫਰਜ਼ ਹੈ ਉਸ ਨੂੰ ਨਿਭਾਉਣਾ ਚਾਹੀਦਾ ਹੈ। ਆਪਣੇ ਪਰਿਵਾਰ ਨਾਲ ਸਲਾਹ ਕਰਕੇ ਭਾਈ ਰਾਏ ਸਿੰਘ ਨੂੰ ਆਪਣੇ ਮੋਢਿਆਂ 'ਤੇ ਚੁੱਕ ਕਰਕੇ ਸੋ ਪਿੰਡ ਛੱਡਣ ਦਾ ਫੈਸਲਾ ਲੈ ਲਿਆ ਵੀ ਹਕੂਮਤ ਦੇ ਸਾਹਮਣੇ ਪੇਸ਼ ਨਹੀਂ ਹੋਣਾ, ਬਾਹਾਂ ਖੜੀਆਂ ਨਹੀਂ ਕਰਨੀਆਂ। ਜਿੰਨਾ ਬਲ ਹੋਇਆ ਮਾਲਕ ਵਾਹਿਗੁਰੂ ਨੇ ਬਖਸ਼ਿਆ, ਉਹ ਬਲ ਦੇ ਸਹਿਤ ਇਹਨਾਂ ਦੇ ਅੱਗੇ ਜੂਝਾਂਗੇ। ਜੂਝ ਕਰਕੇ ਸੀਸ ਜਿਹੜਾ ਹੈ ਉਹ ਆਪਣੇ ਇਸ ਭਤੀਜੇ ਨੂੰ ਬਚਾਉਣ ਦੀ ਖਾਤਰ ਭਾਵੇਂ ਭੇਟਾ ਚੜ੍ਹ ਜਾਵੇ, ਪਰ ਆਪਣੀ ਦਿੱਤੇ ਹੋਏ ਵਚਨ ਨੂੰ, ਵਟਾਈ ਹੋਈ ਪੱਗ ਨੂੰ ਦਾਗ ਨਹੀਂ ਲਾਉਣਾ। ਸੋ ਜਾ ਕਰਕੇ ਸੂਹੀਏ ਨੇ ਖਬਰ ਦਿੱਤੀ, ਜਿਸ ਦੀ ਭਾਲ ਵਿੱਚ ਤੁਸੀਂ ਆਏ ਹੋ। ਨੱਥਾ ਚੌਧਰੀ ਉਸ ਰਾਏ ਸਿੰਘ ਨੂੰ ਚੁੱਕ ਕਰਕੇ ਪਿੰਡ ਤੋਂ ਭੱਜ ਗਿਆ, ਦੂਰ ਚਲਾ ਗਿਆ। ਪਿੱਛੋਂ
ਫੌਜ ਨੇ, ਉਹਨਾਂ ਸਿਪਾਹੀਆਂ ਨੇ ਘੋੜੇ ਮਗਰ ਲਾ ਕਰਕੇ ਭਾਈ ਨੱਥੇ ਚੌਧਰੀ ਦਾ ਪਿੱਛਾ ਕੀਤਾ। ਸੋ ਨੱਥਾ ਚੌਧਰੀ ਵੀ ਚੰਗਾ ਸੂਰਮਾ ਸੀ, ਕਮਾਨ 'ਚ ਹੀ ਚੰਗਾ ਤਗੜਾ ਸੀ, ਤੀਰ ਅੰਦਾਜ਼ੀ ਬੜਾ ਸੋਹਣਾ ਸੀ, ਬੜਾ ਬਲੀ ਸੀ ਤੀਰ ਚਲਾਉਣ ਦਾ। ਲੜਾਈ ਕੀਤੀ ਇੱਥੋਂ ਤੀਕਰ ਕਿ ਮੱਸੇ ਦਾ ਸਕਾ ਭਰਾ ਵੀ ਉਸ ਲੜਾਈ ਦੇ ਵਿੱਚ, ਯੁੱਧ ਦੇ ਵਿੱਚ ਹੀ ਮਾਰਿਆ ਗਿਆ। ਸੋ ਭਾਈ ਨੱਥੇ ਖਹਿਰੇ ਦਾ ਭਰਾਤਾ ਵੀ ਇਸ ਜੰਗ ਦੇ ਵਿੱਚ ਸ਼ਹੀਦ ਹੋਇਆ, ਭਤੀਜੇ ਵੀ ਇਸ ਜੰਗ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ। ਨੱਥਾ ਚੌਧਰੀ ਵੀ ਇਸ ਜੰਗ ਦੇ ਵਿੱਚ ਜੂਝਦਿਆਂ ਹੋਇਆਂ ਸ਼ਹੀਦੀ ਪਾ ਗਏ। ਰਾਏ ਸਿੰਘ ਦੀ ਉਮਰ ਉਦੋਂ ਛੋਟੀ ਜੀ ਸੀ। ਸੋ ਪੰਥ ਦੇ ਇਤਿਹਾਸਕਾਰ ਵਿਦਵਾਨ ਜਾਨੇ ਜ਼ਿਕਰ ਕਰਦੇ ਨੇ ਕਿ ਭਾਈ ਨੱਥੇ ਚੌਧਰੀ ਦੇ ਨਾਲ ਬੜਾ ਪਿਆਰ ਸੀ ਰਾਏ ਸਿੰਘ ਦਾ ਵੀ। ਸੋ ਜਦੋਂ ਨੱਥਾ ਚੌਧਰੀ ਜੀ ਸ਼ਹੀਦੀ ਪਾ ਗਏ ਨਾ, ਤੇ ਰਾਏ ਸਿੰਘ ਉਹਨਾਂ ਦੇ ਨਾਲ ਕਦੇ ਇੱਧਰ ਕਦੇ ਉੱਧਰ ਸਰੀਰ ਦੇ ਆਲੇ ਦੁਆਲੇ ਦੌੜਿਆ ਫਿਰਦਾ ਸੀ, ਕਦੇ ਉਹਨਾਂ ਦੇ ਕੱਪੜੇ ਫੜ ਫੜ ਕੇ ਉਹਨਾਂ ਨੂੰ ਉਠਾਉਣ ਦਾ ਯਤਨ ਕਰ ਰਿਹਾ ਸੀ। ਮੁਗਲੀਆ ਸਿਪਾਹੀ ਨੇ ਆ ਕੇ ਤਲਵਾਰ ਮਾਰੀ, ਰਾਏ ਸਿੰਘ ਦੀ ਗਰਦਨ ਤੇ ਉੱਤੇ ਵਾਰ ਹੋਇਆ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਅਜੇ ਉਹਨਾਂ ਨੂੰ ਜ਼ਿੰਦਗੀ ਬਖਸ਼ੀ ਸੀ। ਸੋ ਉਹਨਾਂ ਦੀ ਧੌਣ ਦੇ ਉੱਪਰ ਗਹਿਰਾ ਫੱਟ ਲੱਗਾ ਤੇ ਉਹ ਸਿਪਾਹੀ ਜਿਹੜਾ ਸੀ ਉੱਥੋਂ ਚਲਾ ਗਿਆ ਵੀ ਇਹ ਵੀ ਹੁਣ ਮਾਰਿਆ ਜਾਵੇਗਾ, ਬਚਦਾ ਨਹੀਂ ਹੈ। ਸੋ ਇਤਿਹਾਸ ਇਹ ਜ਼ਿਕਰ ਕਰਦਾ ਹੈ ਕਿ ਲਾਗੋਂ ਦੀ ਇੱਕ ਮਾਤਾ ਲੰਘੀ। ਸੋ ਉਸ ਮਾਤਾ ਦਾ ਕੰਬੋਹ ਬਰਾਦਰੀ ਦੇ ਨਾਲ ਕਹਿੰਦੇ ਨੇ ਸੰਬੰਧ ਹੈ। ਸੋ ਉਸਨੇ ਜਦੋਂ ਆਪਣੀ ਟੋਕਰੀ ਦੇ ਵਿੱਚ ਪਾ ਕਰਕੇ ਪਿੰਡ ਵਿੱਚ ਆਣ ਕੇ ਉੱਚੀ ਸਾਰੀ ਰੌਲਾ ਪਾਇਆ। ਸੋ ਬੱਚਾ ਜਿਹੜਾ ਮਾਸੂਮ ਵਿਚਾਰਾ ਤੜਫ ਰਿਹਾ ਹੈ, ਅਜੇ ਸਾਹ ਰਗ ਚੱਲਦੀ, ਇਹਦਾ ਬਚਾਅ ਕਰਨਾ ਚਾਹੀਦਾ ਹੈ। ਉਸ ਵਕਤ ਵੈਦ ਹਕੀਮ ਦੇ ਕੋਲੋਂ ਜੋ ਹੋਇਆ ਉਸ ਵਕਤ ਦਾ ਇਲਾਜ ਕਰਾਇਆ। ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨੇ ਕਿਰਪਾ ਕੀਤੀ, ਉਹਦੇ ਸਵਾਸ ਚੱਲੇ, ਸਾਹ ਰਗ ਕੱਟੀ ਨਹੀਂ ਸੀ ਗਈ, ਬਚਾਅ ਹੋ ਗਿਆ। ਸੋ ਪਰਮੇਸ਼ਰ ਨੇ ਰੱਖਿਆ ਕੀਤੀ, ਅਕਾਲ ਪੁਰਖ ਵਾਹਿਗੁਰੂ ਦਾ ਕੋਈ ਭਾਣਾ ਇਹੋ ਜਿਹਾ ਵਾਪਰਿਆ। ਭਾਈ ਰਾਏ ਸਿੰਘ ਚੜ੍ਹਦੀ ਕਲਾ ਦੇ ਨਾਲ ਠੀਕ ਠਾਕ ਹੋ ਗਏ। ਸੋ ਤਾਂ ਕਰਕੇ ਉਹਨਾਂ ਨੂੰ ਜਿੰਦਾ ਸ਼ਹੀਦ ਹੋਣ ਦਾ ਮਾਣ ਹਾਸਲ ਹੈ ਪੰਥ ਦੇ ਵਿੱਚ। ਸੋ ਜਦੋਂ ਬਾਬਾ ਬੰਦਾ ਸਿੰਘ ਸਾਹਿਬ ਜੀ ਸਿੱਖ ਪੰਥ ਦੇ ਪਹਿਲੇ ਬਾਦਸ਼ਾਹ, ਉਹਨਾਂ ਨੇ ਆਣ ਕਰਕੇ ਕਲਗੀਧਰ ਪਾਤਸ਼ਾਹ ਜੀ ਦਾ ਹੁਕਮ ਪਾ ਕਰਕੇ ਸਰਹੰਦ ਜਦੋਂ ਆ ਕੇ ਇੱਟ ਨਾਲ ਇੱਟ ਖੜਕਾਈ, ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਭਾਈ ਰਾਏ ਸਿੰਘ ਵੀ ਉਦੋਂ ਮੂਹਰਲੀ ਕਤਾਰ ਦੇ ਵਿੱਚ ਹੋ ਕਰਕੇ ਇਸ ਮਹਾਨ ਸੇਵਾ ਦੇ ਕੁੰਭ ਵਿੱਚ ਹਿੱਸਾ ਪਾਇਆ। ਸੋ ਇਹ ਸ਼ਹੀਦ ਦਾ ਪੁੱਤਰ ਹੋਣ ਕਰਕੇ ਸਰਦਾਰ ਸ਼ਾਮ ਸਿੰਘ ਨੇ ਭਾਈ ਰਾਏ ਸਿੰਘ ਨੂੰ ਆਪਣੀ ਲੜਕੀ ਦਾ ਰਿਸ਼ਤਾ ਦੇ ਦਿੱਤਾ। ਸੋ ਭਾਈ ਸ਼ਾਮ ਸਿੰਘ ਦੀ ਲੜਕੀ ਭਾਈ ਰਾਏ ਸਿੰਘ ਦੇ ਨਾਲ ਵਿਆਹੀ ਹੋਈ ਸੀ ਕਿ ਭਾਈ ਮਹਿਤਾਬ ਸਿੰਘ। ਸੋ ਉਸ ਮਹਾਨ ਜਰਨੈਲ ਸ਼ਹੀਦ ਦਾ ਪੁੱਤਰ ਹੈ, ਤਾਂ ਕਰਕੇ ਜਿੰਦਾ ਸ਼ਹੀਦ ਹੋਣ ਕਰਕੇ ਸਰਦਾਰ ਸ਼ਾਮ ਸਿੰਘ ਨੇ ਆਪਣੀ ਬੱਚੀ ਦਾ ਰਿਸ਼ਤਾ ਇਹਨਾਂ ਦੇ ਨਾਲ ਕੀਤਾ ਸੀ। ਆਨੰਦ ਵਿਵਾਹ ਕਾਰਜ ਹੋਇਆ। ਤਾਂ ਕਰਕੇ ਭਾਈ ਰਤਨ ਸਿੰਘ ਪੰਥ ਦੇ ਮਹਾਨ ਵਿਦਵਾਨ, ਇਹ ਭਾਈ ਸ਼ਾਮ ਸਿੰਘ ਨਾਰੋਵਾਲ ਦੇ ਦੋਹਤਰੇ ਲੱਗਦੇ ਸਨ। ਸੋ ਭਾਈ ਮਹਿਤਾਬ ਸਿੰਘ, ਭਾਈ ਸੁੱਖਾ ਸਿੰਘ ਬੁੱਢੇ ਜੋੜ ਤੋਂ ਆ ਕੇ ਵੀ ਸਿੱਖ ਸੰਪਰਦਾਵਾਂ ਦੇ ਵਿੱਚ ਆਪਣਾ ਸਮਾਂ ਬਤੀਤ ਕੀਤਾ, ਬੁੱਢੇ ਦਲ ਦੇ ਵਿੱਚ ਆਣ ਕਰਕੇ ਸਮਾਂ ਬਤੀਤ ਕੀਤਾ ਹੈ। ਸੋ ਐਸੇ ਮਹਾਨ ਵੱਡੇ ਕਾਰਜ ਸਨ ਭਾਈ ਰਤਨ ਸਿੰਘ ਜੀ ਦੀ ਅੰਸ ਬੰਸ ਦੇ। ਭਾਈ ਰਤਨ ਸਿੰਘ ਜੀ ਬਚਨ ਕਰਦੇ ਨੇ, ਕਹਿੰਦੇ ਜਦੋਂ ਅੰਗਰੇਜ਼ ਨੇ ਆਣ ਕਰਕੇ ਭਾਰਤ ਦੇ ਵਿੱਚ ਪ੍ਰਵੇਸ਼ ਕੀਤਾ ਨਾ, ਉਸ ਟਾਈਮ ਸਿੰਘਾਂ ਦੇ ਵਿੱਚ ਇਹ ਵੀ ਬਚਨ ਚੱਲ ਰਹੇ ਸੀ ਕਿ ਕੋਈ ਆਪਣਾ ਪ੍ਰਚਲਿਤ ਇਲਾਕਾ, ਕੋਈ ਥਾਂ, ਕੋਈ ਜਗ੍ਹਾ, ਉਹਨੂੰ ਵਸਾ ਲੈਣਾ ਕਰੀਏ, ਇਨਸਾਫ ਦਿਓ ਲੋਕਾਂ ਨੂੰ, ਨਗਰਾਂ ਦੇ ਵਿੱਚ ਜਾ ਕਰਕੇ ਪੰਥ ਦਾ ਪ੍ਰਚਾਰ ਕਰੋ। ਸੋ ਸਰਹੰਦ ਦਾ ਲਾਗਾ ਬੰਨਾ ਇਹ ਵੀ ਸਾਰਾ ਉਜੜ ਚੁੱਕਾ ਸੀ। 100 ਸਾਲ ਦੇ ਕਰੀਬ ਤਾਂ ਤਕਰੀਬਨ ਪੰਥ ਦੀ ਤਲਵਾਰ ਹੀ ਚੱਲਦੀ ਰਹੀ।
100 ਸਾਲ ਦੇ ਵਿੱਚ ਕੋਈ ਖਾਲਸੇ ਪੰਥ ਦਾ ਨਾ ਤਾਂ ਪਿੰਡ ਰਹਿ ਗਿਆ, ਨਾ ਕੋਈ ਥਾਂ, ਸਾਰਾ ਕੁਝ ਹੀ ਥੇ ਹੋ ਚੁੱਕਾ ਸੀ। ਇਸ ਕਰਕੇ ਜਦ ਅੰਗਰੇਜ਼ ਨੇ ਭਾਈ ਰਤਨ ਸਿੰਘ ਜੀ ਨੇ, ਜਦੋਂ ਅੰਗਰੇਜ਼ ਆਏ ਤਾਂ ਭਾਈ ਰਤਨ ਸਿੰਘ ਨੇ ਵੇਖਿਆ ਇਹਦੇ ਵਿੱਚ ਵਿਥਿਆ ਦੱਸਣਗੇ, ਸਾਰੀ ਅੱਗੇ ਪ੍ਰਸੰਗ ਆਉਣਗੇ ਵੀ ਅੰਗਰੇਜ਼ ਨੇ ਉਸ ਟਾਈਮ ਹਿੰਦੁਸਤਾਨ ਭਾਰਤ ਵਿੱਚ ਆ ਕੇ ਕੀ ਵਾਤਾਵਰਨ ਸੀ, ਕਿਸ ਹਿਸਾਬ ਨਾਲ ਲੋਕ ਚੱਲਦੇ ਸੀ, ਇਹ ਸਾਰਾ ਇਤਿਹਾਸ ਅੱਗੇ ਮੌਕੇ 'ਤੇ ਜਿਵੇਂ ਵੀ ਆਇਆ ਗਿਆ ਸਮੇਂ 'ਤੇ ਦੱਸਣਗੇ। ਸੋ ਇਸ ਕਰਕੇ ਭਾਈ ਰਤਨ ਸਿੰਘ ਜੀ ਵੱਡੇ ਮਹਾਨ ਪਰਿਵਾਰ ਨਾਲ ਸੰਬੰਧ ਰੱਖਦੇ ਨੇ। ਸੋ ਇਤਿਹਾਸ ਦੇ ਵਿੱਚ ਉਹਨਾਂ ਨੇ ਬਹੁਤ ਵੱਡੇ ਜਿਹੜੇ ਨੇ ਉਹ ਕਾਰਜ ਕੀਤੇ ਨੇ। ਕਈ ਵਾਰ ਨਾ ਜਦੋਂ ਨਿਹੰਗ ਸਿੰਘ ਬਾਣੇ ਵਾਲੀਆਂ ਫੌਜਾਂ ਹੁੰਦੀਆਂ ਨੇ, ਜਿਹੜੇ ਜ਼ਿਆਦਾ ਕਈ ਵਾਰ ਪੜ੍ਹੇ ਲਿਖੇ ਤੁਰੇ ਫਿਰਦੇ ਆ, ਇਹ ਕਹਿ ਵੀ ਦਿੰਦੇ ਹੁੰਦੇ ਆ ਵੀ ਇਹਨਾਂ ਨੇ ਕੀ ਕੀਤਾ ਹੈ, ਸੋ ਨਿਹੰਗ ਐਵੇਂ ਹੀ ਹੈ। ਸੋ ਨਹੀਂ ਭਾਈ, ਜਿਹੜਾ ਇਹ ਖਾਲਸਾ ਪੰਥ ਹੈ ਨਾ, ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਜੀ ਨਵਾਜੀ ਹੋਈ ਹੈ ਫੌਜ, ਇਹਨਾਂ ਨੇ ਬਹੁਤ ਵੱਡੇ ਮਾਰਕੇ ਮਾਰੇ ਨੇ। ਸੋ ਅੱਜ ਤੋਂ ਕੁਝ ਸਮਾਂ ਪਹਿਲਾਂ, ਕੋਈ 20-25 ਸਾਲ ਪਹਿਲਾਂ, ਕੋਈ ਸਾਨੂੰ 1995, 96, 97 'ਚ ਜਾਂ 2000 ਤੋਂ ਬਾਅਦ ਵੀ ਜੇ ਕਿਤੇ ਦਲ ਪੰਥ ਕਿਸੇ ਸੰਪਰਦਾ ਦੇ ਘੋੜੇ ਲੰਘਣੇ, ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਲਕੀ ਸਾਹਿਬ ਦੇ ਵਿੱਚ ਸੁਸ਼ੋਭਿਤ ਹੋਣੇ, ਉਦੋਂ ਸੰਗਤਾਂ 'ਚ ਸਾਡੇ ਬਜ਼ੁਰਗਾਂ 'ਚ ਇੰਨਾ ਮਾਣ ਸਤਿਕਾਰ ਸੀ ਵੀ ਗੁਰੂ ਕੇ ਪੰਥ ਦਾ, ਗੁਰੂ ਕੇ ਤਿਰੰਗਾਂ ਦਾ, ਘੋੜਿਆਂ ਦਾ ਸਤਿਕਾਰ ਕਰਨਾ, ਵੀ ਗੁਰੂ ਕਾ ਖਾਲਸਾ ਜਾ ਰਿਹਾ, ਨਾਲ ਗੁਰੂ ਕੇ ਸਰੂਪ ਜਾ ਰਹੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਾ ਰਹੇ ਨੇ, ਘੋੜਿਆਂ 'ਤੇ ਨਗਾਰੇ ਵੱਜਦੇ ਜਾਣੇ, ਅੱਗੇ ਨਿਸ਼ਾਨ ਝੂਲਣੇ, ਉਹ ਪੰਥ ਦੀ ਸ਼ਾਨ ਹੀ ਵੱਖਰੀ ਸੀ। ਸੋ ਹੁਣ ਭਾਵੇਂ ਸਮੇਂ ਦੇ ਨਾਲ ਇਹ ਸਾਰਾ ਕੁਝ ਲੋਪ ਹੁੰਦਾ ਗਿਆ, ਲੋਕਾਂ ਦੇ ਵਿੱਚੋਂ ਵੀ ਉਹ ਮਾਣ ਸਤਿਕਾਰ ਘਟਦਾ ਗਿਆ। ਸੋ ਜਿਹੜੇ ਸਾਡੇ ਦਲ ਪੰਥ ਸੀ, ਉਹ ਵੀ ਟਰੱਕਾਂ ਦੇ ਉੱਪਰ ਹੀ ਆਪਣੇ ਘੋੜੇ ਜਿਹੜੇ ਨੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਚੜ੍ਹਾ ਕੇ ਲਿਜਾਣ ਲੱਗ ਪਏ, ਸਮੇਂ ਦੇ ਖਾਣੀ ਉਹ ਵੀ ਹੋ ਗਏ। ਪਰ ਇਹਦੇ ਨਾਲ ਸਾਡੇ ਪ੍ਰਚਾਰ ਪ੍ਰਸਾਰ ਦੇ ਉੱਤੇ ਬੜਾ ਅਸਰ ਪਿਆ। ਸੋ ਖਾਲਸਾ ਜੀ, ਇਹ ਜਿਹੜਾ ਪੰਥ ਹੈ ਨਾ ਕਲਗੀਧਰ ਦਸ਼ਮੇਸ਼ ਪਿਤਾ ਦਾ, ਇਹਨਾਂ ਨੇ ਵੱਡੀਆਂ ਘਾਲਣਾ ਘਾਲੀਆਂ ਨੇ, ਵੱਡੇ ਖਤਰਨਾਕ ਸਮਿਆਂ ਵਿੱਚ ਤੇਗਾਂ ਮਾਰੀਆਂ, ਔਰ ਥੋੜ੍ਹੇ ਨਹੀਂ, ਇੱਕ ਸਦੀ ਭਰ ਨੰਗੇ ਪਿੰਡੇ, ਨੰਗੇ ਸ਼ਸਤਰ ਹੀ ਹੱਥਾਂ ਵਿੱਚ ਲੈ ਕੇ ਲੜਦੇ ਰਹੇ। ਸੋ ਇੰਨਾ ਵਿਸਾਹ ਹੀ ਨਹੀਂ ਸੀ ਕਰਦੇ ਕਿ ਸਾਨੂੰ ਮਿਆਨ ਦੇ ਵਿੱਚੋਂ ਤੇਗ ਖਿੱਚਣੀ ਮਿਲੇ ਜਾਏਗੀ ਕਿ ਨਹੀਂ। ਸੋ ਅੱਜ ਜਿਨ੍ਹਾਂ ਨੂੰ ਸਾਨੂੰ ਸਾਰਾ ਕੁਝ ਥਾਲੀ ਵਿੱਚ ਪਰੋਸ ਕੇ ਮਿਲਿਆ ਹੈ ਨਾ, ਅਤੇ ਅਸੀਂ ਕਈ ਵਾਰੀ ਕਹਿ ਦਿੰਦੇ ਵੀ ਆਹ ਕਿਰਪਾਨ ਛੋਟੀ ਪਾ ਲੈਣੀ ਚਾਹੀਦੀ ਹੈ, ਵੱਡੀ ਲਾਹ ਲੈਣੀ ਚਾਹੀਦੀ ਹੈ, ਕਈ ਸ਼ਸਤਰਾਂ ਦੇ ਉੱਤੇ ਪਰੰਤੂ ਕਰੀ ਜਾਂਦੇ ਆ। ਪਰ ਇਹਨਾਂ ਸ਼ਸਤਰਾਂ ਬਸਤਰਾਂ ਨੇ ਸਾਨੂੰ ਬੜੇ ਵੱਡੇ ਰਾਜ ਭਾਗ ਵੀ ਬਖਸ਼ੇ ਨੇ। ਹੱਥਾਂ ਵਿੱਚ ਤੇਗਾਂ ਰੱਖ ਕਰਕੇ ਕਿਤੇ ਸੌਣ ਦਾ ਮੌਕਾ ਮਿਲਣਾ, ਅਤੇ ਹੱਥ ਤੇਗ ਦੇ ਮੁੱਠੇ 'ਤੇ ਹੁੰਦਾ ਸੀ ਗੁਰੂ ਕੇ ਖਾਲਸਿਆਂ ਦਾ, ਬਹਿੰਦਿਆਂ ਖਾਂਦਿਆਂ ਜਾਗਦਿਆਂ, ਸੋ ਸਦਾ ਹੀ ਤਿਆਰ ਬਰ ਤਿਆਰ ਰਹਿਣੇ। ਸੋ 100 ਵਰ੍ਹਾ ਜਿਵੇਂ ਐਂ ਲੰਘ ਗਿਆ ਇਹਨਾਂ ਦਾ ਵੀ ਜਿਵੇਂ ਸੁੱਤੇ ਹੀ ਨਾ ਹੋਣ ਕਿਤੇ, ਇਸ ਤਰ੍ਹਾਂ ਹੀ ਲੰਘ ਗਿਆ ਵੀ ਕੀ ਹੋਇਆ ਜੇ ਕਿਤੇ ਕੋਈ ਸਮਾਂ ਆਰਾਮ ਕਰ ਲਿਆ ਘੋੜਿਆਂ ਦੀਆਂ ਪਿੱਠਾਂ ਦੇ ਉੱਤੇ ਹੀ। ਸੋ ਉੱਥੇ ਹੀ ਇਹਨਾਂ ਦਾ ਆਰਾਮ ਘਰ ਸੀ। ਕੋਈ ਪਿੰਡ, ਕੋਈ ਥਾਂ, ਕੋਈ ਪੱਕਾ ਹੈੱਡਕੁਆਟਰ ਤਾਂ ਹੈ ਹੀ ਨਹੀਂ ਸੀ ਵੀ ਜਿੱਥੇ ਬੈਠ ਜਾਣਗੇ ਜਾਂ ਕੋਈ ਜੰਗ ਯੁੱਧ ਕਰਕੇ ਮੁੜ ਕੇ ਉੱਥੇ ਪਹੁੰਚਣਾ ਹੈ, ਨਹੀਂ। ਸੋ ਘੋੜੇ ਹੀ ਇਹਨਾਂ ਦੇ ਬੈੱਡ ਸਨ, ਘੋੜੇ ਹੀ ਇਹਨਾਂ ਦੇ ਮੰਜੇ ਸੀ, ਘੋੜਿਆਂ ਦੀਆਂ ਕਾਠੀਆਂ ਹੀ ਇਹਨਾਂ ਦਾ ਰਹਿਣ ਬਸੇਰਾ ਸੀ, ਸਾਰਾ ਕੁਝ ਇੱਥੋਂ ਤੱਕ ਸੀ। ਸੋ ਇਹਨਾਂ ਦਾ ਕੋਈ ਸ਼ਹਿਰ, ਕੋਈ ਨਗਰ, ਕੋਈ ਥਾਂ ਨਹੀਂ ਸੀ। ਇਸ ਕਰਕੇ ਇਹਨਾਂ ਦੀ ਵੱਡੀ ਘਾਲਣਾ ਨੂੰ ਵੇਖ ਕਰਕੇ ਤਾਂ ਦੁਸ਼ਮਣ ਵੀ ਇਹ ਮੰਨਦਾ ਸੀ ਕਿ ਇਹਨਾਂ ਦਾ ਸਖਤ ਜੀਵਨ ਹੈ, ਇਸ ਪੰਥ ਨੂੰ ਕੋਈ ਹਰਾ ਨਹੀਂ ਸਕਦਾ, ਇੱਕ ਦਿਨ ਰਾਜ ਕਰਨਗੇ। ਇੱਥੋਂ ਤਾਈਂ ਹਰ ਇੱਕ ਬੰਦੇ ਦੀ ਸੋਚ ਹੁੰਦੀ ਹੈ ਵੀ ਰਾਜ ਭਾਗ ਤੱਕ ਪਹੁੰਚਣਾ। ਸੋ ਸਮਾਂ ਉਹ ਵੀ ਆਇਆ, ਰਾਜ ਭਾਗ ਪ੍ਰਾਪਤ ਕਰ ਲਿਆ, ਸਾਰੀ ਦੀ ਸਾਰੀ ਕਹਾਣੀ ਸੀ ਜਿਹੜੀ ਉਹ ਖਤਮ ਹੋ ਗਈ। ਫਿਰ ਅੱਗੇ ਸੁੱਖ ਦਾ ਸਾਹ ਲੈਣ ਵਾਸਤੇ ਜਿਵੇਂ ਦੁਨੀਆਦਾਰੀ ਇੰਤਜ਼ਾਮ ਕਰਦੀ, ਐਵੇਂ ਗਾਂਹ ਦੀ ਗਾਂਹ ਇੰਤਜ਼ਾਮ ਕਰਦੇ ਰਹੇ। ਸੋ
ਕੋਠੀਆਂ, ਮਹਿਲ, ਕਿਲੇ, ਕੋਟ ਪਾਈ ਪਾ ਰਹੇ ਵੀ ਜਿਵੇਂ ਆਪਾਂ ਪੱਕੇ ਹੀ ਰਹਿਣਾ ਹੁੰਦਾ, ਐਵੇਂ ਹੀ ਸਾਰਾ ਕੁਝ ਇੱਧਰ ਵੀ ਵਾਪਰ ਗਿਆ। ਪਰ ਜੋ ਭਾਉਂਦਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਉਹ ਹੁੰਦਾ ਹੈ। ਆਪਾਂ ਪੰਥ ਦਾ ਇਤਿਹਾਸ ਜਿਹੜਾ ਉਹਨੂੰ ਸਰਵਣ ਕਰਨਾ ਹੈ। ਮਨ ਬਿਰਤੀਆਂ ਨੂੰ ਸੰਕੋਚ ਕਰਕੇ ਬੜੇ ਧਿਆਨ ਦੇ ਨਾਲ ਸੁਰਤ ਟਿਕਾ ਕੇ ਇਹ ਖਾਲਸਾ ਪੰਥ ਦੇ ਘਰ ਦੀ ਕਥਾ ਹੈ, ਇਹਨੂੰ ਸੁਣਨਾ ਹੈ, ਮਨ ਦੇ ਵਿੱਚ ਵਸਾਉਣਾ ਹੈ। ਅੱਗੇ ਇਤਿਹਾਸ ਨੂੰ ਯਾਦ ਰੱਖੀਏਗਾ, ਬੱਚਿਆਂ ਨੂੰ, ਪਰਿਵਾਰਾਂ ਨੂੰ ਸੁਣਾਵਾਂਗੇ। ਸਾਡੇ ਵੱਡ ਵਡੇਰਿਆਂ ਨੇ ਕਿੱਡਾ ਵੱਡਾ ਭਾਰੀ ਸਾਡੇ 'ਤੇ ਪਰਉਪਕਾਰ ਕੀਤਾ, ਜਿਹੜਾ ਇਤਿਹਾਸ ਲਿਖ ਕਰਕੇ ਗਏ, ਜਿਹਦੇ ਤੋਂ ਗਾਂ ਅੱਜ ਸਾਨੂੰ ਚਾਨਣ ਮਿਲਦਾ ਹੈ। ਅਸੀਂ ਸੰਸਾਰ ਦੇ ਲੋਕਾਂ ਨੂੰ ਦੱਸ ਸਕਦੇ ਹਾਂ ਵੀ ਅਸੀਂ ਕੌਣ ਹਾਂ, ਸਾਡੀ ਮਿੱਥਿਆ ਕੀ ਹੈ, ਸਾਡਾ ਇਤਿਹਾਸ ਕੀ ਹੈ। ਸੋ ਜਿਵੇਂ ਖਾਲਸਾ ਪੰਥ ਵਿੱਚ ਰਲ ਕੇ, ਇੱਥੇ ਇਕੱਲੇ ਦਾ ਸੰਬੰਧ ਨਹੀਂ, ਸਾਰੇ ਹੀ ਸਿੱਖਾਂ ਦਾ ਹੈ। ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਵਸਦੇ ਨੇ, ਸਾਰਿਆਂ ਦੇ ਪਰਿਵਾਰਾਂ ਦਾ, ਬਜ਼ੁਰਗਾਂ ਦੀ ਇਕੱਠੀ ਹੀ ਘਾਲਣਾ ਹੈ। ਖਾਲਸਾ ਪੰਥ ਸਾਰਾ ਪਰਿਵਾਰ ਹੀ ਹੈ, ਆਪਣੇ ਵੱਡ ਵਡੇਰੇ ਹੀ ਨੇ। ਜ਼ਰੂਰੀ ਨਹੀਂ ਕਿ ਸਾਡੇ ਪਰਿਵਾਰ 'ਚੋਂ ਹੀ ਕੋਈ ਪੈਦਾ ਹੋਵੇ ਅਤੇ ਉਹ ਹੀ ਸਾਡਾ ਹੈ। ਜਿਹੜੇ ਸਾਡੇ ਵੱਡ ਵਡੇਰੇ ਜਰਨੈਲ ਸਨ, ਉਹ ਵੀ ਸਾਡੇ ਹੀ ਸਨ। ਪੰਥ ਵਿੱਚ ਆ ਕੇ ਸਾਰੇ ਇੱਕ ਰੂਪ ਹੋ ਜਾਂਦੇ, ਭਾਵੇਂ ਕੋਈ ਕਿਸੇ ਕੌਮ ਨਾਲ, ਕਿਸੇ ਜਾਤ ਨਾਲ, ਕਿਸੇ ਬਰਾਦਰੀ ਨਾਲ ਸੰਬੰਧ ਕਿਉਂ ਨਾ ਰੱਖਦਾ ਹੋਵੇ। ਪਰ ਇੱਥੇ ਤਾਂ ਸਿਰਫ ਪੰਥ ਦਾ ਸਵਾਲ ਹੈ। ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖੀ ਦਾ ਸਵਾਲ ਹੈ। ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਸਾਨੂੰ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਜੋ ਵੀ ਪੰਥ ਵਿੱਚ ਸ਼ਾਮਲ ਹੋਵੇ ਆਪਣਾ ਜੀਵਨ ਸਫਲ ਕਰ ਲੈਂਦਾ ਹੈ। ਜੀਵਨ ਸਫਲ ਕਰਕੇ ਪੰਥ ਦੀਆਂ ਮਹਾਨ ਸੇਵਾਵਾਂ ਕਮਾ ਲੈਂਦੇ ਨੇ ਗੁਰੂ ਕੇ ਪਿਆਰੇ। ਸੋ ਗੁਰਮੁਖੋ, ਇਹ ਜੋ ਮਹਾਨ ਇਤਿਹਾਸ ਗਰੀਬ ਨਵਾਜ਼ ਪਾਤਸ਼ਾਹ ਜੀ ਦੇ ਪੰਥ ਦਾ ਹੈ, ਸੋ ਆਪਾਂ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਅੱਗੇ ਸਰਵਣ ਕਰਨ ਦਾ ਯਤਨ ਕਰੀਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਦੋਹਰਾ ਸ਼੍ਰੀ ਗੁਰੂ ਨਾਨਕ ਚਰਨ ਬੰਦ, ਗੁਰੂ ਗੋਬਿੰਦ ਸਿੰਘ ਧਿਆਏ। ਕਵੀ ਜੀ ਕਹਿੰਦੇ ਹੈ ਵੀ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ 'ਤੇ ਨਮਸਕਾਰ ਕਰਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜਿੰਨੇ ਵੀ ਸਤਿਗੁਰੂ ਹੋਏ ਨੇ, ਸਭ ਤੋਂ ਪਹਿਲਾਂ ਉਹਨਾਂ ਦੇ ਚਰਨਾਂ ਦਾ ਆਸਰਾ ਤੱਕਦਾ ਹਾਂ। ਲਿਖੋ ਉਤਪਤੀ ਖਾਲਸੇ, ਮੋਹ ਨਿਜ ਕਰੋ ਸਹਾਏ। ਜਿਵੇਂ ਖਾਲਸੇ ਦੀ ਉਤਪਤੀ ਹੋਈ ਨਾ, ਉਹ ਮੈਂ ਲਿਖ ਕਰਕੇ ਕਵੀ ਜੀ ਕਹਿੰਦੇ ਦੁਨੀਆ ਨੂੰ ਦੱਸਣਾ ਚਾਹੁੰਦਾ ਹਾਂ। ਸੋ ਮਹਾਰਾਜ ਕਿਰਪਾ ਕਰੋ, ਮੈਨੂੰ ਬਲ ਬੁੱਧ ਬਖਸ਼ਿਸ਼ ਕਰੋ, ਸ੍ਰੇਸ਼ਟ ਮੱਤ ਬਖਸ਼ੋ, ਜਿਵੇਂ ਮੈਂ ਗੁਰੂ ਖਾਲਸੇ ਦਾ ਇਤਿਹਾਸ ਲਿਖ ਲਵਾਂ। ਚੌਪਈ ਅਬ ਮੈਂ ਲਿਖੂੰ ਸਿੰਘਨ ਕੀ ਸਾਖੀ। ਸੋ ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਨੇ, ਹੁਣ ਮੈਂ ਖਾਲਸਾ ਪੰਥ ਦੀ ਜਿਹੜੇ ਗੁਰੂ ਦੇ ਪਿਆਰੇ ਨੇ ਉਹਨਾਂ ਦੀਆਂ ਸਾਖੀਆਂ ਤੋਂ ਸ਼ੁਰੂ ਕਰਨ ਲੱਗਿਆ ਹਾਂ। ਸੋ ਗੁਰੂ ਕੇ ਸਿੰਘਾਂ ਦਾ ਇਤਿਹਾਸ ਲਿਖਾਂਗਾ। ਜਿਹ ਬਿਦ ਬਾਡਨ ਅਸਾਡਨ ਆਖੀ, ਜਿਸ ਤਰੀਕੇ ਨਾਲ ਲਿਖਾਂਗਾ ਜਿਵੇਂ ਸਾਡੇ ਵੱਡ ਵਡੇਰਿਆਂ ਨੇ, ਬਜ਼ੁਰਗਾਂ ਨੇ, ਭਾਈ ਸ਼ਾਮ ਸਿੰਘ ਜੀ, ਭਾਈ ਮਹਿਤਾਬ ਸਿੰਘ, ਪਿਤਾ ਰਾਏ ਸਿੰਘ, ਭਾਈ ਸੁੱਖਾ ਸਿੰਘ ਜੀ, ਹੋਰ ਵੀ ਜਿਹੜੇ ਪੁਰਾਤਨ ਸਾਡੇ ਸਿੰਘ ਜਿਵੇਂ ਮਿਲਦੇ ਰਹੇ, ਜਿਵੇਂ ਸਾਡੇ ਵੱਡਿਆਂ ਬਜ਼ੁਰਗਾਂ ਨੇ, ਜਿਵੇਂ ਅਸੀਂ ਉਹਨਾਂ ਪਾਸੋਂ ਸੁਣਿਆ ਹੈ ਇਤਿਹਾਸ, ਸੋ ਉਹਨਾਂ ਦੇ ਪਾਸੋਂ ਜੋ ਸੁਣਿਆ ਉਹ ਲਿਖਾਂਗਾ। ਸੋ ਵੱਡ ਵਡੇਰਿਆਂ ਦਾ ਪਹਿਲਾਂ ਇੱਕ ਇਤਿਹਾਸ ਹੁੰਦਾ ਸੀ। ਵਾਹਿਗੁਰੂ ਪਹਿਲਾਂ ਇੱਕ ਸਮਾਂ ਹੁੰਦਾ ਸੀ ਵੀ ਬਜ਼ੁਰਗਾਂ ਦੇ ਕੋਲ ਬੈਠਣਾ, ਉਹਨਾਂ ਤੋਂ ਪੁਰਾਣੀਆਂ ਗੱਲਾਂ ਸੁਣਨੀਆਂ, ਫਿਰ ਉਹਨਾਂ 'ਤੇ ਅਮਲ ਕਰਨਾ। ਅੱਜ ਸਾਡੀ ਬਦਕਿਸਮਤੀ ਉਹ ਹੋ ਗਈ ਵੀ ਅਸੀਂ ਬਜ਼ੁਰਗਾਂ ਦੇ ਕੋਲ ਬੈਠਣੋਂ ਵੀ ਹਟ ਗਏ। ਜੇ ਕਿਤੇ ਉਹਨਾਂ ਦੀ ਗੱਲ ਕੰਨੀ ਪੈ ਵੀ ਗਈ ਅਤੇ ਉਹਨੂੰ ਸੁਣ ਕੇ ਮੰਨਣ ਦੀ ਬਹੁਤੀ ਅਹਿਮੀਅਤ ਨਹੀਂ ਦਿੰਦੇ। ਸੋ ਅੱਜ ਸਾਡਾ ਕਿਰਦਾਰ, ਸਾਡੇ ਜਿਹੜੇ ਜੀਵਨ ਦੇ ਢਲਿਆਈ ਉਹ ਕਿੱਧਰ ਨੂੰ ਤੁਰੇ ਜਾਂਦੇ। ਸਾਡੇ ਪਰਿਵਾਰ ਜੋ ਸਾਡਾ ਵਿਰਸਾ ਹੀ ਨਹੀਂ ਸੀ, ਉਸ ਪਾਸੇ ਨੂੰ ਤੁਰ ਪਏ ਹਾਂ। ਸੋ ਇੱਥੇ ਬੜੀ ਵੱਡੀ ਗੱਲ ਕਵੀ ਜੀ ਕਹਿੰਦੇ ਨੇ ਕਿ ਮੈਂ ਜਿਸ ਤਰ੍ਹਾਂ ਸਾਡੇ ਵੱਡ ਵਡੇਰਿਆਂ ਨੇ, ਬਜ਼ੁਰਗਾਂ ਨੇ ਇਤਿਹਾਸ ਦੱਸਿਆ, ਜਿਵੇਂ ਜਿਵੇਂ ਘਾਲਣਾ ਘਾਲੀਆਂ ਉਹ ਸਾਰੀਆਂ ਹੀ ਦੱਸਾਂਗਾ। ਔਰ ਪੁਰਾਤਨ ਤੇ ਵੀ ਸੁਣੀ, ਹੋਰ ਜਿਹੜੇ ਪੁਰਾਤਨ ਗੁਰਸਿੱਖ ਸੀ, ਜਿਹੜਾ ਉਹਨਾਂ ਦਾ ਇਤਿਹਾਸ ਕਿਤੇ ਮਿਲੇਗਾ ਜਾਂ ਉਹਨਾਂ ਦਾ ਕੋਈ ਇਤਿਹਾਸ ਮੈਨੂੰ ਪੜ੍ਹਾਵੇਗਾ, ਸੁਣਾਗਾ, ਜਿਵੇਂ ਪੁਰਾਤਨ ਸਿੰਘਾਂ ਦੇ ਬਚਨ ਸੁਣੇ ਹਨ, ਉਹ ਸਾਰੇ ਨੂੰ ਦਰਜ ਕਰਾਂਗਾ। ਹੰਤ ਜੋ ਬਿਰਧ ਸਿੱਖ ਬਹੁ ਗੁਣੀ, ਜਿਹੜੇ ਬਜ਼ੁਰਗ ਸਿੰਘ ਸਨ ਗੁਰੂ ਖਾਲਸਾ ਪੰਥ ਦੇ ਵਿੱਚ, ਸੋ ਜਿਨ੍ਹਾਂ ਨੇ ਪੰਥ ਵਿੱਚ ਰਲ ਕੇ ਸੇਵਾ ਕੀਤੀ, ਬੜੇ ਗੁਣਵਾਨ ਸਿੰਘ ਸਨ ਉਹ ਪੰਥ ਦੇ ਵਿੱਚ।
ਖਾਲਸਾ ਪੰਥ ਵਿੱਚ ਰਹਿ ਕੇ ਕੇਵਲ ਗੁਣ ਹੀ ਸਿੱਖੇ ਜਾਂਦੇ ਨੇ, ਕਿਉਂਕਿ ਖਾਲਸਾ ਪੰਥ ਹੀ ਸਾਡੀ ਪਾਠਸ਼ਾਲਾ ਹੈ। ਇਹ ਹੀ ਸਾਡੇ ਧਰਮ ਦੀ ਪੜ੍ਹਾਈ ਦਾ ਸਕੂਲ ਹੈ। ਦਲ ਪੰਥ ਸੰਪਰਦਾਵਾਂ, ਇੱਥੇ ਅਣਜਾਣ ਜਿਹੇ ਲੋਕ ਆਉਂਦੇ ਨੇ ਅਤੇ ਬੜੇ ਬੁੱਧੀਵਾਨ ਹੋ ਕਰਕੇ, ਸਿਆਣੇ ਬਣ ਕਰਕੇ ਸੰਸਾਰ ਨੂੰ ਜਾਂਦੇ ਨੇ। ਕਈ ਪ੍ਰਕਾਰ ਦੇ ਗੁਣ ਪ੍ਰਾਪਤ ਕਰ ਲੈਂਦੇ ਨੇ, ਜਿਹੜੇ ਸੰਸਾਰ ਦੇ ਵਿਚਰਨ ਵਿੱਚ ਵੀ ਕੰਮ ਆਉਂਦੇ ਨੇ ਅਤੇ ਪਰਮਾਰਥਕ ਵਿੱਚ ਵੀ ਆਉਂਦੇ। ਸੋ ਜਿਵੇਂ ਉਹ ਬਜ਼ੁਰਗ ਸਿੱਖਾਂ ਨੇ ਇਤਿਹਾਸ ਦੱਸਿਆ ਹੈ, ਜਿਵੇਂ ਉਹਨਾਂ ਦੇ ਕੋਈ ਮੈਨੂੰ ਬਹੁਤੇ ਗੁਣ ਚੰਗੇ ਲੱਗਣਗੇ, ਮੈਂ ਸਾਰੇ ਵਰਣਨ ਕਰਾਂਗਾ। ਸੋ ਮੈਂ ਕਹੂੰ ਜਥਾ ਮਤ, ਤਾਂ ਹੀ ਉਹ ਆਪਣੀ ਬਲ ਬੁੱਧ ਮਤ ਨਾਲ ਲਿਖਦਾ ਹਾਂ। ਮਨ ਤਨ ਪ੍ਰੀਤ ਭਾਉ ਭੈ ਦਾਹੀ, ਆਪਣੇ ਮਨ ਕਰਕੇ, ਸਰੀਰ ਕਰਕੇ, ਪ੍ਰੇਮ ਭਾਵਨਾ ਕਰਕੇ, ਡਰ ਨੂੰ ਨਾਸ ਕਰਨ ਵਾਲੀ ਉਹ ਸਾਰੀ ਵਿਥਿਆ ਦੱਸਦਾ ਹਾਂ। ਜਿਹ ਬਿਦ ਕਹੀ ਅੰਗਰੇਜ਼ਨ ਸੰਗ, ਜਿਸ ਤਰੀਕੇ ਦੇ ਨਾਲ ਅੰਗਰੇਜ਼ਾਂ ਨੂੰ ਦੱਸਣਾ ਕੀਤਾ ਸੀ ਨਾ, ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਦੱਸਣਾ ਕੀਤਾ ਅੰਗਰੇਜ਼ਾਂ ਨੂੰ, ਕਿਉਂਕਿ ਕਾਰਨ ਬਣਿਆ ਨਾ ਦੱਸਣ ਦਾ। ਉਹ ਸਾਰੀ ਸਾਖੀ ਜਿਹੜੀ ਸੀ ਉਹ ਮੈਂ ਦੱਸ ਰਿਹਾ ਹਾਂ, ਜਿਵੇਂ ਅੰਗਰੇਜ਼ਾਂ ਨੂੰ ਲਿਖਾਈ। ਖਾਲਸਾ ਜੀ, ਇਹ ਤੁਹਾਡਾ ਇਤਿਹਾਸ ਹੈ ਨਾ, ਇਹ ਅੰਗਰੇਜ਼ਾਂ ਦੇ ਕੋਲੋਂ ਅੰਗਰੇਜ਼ਾਂ ਨੂੰ ਵੀ ਲਿਖਾਉਣਾ ਕੀਤਾ, ਉਹਨਾਂ ਨੂੰ ਸੁਣਾਉਣਾ ਵੀ ਕੀਤਾ ਹੈ। ਸੋ ਉਹਨਾਂ ਨੇ ਇਹਨੂੰ ਰੱਖਣਾ ਵੀ ਕੀਤਾ ਹੈ, ਸੱਚ ਝੂਠ ਦੀ ਉਹਨਾਂ ਪਰਖ ਵੀ ਕੀਤੀ ਹੈ। ਆਪਣੇ ਮੁਲਕਾਂ ਦੇ ਵਿੱਚ ਵੀ ਭੇਜਣਾ ਕੀਤਾ ਉਹਨਾਂ ਨੂੰ। ਮੁਲਕਾਂ ਦੇ ਵਿੱਚ ਉਹਨਾਂ ਨੇ ਕਈ ਲਾਇਬ੍ਰੇਰੀਆਂ ਦੇ ਵਿੱਚ ਵੀ ਸਾਂਭ ਕੇ ਰੱਖਿਆ, ਉਤਾਰੇ ਵੀ ਕਈ ਕੀਤੇ। ਕੋਈ ਲਾਇਬ੍ਰੇਰੀਆਂ ਹੁਣ ਨਾਸ ਹੋ ਗਈਆਂ, ਹੁਣ ਸਮਾਂ ਪਾ ਕੇ ਕੁਝ ਕਿਹਾ ਨਹੀਂ ਜਾ ਸਕਦਾ। ਰੱਖੋ ਉਥਾਨਕਾ ਸੋ ਪ੍ਰਸੰਗ, ਅਤੇ ਕਵੀ ਜੀ ਕਹਿੰਦੇ ਮੈਂ ਉਸੇ ਉਹਦੀ ਉਥਾਨਕਾ ਬਣਾ ਕੇ, ਉਹ ਕੰਮ ਨੂੰ ਮੁੱਖ ਰੱਖ ਕੇ ਨਾ, ਵੀ ਮੇਰਾ ਕਾਰਨ ਕੀ ਬਣਿਆ, ਮੈਂ ਕਿਉਂ ਇਹ ਪੰਥ ਪ੍ਰਕਾਸ਼ ਲਿਖਿਆ, ਉਸ ਚੀਜ਼ ਨੂੰ ਉਥਾਨਕਾ ਬਣਾ ਕੇ ਮੈਂ ਖਾਲਸੇ ਦਾ ਪ੍ਰਸੰਗ ਲਿਖਦਾ ਹਾਂ। ਹੁਤੋ ਢਬਾਈ ਫਰਾਂਸਸੀ ਫਿਰੰਗੀ, ਕਹਿਣ ਲੱਗੇ ਇੱਕ ਨਾ ਫਿਰੰਗੀ ਅੰਗਰੇਜ਼ ਸੀ, ਢਬਾਈ ਉਹਦਾ ਨਾਂ ਸੀ, ਅਤੇ ਫਰਾਂਸੀਸੀ ਫਿਰੰਗੀ ਭਾਵ ਕਿ ਫਰਾਂਸ ਦੇ ਰਹਿਣ ਵਾਲਾ ਹੈ। ਮਰਹੱਟਨ ਨੌਕਰ ਰੱਖਿਓ ਜੋ ਸੰਗੀ, ਅਤੇ ਉਹ ਅੰਗਰੇਜ਼ ਮਰਹੱਟਿਆਂ ਦਾ ਨਾ, ਮਰਹੱਟ ਇੱਕ ਕੌਮ ਸੀ, ਉਹਨਾਂ ਨੇ ਆਪਣਾ ਜੰਗੀ ਨੌਕਰ ਰੱਖਿਆ ਸੀ, ਉਹਨੂੰ ਸਿਪਾਹੀ ਸੀ ਜਿਹੜਾ ਉਹਦਾ। ਸੋ ਉਹ ਉਹਨਾਂ ਦੀ ਨੌਕਰੀ ਕਰਨ ਵਾਸਤੇ ਆਇਆ। ਜੰਗ ਯੁੱਧ ਕਰਨ ਵਿੱਚ ਜਿਹੜੇ ਨੌਕਰ ਸਿਪਾਹੀ ਰੱਖੇ ਜਾਂਦੇ ਸੀ ਨਾ, ਉਹ ਮਰਹੱਟਿਆਂ ਦੀ ਫੌਜ ਵਿੱਚ ਉਹਨਾਂ ਦੀ ਨੌਕਰੀ ਕਰਨ ਵਾਸਤੇ ਆਇਆ। ਸੋ ਭਾਵੇਂ ਉਹ ਹਿੰਦੁਸਤਾਨ ਵਿੱਚ ਰਾਜ ਹੀ ਕਰਨਾ ਚਾਹੁੰਦੇ ਸੀ, ਭਾਰਤ ਵਿੱਚ, ਪਰ ਇੱਕ ਤਰ੍ਹਾਂ ਨਾਲ ਵਪਾਰੀ ਬਣ ਕੇ ਆਏ ਸਨ ਸਾਡੇ ਦੇਸ਼ ਵਿੱਚ। ਸੋ ਉਸ ਵਕਤ ਉਹਨਾਂ ਨੇ ਆਪਣੀ ਉਪਜੀਵਕਾ ਵਾਸਤੇ, ਆਪਣੇ ਰਹਿਣ ਬਸੇਰੇ ਗੁਜ਼ਾਰੇ ਲਈ, ਸੋ ਜੰਗੀ ਜਰਨੈਲ ਬਣੇ ਆਣ ਕਰਕੇ ਇਹ ਜਿਹੜਾ ਢਬਾਈ ਅੰਗਰੇਜ਼ ਸੀ, ਆਪਣੇ ਨਿਰਵਾਹ ਦੇ ਵਾਸਤੇ ਇੱਥੋਂ ਦੇ ਬਾਦਸ਼ਾਹ ਜਾਂ ਰਾਜਿਆਂ ਸਰਦਾਰਾਂ ਦੇ ਪਾਸੋਂ ਨੌਕਰੀਆਂ ਕਰਦੇ ਸਨ, ਉਹਨਾਂ ਦੀਆਂ ਜਰਨੈਲੀਆਂ ਕਰਦੇ ਸਨ। ਸੋ ਸਿਆਣੇ ਹੁੰਦੇ ਸਨ ਲੋਕ ਉਹ, ਇਸ ਕਰਕੇ ਉਹਨਾਂ ਆਪਣੀ ਸਿਆਣਪ ਦੇ ਨਾਲ ਆਪਣਾ ਜੀਵਨ ਬਤੀਤ ਕਰਕੇ, ਬੜੀ ਬੰਦੋਬਸਤ ਦੇ ਨਾਲ, ਬੜੇ ਤਰੀਕੇ ਦੇ ਨਾਲ ਇਹਨਾਂ ਕੋਲੋਂ ਨੌਕਰੀਆਂ ਲੈ ਲੈਂਦੇ ਸੀ। ਉਹ ਆਪਣੇ ਰਾਜਿਆਂ ਦੇ ਕੋਲੋਂ, ਸਰਦਾਰਾਂ ਦੇ ਕੋਲੋਂ, ਬਾਦਸ਼ਾਹਾਂ ਕੋਲੋਂ। ਸੋ ਇਵੇਂ ਹੀ ਇਹ ਢਬਾਈ ਨਾਮ ਦਾ ਇੱਕ ਅੰਗਰੇਜ਼ ਸੀ, ਅਤੇ ਫਰਾਂਸ ਦਾ ਰਹਿਣ ਵਾਲਾ ਸੀ। ਇਹ ਮਰਹੱਟਿਆਂ ਦੀ ਫੌਜ ਦੇ ਵਿੱਚ ਆਣ ਕੇ ਭਰਤੀ ਹੋਇਆ, ਉਹਨਾਂ ਦਾ ਫੌਜੀ ਬਣ ਗਿਆ। ਇੱਕ ਕੰਪੂ ਤਿਸ ਸਪੁਰਦ ਕਰ ਦਿਓ, ਅਤੇ ਮਰਹੱਟਿਆਂ ਨੇ ਉਹਦੀ ਨੌਕਰੀ, ਉਹਦੀ ਵਫਾਦਾਰੀ ਵੇਖ ਕੇ ਨਾ, ਉਸ ਫਰੰਗੀ ਨੂੰ ਇੱਕ ਕੰਪੂ ਭਾਵ ਕਿ ਇੱਕ ਬ੍ਰਿਗੇਡ, ਇੱਕ ਯੂਨਿਟ ਹੀ ਉਹਨੂੰ ਦੇ ਦਿੱਤੀ, ਉਹਦੇ ਸਪੁਰਦ ਕਰ ਦਿੱਤਾ ਵੀ ਇਹ ਤੈਨੂੰ ਫੌਜ ਦਿੱਤੀ ਹੈ, ਤੂੰ ਸਾਡੇ ਮੁਲਕ ਦਾ ਇੰਤਜ਼ਾਮ ਕਰਨਾ, ਸਾਡੀਆਂ ਸਰਹੱਦਾਂ ਹੱਦਾਂ ਦੀ ਇਉਂ ਰਾਖੀ ਕਰਨਾ ਕਰ। ਬਹੁਤ ਬਰਸੋ ਚਾਕਰ ਰਹੇ ਹੋ, ਬਹੁਤ ਲੰਮਾ ਸਮਾਂ ਇੱਥੇ ਰਹਿ ਕਰਕੇ ਉਹ ਨੌਕਰੀ ਚਾਕਰੀ ਕਰਦਾ ਰਿਹਾ, ਮਰਹੱਟਿਆਂ ਦੇ ਪਾਸ ਸਿਪਾਹੀ ਬਣ ਕੇ ਰਿਹਾ ਹੈ। ਬਹੁਤਾ ਲੰਮਾ ਸਮਾਂ ਉਹਨੇ ਇੱਥੇ ਬਤੀਤ ਕੀਤਾ। ਭਇਓ ਬੂਢੋ ਤੋਂ ਤੱਕਿਓ ਵਤਨ, ਸੋ ਜਦੋਂ ਬੁੱਢਾ ਹੋ ਗਿਆ ਅਤੇ ਉਹਦੇ ਮਨ ਵਿੱਚ ਖਿਆਲ ਆਇਆ, ਯਾਦ ਆਈ ਵੀ ਮਨਾ ਹੁਣ ਇੱਥੇ ਰਹਿ ਕੇ ਕੀ ਕਰਨਾ। ਹਰ ਕੋਈ ਬੰਦਾ ਹੀ ਹੈ ਜਦੋਂ ਵਿਦੇਸ਼ਾਂ ਦੇ ਵਿੱਚ ਰਹਿੰਦਾ, ਜਵਾਨੀ ਭਰ ਉੱਥੇ ਕਮਾਈ ਕਰਦਾ ਹੈ, ਅਤੇ ਜਦੋਂ ਵਡੇਪਾ ਆਉਂਦਾ ਨਾ, ਅਤੇ ਉਹਨੂੰ ਆਪਣਾ ਵਤਨ ਚੇਤੇ ਆ ਜਾਂਦਾ ਵੀ ਨਹੀਂ ਮਨਾ, ਆਪਣੇ ਵਤਨ ਨੂੰ ਜਾਣਾ ਕਰ, ਆਪਣਾ ਦੇਸ਼ ਹਰ ਇੱਕ ਨੂੰ ਪਿਆਰਾ ਹੁੰਦਾ ਹੈ। ਸੋ ਇਵੇਂ ਇੱਥੇ ਇਹ ਜਿਹੜਾ ਢਬਾਈ ਨਾਮ ਦਾ ਅੰਗਰੇਜ਼ ਸੀ, ਇਹ ਬੁੱਢਾ ਹੋ ਕਰਕੇ ਨੇ ਦੇਖਿਆ ਵੀ ਹੁਣ ਆਪਾਂ
ਵਾਪਸ ਪਰਤ ਨਾ ਕਰੀਏ, ਆਪਣੇ ਮੁਲਕ ਨੂੰ ਚੱਲੀਏ। ਤੁਰਿਓ ਵੇਚ ਸਭ ਆਪਨ ਜਤਨ, ਜਿੰਨਾ ਕੁ ਉਹਨੇ ਆਪਣੀ ਮਿਹਨਤ ਮੁਸ਼ੱਕਤ ਦੇ ਨਾਲ ਕੋਈ ਮਾਲ ਧਨ ਇਕੱਠਾ ਕੀਤਾ ਸੀ ਨਾ, ਜੋ ਉਹਦੇ ਕੋਲ ਸਮਾਨ ਸੀ ਕੋਈ ਰਹਿਣ ਬਸੇਰੇ ਲਈ, ਉਹਨੇ ਉਹਨੂੰ ਵੇਚਣ ਦੀ ਤਿਆਰੀ ਕਰ ਲਈ ਵੀ ਇਹ ਸਾਰਾ ਕੁਝ ਵੇਚ ਦੇਵਾਂ ਅਤੇ ਪੈਸਾ ਲੈ ਲਵਾਂ। ਪੈਸਾ ਲੈ ਕੇ ਆਪਣੇ ਦੇਸ਼ ਨੂੰ, ਆਪਣੇ ਮੁਲਕ ਨੂੰ ਵਾਪਸ ਚਲਾ ਜਾਵਾਂਗਾ। ਪੀਰੂ ਭੈਣ ਜਾਇਓ ਉਸ ਆਹੇ। ਅਤੇ ਇੱਕ ਪੀਰੂ ਨਾਮ ਦਾ ਭਾਣਜਾ ਸੀ ਉਹਦਾ, ਜਿਹੜਾ ਉਹਦੀ ਭੈਣ ਦਾ ਪੁੱਤਰ ਸੀ। ਸੋ ਉਹਨੂੰ ਜਾਣ ਲੱਗਿਆ ਨਾ ਕੁਝ ਉਹਦੇ 'ਤੇ ਉਹਦੀ ਨਿਗਾਹ ਪਈ ਵੀ ਆਪਣੇ ਭਣੇਵੇਂ ਨੂੰ ਹੋਵੇ ਨਾ ਅਤੇ ਕੋਈ ਨਾ ਕੋਈ ਸਾਰਾ ਕੁਝ ਸੰਭਾਲ ਕੇ ਜਾਵਾਂ। ਬਾਕੀ ਸੌਂਪ ਗਏ ਉਸ ਆਹੇ। ਜਿਹੜੀ ਉਹਦੇ ਕੋਲੋਂ ਕੋਈ ਚੀਜ਼ ਵਸਤ ਵੇਚੀ ਗਈ ਉਹ ਉਹਨੇ ਵੇਚ ਦਿੱਤੀ। ਅਤੇ ਜਿਹੜੀ ਇਹਦੇ ਕੋਲ ਫੌਜ ਸੀ ਨਾ, ਜਿਹੜੀ ਇਹਦੇ ਕੋਲ ਯੂਨਿਟ ਸੀ, ਜਿਹਦਾ ਇਹ ਭਾਵ ਕਿ ਸਾਰੀ ਬ੍ਰਿਗੇਡ ਦਾ ਇਹ ਜ਼ਿੰਮੇਵਾਰ ਸੀ, ਉਹ ਇਹਨੇ ਚੁੱਕ ਕਰਕੇ ਅਤੇ ਆਪਣੇ ਭਾਂਜੇ ਨੂੰ ਕਹਿਣ ਲੱਗਾ ਵੀ ਮੈਂ ਤਾਂ ਹੁਣ ਚੱਲਿਆ ਅਤੇ ਤੂੰ ਇੱਥੇ ਨੌਕਰੀ ਕਰ ਲੈ। ਆਪਣਾ ਨਿੱਜੀ ਸਮਾਨ ਵੀ ਵੇਚ ਦਿੱਤਾ ਜੋ ਉਸਨੇ ਬਣਾਇਆ ਸੀ, ਅਤੇ ਬਾਕੀ ਜਿਹੜਾ ਫੌਜ ਦਾ ਹੈਗਾ ਸੀ ਸਾਜੋ ਸਮਾਨ, ਉਹ ਆਪਣੇ ਭਾਣਜੇ ਪੀਰੂ ਦੇ ਹਵਾਲੇ ਕਰ ਦੇਣਾ ਕੀਤਾ। ਸੋ ਪੀਰੂ ਇੱਕ ਕੁੰਪਿਓ ਔਰ ਕੀਏ ਤਿੰਨ ਚਾਰ। ਇਹ ਜਿਹੜਾ ਪੀਰੂ ਅੰਗਰੇਜ਼ ਸੀ ਨਾ, ਇਹ ਗੱਭਰੂ ਸੀ, ਜਵਾਨ ਸੀ। ਇਹਨੇ ਆਪਣੀ ਮਿਹਨਤ ਦੇ ਨਾਲ, ਆਪਣੀ ਮੁਸ਼ੱਕਤ ਦੇ ਨਾਲ ਇਹਨੇ ਇੱਕ ਬ੍ਰਿਗੇਡ ਤੋਂ 3-4 ਗਾਂ ਫੌਜ ਦੇ ਹਿੱਸੇ ਆਪਣੇ ਹੋਰ ਤਿਆਰ ਕਰ ਲਏ। ਉਹਨਾਂ ਨੂੰ ਆਪਣੀ ਫੌਜ ਵਿੱਚ ਸ਼ਾਮਲ ਕਰ ਲਿਆ, ਆਪਣੀ ਫੌਜ ਵਿੱਚ ਵਾਧਾ ਕਰ ਲਿਆ। ਦਿੱਲੀ ਅਤੇ ਆਗਰੇ ਗੰਗ ਬੀਚ ਬਹਿਓ ਮਾਰ। ਅਤੇ ਮਰਹੱਟਿਆਂ ਦੇ ਵੱਲੋਂ ਇਹਨੂੰ ਇਜਾਜ਼ਤ ਸੀ ਵੀ ਤੂੰ ਸਾਡੀ ਰਾਖੀ ਕਰਨੀ ਹੈ। ਸੋ ਆਪਣੇ ਮਾਮੇ ਦੇ ਤਰ੍ਹਾਂ ਵਫਾਦਾਰ ਬਣ ਕੇ ਰਹਿਣਾ। ਪਰ ਇਸਨੇ ਕੀ ਕੀਤਾ ਵੀ ਆਗਰੇ ਤੋਂ ਲੈ ਕਰਕੇ ਨਾ ਅਤੇ ਦਿੱਲੀ ਤੱਕ ਜਿੰਨਾ ਵੀ ਇਲਾਕਾ ਸੀ, ਉਹਦੇ ਵਿੱਚ ਇੱਕ ਬ੍ਰਿਗੇਡ ਤੋਂ ਉਹਨੇ 3-4 ਆਪਣੀਆਂ ਯੂਨਿਟਾਂ ਬਣਾ ਲਈਆਂ। ਅਤੇ ਉਹ ਸਾਰੇ ਦਾ ਸਾਰਾ ਇਲਾਕਾ, ਉਹ ਜਿਹੜੇ ਆਕੀ ਇਲਾਕੇ ਸੀ ਸਰਕਾਰ ਤੋਂ, ਇਹਨੇ ਕੁੱਟ ਮਾਰ ਕੇ ਆਪਣੇ ਵਿੱਚ ਰਲਾ ਲਏ। ਉਹ ਸਾਰੇ ਦਾ ਸਾਰਾ ਇਲਾਕਾ ਇਹਨੇ ਆਪਣੇ ਆਪ ਹੀ ਫਤਿਹ ਕਰਕੇ ਅਤੇ ਉਹਨਾਂ ਨੂੰ ਆਪਣਾ ਨਿੱਜੀ ਇਲਾਕਾ ਬਣਾ ਲਿਆ ਵੀ ਇੰਨੇ ਇਲਾਕੇ ਦੇ ਵਿੱਚ ਮੇਰਾ ਰਾਜ ਭਾਗ ਹੈ। ਇਹ ਖਬਰ ਜਦੋਂ ਮਰਹੱਟਿਆਂ ਦੇ ਜਿਹੜਾ ਹੈਗਾ ਸੀ ਬਾਦਸ਼ਾਹ ਉਹਦੇ ਪਾਸ ਪਹੁੰਚਣਾ ਕੀਤੀ ਹੈ, ਮਰਹੱਟਨ ਕੋ ਤਬ ਸੰਸੋ ਪਰਿਓ। ਫਿਰ ਉਸ ਵਕਤ ਮਰਹੱਟਿਆਂ ਨੂੰ ਸੈਂਸਾ ਹੋ ਗਿਆ ਕਿ ਇਹਦਾ ਸਾਡੀ ਤਾਕਤ ਨਾਲੋਂ 4 ਗੁਣਾ ਜ਼ਿਆਦਾ ਤਾਕਤ ਫੜ ਗਿਆ ਹੈ, ਔਰ ਇਹਨੇ ਵੱਖਰਾ ਹੀ ਆਪਣਾ ਮੁਲਕ ਬਣਾ ਲਿਆ। ਚਾਹੇ ਮੁਲਕ ਉਸ ਦੇ ਲਹਿਓ। ਇਸ ਕਰਕੇ ਮਰਹੱਟੇ ਸੋਚਣ ਲੱਗੇ ਵੀ ਅਸੀਂ ਕਿਸੇ ਤਰੀਕੇ ਦੇ ਨਾਲ ਇਹਦੇ ਕੋਲੋਂ ਆਪਣਾ ਮੁਲਕ ਹੈ, ਜਿਹੜਾ ਵਤਨ ਹੈ, ਉਹ ਵਤਨ ਵਾਪਸ ਲੈ ਲੈਣਾ ਕਰੀਏ। ਸੋ ਜਿਹੜੀ ਇਹਨੂੰ ਦਿੱਤੀ ਸ਼ਕਤੀ ਉਹ ਸਾਡੀ ਵਾਪਸ ਆ ਜਾਵੇ। ਪੀਰੂ ਮਨਸੂਬੇ ਠਹਿਰਾਇਓ। ਅਤੇ ਜਿਹੜਾ ਪੀਰੂ ਸੀ ਨਾ ਗੋਰਾ, ਉਹ ਇਹਨਾਂ ਦਾ ਮਰਹੱਟਿਆਂ ਦੇ ਮਨਸੂਬੇ ਜਾਣ ਗਿਆ। ਉਹਨੂੰ ਵੀ ਸੋਚ ਲਿਆ ਵੀ ਹੁਣ ਮੇਰੇ ਨਾਲ ਚੰਗੀ ਨਹੀਂ ਕਰਨਗੇ, ਕੁਝ ਨਾ ਕੁਛ ਇਹਦੇ ਵਿੱਚ ਗੜਬੜੀ ਹੋਵੇਗੀ, ਹੁਣ ਇਹ ਸ਼ਾਇਦ ਮੇਰੇ ਨਾਲ ਲੜਾਈ ਕਰਨਗੇ, ਕੁਝ ਨਾ ਕੁਝ ਕਰਨਗੇ। ਵੇਚ ਦੇਸ਼ ਅੰਗਰੇਜ਼ਨ ਦੇ ਗਇਓ। ਉਹਨੇ ਫਿਰ ਕੀ ਕੀਤਾ ਵੀ ਮੁੜ ਕੇ ਆਪਣਾ ਜਿਹੜਾ ਸਾਰਾ ਰਾਜ ਭਾਗ ਸੀ, ਜਿੰਨਾ ਕੁ ਉਹਨੇ ਕਾਇਮ ਕੀਤਾ ਸੀ, ਬੰਬੇ ਕਲਕੱਤੇ ਦੇ ਵਿੱਚ ਉਸ ਵਕਤ ਪਹਿਲੀ ਵਾਰ ਅੰਗਰੇਜ਼ ਆਣ ਕੇ ਪੈਰ ਪਸਾਰ ਗਿਆ ਸੀ ਆਪਦੇ। ਇਹਨੇ ਉਹਨਾਂ ਦੇ ਨਾਲ ਸੰਪਰਕ ਕਰਕੇ ਅਤੇ ਆਗਰੇ ਤੋਂ ਲੈ ਕੇ ਅਤੇ ਦਿੱਲੀ ਤੱਕ ਜਿਹੜਾ ਇਹਨੇ ਜਿੱਥੇ ਆਪਦਾ ਦੇਸ਼ ਕਾਇਮ ਕੀਤਾ ਸੀ ਨਾ, ਉਹ ਸਾਰੇ ਦਾ ਸਾਰਾ ਉਹ ਕੰਪਨੀ ਬਣਾ ਕੇ ਇੱਕ ਅਤੇ ਜਿਹੜਾ ਉਹ ਇਲਾਕਾ ਸੀ ਉਹ ਅੰਗਰੇਜ਼ ਦੇ ਕੋਲ ਵੇਚ ਦੇਣਾ ਕੀਤਾ। ਉਹਨਾਂ ਤੋਂ ਪੈਸੇ ਲੈ ਲਏ। ਪੈਸੇ ਲੈ ਕੇ ਅਤੇ ਉਹ ਇਲਾਕਾ ਆਪਦਾ ਮੁਲਕ ਸੀ ਜਿਹੜਾ ਦਿੱਲੀ ਤੋਂ ਆਗਰਾ, ਗੰਗਾ, ਯਮੁਨਾ, ਇਹ ਸਾਰਾ ਇਲਾਕਾ ਉਹਨਾਂ ਨੂੰ ਵੇਚ ਦੇਣਾ ਕੀਤਾ ਹੈ। 1860 ਸਾਲ ਅਤੇ ਕਵੀ ਜੀ ਕਹਿੰਦੇ 1860 ਸੰਮਤ ਸੀ ਉਸ ਮੌਕੇ। ਗਇਓ ਮਰਹੱਟਣ ਕੋ ਵਾਓ ਗਾਲ। ਅਤੇ ਉਹ ਸਮਝ ਲਓ ਵੀ ਮਰਹੱਟਿਆਂ ਦੀ ਸਾਰੀ ਸ਼ਕਤੀ ਸੀ ਜਿਹੜੀ ਉਹਨਾਂ ਦੀ, ਉਹ ਵੇਚ ਵੱਟ ਕੇ ਇੱਕ ਪੀਰੂ ਅੰਗਰੇਜ਼ ਸੀ ਉਹ ਗਾਂਹ ਗਿਆ। ਇਹਨਾਂ ਨੂੰ ਸਮਝ ਲਓ ਵੀ ਜਿਉਂਦੇ ਨਹੀਂ ਮਾਰ ਗਿਆ, ਇਹਨਾਂ ਦੇ ਪੱਲੇ ਕੁਝ ਛੱਡ ਕੇ ਹੀ ਨਾ ਗਿਆ, ਇਹਨਾਂ ਨੂੰ ਗਾਲ ਹੀ ਗਿਆ ਹੈ ਜੀਵਨ ਦੇ ਵਿੱਚ। ਲਿਓ ਮੁਲਕਨ ਅੰਗਰੇਜ਼ਾਂ ਦਾ ਰੋਕ। ਉੱਥੇ ਆਣ ਕੇ ਫਿਰ ਅੰਗਰੇਜ਼ਾਂ ਨੇ ਉਸ ਇਲਾਕੇ 'ਤੇ ਕਬਜ਼ਾ ਕਰਕੇ ਉਸ ਇਲਾਕੇ ਨੂੰ ਰੋਕ ਲਿਆ।
ਮਰਹੱਟਣ ਕੇ ਘਰ ਪਰ ਗਇਓ ਸ਼ੋਕ। ਅਤੇ ਮਰਹੱਟਿਆਂ ਦੇ ਘਰ ਦੇ ਵਿੱਚ ਤਾਂ ਸ਼ੋਕ ਪੈ ਗਿਆ ਵੀ ਸਾਡਾ ਮੁਲਕ ਜਿੱਤਿਆ ਜਿਤਾਇਆ, ਸ਼ਕਤੀ ਸਾਡੀ ਲੱਗੀ, ਮਾਇਆ ਸਾਡੀ ਲੱਗੀ, ਪੈਸਾ ਸਾਡਾ ਲੱਗਿਆ ਅਤੇ ਵੇਚ ਵੱਟ ਕੇ ਅੱਗੇ ਗਾਂਹ ਤੁਰਿਆ। ਸੋ ਇੱਕ ਅੰਗਰੇਜ਼ ਇਹ ਬੜੇ ਦੁਖੀ ਹੋਏ, ਆਪਣੇ ਘਰਾਂ ਦੇ ਅੰਦਰ ਰਾਜ ਭਾਗ 'ਤੇ ਬੈਠੇ ਬਿਠਾਇਆ ਵੀ ਇਹ ਕੀ ਬਣਿਆ ਹੈ ਸਾਡੇ ਨਾਲ। ਦਿੱਲੀ ਆਏ ਬੜੇ ਉਹ ਕਰਨੈਲ। ਅਤੇ ਜਿਹੜਾ ਅੰਗਰੇਜ਼ਾਂ ਦਾ ਕਰਨਲ ਸੀ ਨਾ, ਅਤੇ ਭਾਈ ਰਤਨ ਸਿੰਘ ਜੀ ਦੱਸਦੇ ਆ ਕਿ ਉਹ ਮੁੜ ਕੇ ਨਾ ਦਿੱਲੀ ਵਿੱਚ ਆਣ ਕੇ ਉਹਨੇ ਕਬਜ਼ਾ ਕਰ ਲੈਣਾ ਕੀਤਾ। ਇੱਥੇ ਦਿੱਲੀ ਵਿੱਚ ਆਣ ਕੇ ਉਹਨਾਂ ਆਪਣੀ ਫੌਜ ਉਤਾਰ ਦਿੱਤੀ, ਕਹਿਣ ਲੱਗੇ ਵੀ ਦਿੱਲੀ ਵਿੱਚ ਅਸੀਂ ਆਪਣੀ ਰਾਜਧਾਨੀ ਬਣਾਵਾਂਗੇ। ਸੋ ਦਿੱਲੀ ਤੱਕ ਆਣ ਕੇ ਉਹਨਾਂ ਨੇ ਆਪਣਾ ਕਬਜ਼ਾ ਕਰ ਲਿਆ। ਲੋਨੀ ਅਖਤਰ ਜੋ ਜਰਨੈਲ, ਅਤੇ ਅੰਗਰੇਜ਼ਾਂ ਦੇ ਵੱਲੋਂ ਜਿਹੜਾ ਫੌਜ ਦਾ ਜਰਨੈਲ ਸੀ ਉਹਦਾ ਨਾਮ ਕਵੀ ਜੀ ਕਹਿੰਦੇ ਲੋਨੀ ਅਖਤਰ ਸੀ। ਉਹ ਲੋਨੀ ਅਖਤਰ ਨੇ ਇੱਥੇ ਆ ਕੇ ਦਿੱਲੀ ਦੇ ਵਿੱਚ ਆਣ ਆਪਣੇ ਤੰਬੂ ਗੱਡੇ ਹਨ, ਸਿੰਘਨ ਦੇ ਘੇਰ ਲਈ ਚੜ੍ਹ ਦਿੱਲੀ। ਇੱਧਰੋਂ ਅਚਨਚੇਤ ਹੀ ਨਾ ਅਚਾਨਕ ਹੀ ਸੋ ਸਿੰਘਾਂ ਦਾ ਕੋਈ ਕੁਦਰਤੀ ਜ਼ੋਰ ਇੱਦਾਂ ਦਾ ਪਿਆ। ਮਹਾਨ ਜਰਨੈਲ ਸਿੱਖ ਪੰਥ ਦੇ ਬਾਬਾ ਬਘੇਲ ਸਿੰਘ ਜੀ, ਉਹਨਾਂ ਨੇ ਦਿੱਲੀ ਨੂੰ ਸੋਧਾ ਲਾ ਦਿੱਤਾ, ਦਿੱਲੀ ਦੇ ਉੱਤੇ ਆਣ ਕੇ ਹਮਲਾ ਕਰ ਦਿੱਤਾ, ਦਿੱਲੀ ਨੂੰ ਲੁੱਟਣਾ ਕੀਤਾ। ਸਿੰਘਾਂ ਸੋ ਗੁਰੂ ਕੇ ਖਾਲਸੇ ਨੇ ਦਿੱਲੀ ਨੂੰ ਦਿਨ ਦੀਵੀਂ ਆ ਕੇ ਲੁੱਟਿਆ। ਉਹ ਕੁਦਰਤ ਦੀ ਦੇਵਨੇਤ ਨਾਲ ਕੋਈ ਇਹੋ ਜਿਹਾ ਉਦੋਂ ਭਾਣਾ ਵਰਤਿਆ ਕਿ ਅੰਗਰੇਜ਼ਾਂ ਨੇ ਅਜੇ ਇਲਾਕਾ ਖਰੀਦਿਆ ਹੀ ਸੀ ਸਾਰਾ, ਦਿੱਲੀ ਉਹਨਾਂ ਦੇ ਇਲਾਕੇ ਵਿੱਚ ਆਉਂਦੀ ਸੀ। ਉਹ ਕਾਬਜ਼ ਹੋਏ ਸਨ ਦਿੱਲੀ ਦੇ ਉੱਤੇ, ਇੱਥੇ ਆਪਣੀ ਰਾਜਧਾਨੀ ਬਣਾਉਣਾ ਚਾਹੁੰਦੇ ਸੀ। ਸੋ ਇੱਧਰੋਂ ਕੁਦਰਤੀ ਜਦੋਂ ਸਿੰਘਾਂ ਨੇ ਹੱਲਾ ਕੀਤਾ, ਦਿਵਾਲੀ ਦਾ ਜੋੜ ਮੇਲਾ ਕਵੀ ਜੀ ਕਹਿੰਦੇ ਉਦੋਂ ਨੇੜੇ ਆ ਰਿਹਾ ਸੀ। ਉਹਨਾਂ ਨੇ ਕੁਝ ਮਾਰ ਕਰਕੇ ਸੋਚਿਆ ਵੀ ਥੋੜ੍ਹਾ ਬਹੁਤਾ ਧਨ ਇਕੱਠਾ ਕਰ ਲਈਏ, ਦਿਨ ਆਪਾਂ ਦਿਵਾਲੀ ਮਨਾਉਣ ਵਾਸਤੇ ਅੰਮ੍ਰਿਤਸਰ ਨੂੰ ਜਾਣਾ, ਸਾਂਝਾ ਦਿਵਾਲੀ ਦਾ ਜੋੜ ਮੇਲਾ ਮਨਾਉਣਾ। ਇਸ ਕਰਕੇ ਉਹਨਾਂ ਨੇ ਦਿਵਾਲੀ ਜਾਣ ਕਰਕੇ ਹੱਲਾ ਕੀਤਾ ਦਿੱਲੀ 'ਤੇ ਆ ਕੇ, ਗੱਲ ਅੰਗਰੇਜ਼ਨ ਕਰਦੇ ਢਿੱਲੀ। ਅਤੇ ਜਿਹੜੇ ਅੰਗਰੇਜ਼ ਸੀ, ਜੋ ਅੰਗਰੇਜ਼ ਆਪਣੀ ਰਾਜਧਾਨੀ ਬਣਾਉਣ ਦੀ ਤਾਦ ਵਿੱਚ ਬੈਠੇ ਸਨ, ਉਹਨਾਂ ਨੂੰ ਤਾਂ ਜਦੋਂ ਇਹਨਾਂ ਆਣ ਕੇ ਹੱਲਾ ਬੋਲਿਆ, ਦਿਨ ਦੀਵੀਂ ਲੁੱਟਿਆ, ਅਤੇ ਅੰਗਰੇਜ਼ ਤਾਂ ਸੋਚਾਂ 'ਚ ਪੈ ਗਿਆ, ਸੰਸ਼ੇ ਵਿੱਚ ਪੈ ਗਿਆ ਵੀ ਇਹ ਕੌਣ ਆ ਗਏ ਨੇ ਉੱਤੋਂ ਦੀ, ਏਡੇ ਵੱਡੇ ਜਰਵਾਣੇ, ਏਡੇ ਬਲ ਵਾਲੇ, ਇਹ ਕਿਹੜੀ ਫੌਜ ਹੈ, ਕਿਹੜਾ ਇਹਨਾਂ ਦਾ ਮੁਲਕ ਹੈ, ਕੀ ਬਣਿਆ ਹੈ ਇਹ ਸਾਰਾ ਕੁਝ। ਇਹ ਵੇਖ ਕੇ ਅੰਗਰੇਜ਼ ਤਾਂ ਹੈਰਾਨ ਹੋਈ ਗਿਆ। ਅੰਗਰੇਜ਼ਾਂ ਦਾ ਜਰਨੈਲ ਮਨ ਗੁੱਸਾ ਆਇਆ, ਅਤੇ ਅੰਗਰੇਜ਼ਾਂ ਦਾ ਜਿਹੜਾ ਜਰਨੈਲ ਸੀ ਉਹਨੇ ਸਾਰਾ ਕੁਝ ਵੇਖ ਕੇ ਨਾ, ਅਤੇ ਕਵੀ ਜੀ ਕਹਿੰਦੇ ਬੜਾ ਜ਼ਿਆਦਾ ਗੁੱਸਾ ਆਇਆ ਵੀ ਇਹ ਕੀ ਸਾਰਾ ਕੁਝ ਹੋ ਰਿਹਾ, ਮੈਂ ਆਪਣੀਆਂ ਅੱਖਾਂ ਦੇ ਨਾਲ ਕੀ ਤੱਕ ਰਿਹਾ ਹਾਂ। ਨਹੀਂ ਸਿੰਘਨ ਸੋ ਜ਼ੋਰ ਵਸਾਇਆ, ਅਤੇ ਸਿੰਘਾਂ ਦੇ ਅੱਗੇ ਕੋਈ ਬਲ ਨਾ ਚੱਲਿਆ, ਕੋਈ ਜ਼ੋਰ ਚੱਲ ਨਾ ਸਕਿਆ। ਸਿੰਘਾਂ ਦੇ ਸਰੂਪ ਵੇਖ ਕੇ, ਉਹਨਾਂ ਦੀਆਂ ਸ਼ਕਤੀਆਂ ਵੇਖ ਕੇ, ਜਿਨ੍ਹਾਂ ਨੇ ਸਵਾ ਮਣ ਦੇ ਹਥਿਆਰ ਚੁੱਕੇ ਸਨ, ਵੱਡੇ ਵੱਡੇ ਵਰਸ਼ੇ, ਤਲਵਾਰਾਂ, ਢਾਲਾਂ ਪਹਿਨੀਆਂ, ਏਡਾ ਸਰੂਪ, ਤਗੜੇ ਮਸ਼ਹਿਰੇ, ਅਤੇ ਅੰਗਰੇਜ਼ਾਂ ਨੂੰ ਤਾਂ ਸਾਹਮਣੇ ਖੜਨਾ ਹੀ ਮੁਸ਼ਕਿਲ ਹੋ ਗਿਆ। ਸੋ ਜਿੰਨੇ ਕੁ ਜੋਗੇ ਸਨ, ਜਿੰਨੇ ਸ਼ੌਂਕੀ ਜਿਹੇ ਬੰਦੇ ਸਨ, ਜਿੰਨਾ ਕੁ ਉਹਨਾਂ ਦਾ ਬਲ ਸੀ, ਉਹ ਵੇਖ ਕਰਕੇ ਸਿੰਘਾਂ ਦਾ ਤੇਜ ਪ੍ਰਤਾਪ, ਅਤੇ ਅੰਗਰੇਜ਼ ਤਾਂ ਡਰ ਹੀ ਗਏ, ਅੱਗੋਂ ਬੋਲ ਹੀ ਨਾ ਸਕੇ। ਤਮ ਅੰਗਰੇਜ਼ਾਂ ਨੂੰ ਪੁੱਛਿਓ ਪਾਤਸ਼ਾਹੀ। ਫਿਰ ਉਸ ਵਕਤ ਜਿਹੜਾ ਅੰਗਰੇਜ਼ਾਂ ਨੇ ਪੁੱਛਣਾ ਕੀਤਾ, ਸੋ ਜਿਹੜਾ ਲੋਨੀ ਅਖਤਰ ਕਰਨਲ ਸੀ ਇਹਨਾਂ ਦੀ ਫੌਜ ਦਾ ਅੰਗਰੇਜ਼ਾਂ ਦਾ, ਉਹਨੇ ਪੁੱਛਣਾ ਕੀਤਾ ਉਸ ਮੌਕੇ ਦੇ ਬਾਦਸ਼ਾਹ ਕੋਲੋਂ, ਜਿਹੜਾ ਦਿੱਲੀ ਦੇ ਉੱਤੇ ਹਕੂਮਤ ਕਰਦਾ ਸੀ, ਉਹਨੂੰ ਪੁੱਛ ਰਿਹਾ ਹੈ ਵੀ ਇਹ ਕੌਣ ਲੋਕ ਹਨ, ਇਹ ਕਿੱਥੋਂ ਆਏ ਨੇ, ਕੀ ਇਹਨਾਂ ਦਾ ਕਿਹੜਾ ਇਲਾਕਾ ਹੈ, ਕੀ ਇਹਨਾਂ ਦੀ ਕੋਈ ਹਿਸਾਬ ਕਿਤਾਬ ਹੈ, ਇਹ ਮੈਨੂੰ ਦੱਸਣਾ ਕਰੋ। ਸਿੰਘਨ ਮੁਲਕ ਦੀਓ ਕਿਨ ਆਹੇ, ਕਹਿਣ ਲੱਗਾ ਉਹ ਦਿੱਲੀ ਦਾ ਬਾਦਸ਼ਾਹ ਹੁਕਮਰਾਨ, ਕਹਿੰਦਾ ਇਹ ਜਿਹੜੇ ਨੇ ਨਾ, ਇਹ ਪੰਜਾਬ ਤੋਂ ਆਏ ਨੇ, ਅਤੇ ਆਪਣੇ ਆਪ ਨੂੰ ਸਿੰਘ ਪਾਉਂਦੇ ਆ, ਇਹਨਾਂ ਨੂੰ ਮੁਲਕ ਕਿਸੇ ਨੇ ਨਹੀਂ ਦਿੱਤਾ, ਕੋਈ ਇਹਨਾਂ ਦਾ ਇਲਾਕਾ ਨਹੀਂ, ਕੋਈ ਇਹਨਾਂ ਦਾ ਰਾਜ ਭਾਗ ਨਹੀਂ। ਪੰਜਾਬ ਵੀ ਆਪਣਾ ਹੀ ਇਲਾਕਾ ਹੈ, ਸਾਡਾ ਹੀ ਦੇਸ਼ ਹੈ, ਆਪਣਾ ਹੀ ਦੇਸ਼ ਦਾ ਹਿੱਸਾ ਹੈ, ਉਹਦੇ ਵਿੱਚ ਹੀ ਆਕੀ ਹੋ ਕੇ ਬੈਠ ਗਏ ਨੇ। ਅੰਗਰੇਜ਼ ਜਿਹੜਾ ਕਰਨਲ ਸੀ ਉਹ ਬੜਾ ਹੈਰਾਨ ਹੋ ਕੇ ਲੋਨੀ ਅਖਤਰ ਪੁੱਛਦਾ ਹੈ, ਕਹਿੰਦਾ ਵੀ ਇਹਨਾਂ ਨੇ ਕੋਈ ਸਰਕਾਰ ਦਾ ਕੰਮ ਸਵਾਰਿਆ, ਮਾਰਿਓ ਕੌਣ ਗਨੀਮ ਇਨ, ਕੌਣ ਸਵਾਰਿਓ ਕਾਮ, ਕਿਹੜਾ ਇਹਨਾਂ ਕੋਈ ਦੁਸ਼ਮਣ ਮਾਰਿਆ ਹੋਵੇ ਤੁਹਾਡਾ,
ਜਾਂ ਇਹਨਾਂ ਕੋਈ ਵੈਸੇ ਸਰਕਾਰ ਦਾ ਕੰਮਕਾਜ ਸਵਾਰਿਆ ਹੋਵੇ, ਕੋਈ ਐਸਾ ਕੰਮ ਇਹਨਾਂ ਕੀਤਾ ਹੋਵੇ ਜਿਸ ਕਰਕੇ ਦਿਨ ਦੀਵੀਂ ਤੁਹਾਡੇ 'ਤੇ ਆ ਕੇ ਹੱਲਾ ਕਰਕੇ ਸਾਰਾ ਕੁਝ ਲੁੱਟ ਕੇ ਲੈ ਜਾਂਦੇ ਹਨ। ਦੀਨੋਂ ਪਠਾ ਲਕਾਏ ਜਿਨ ਕਹੋ ਸ਼ਾਇ ਉਸ ਨਾਮ। ਅਤੇ ਜਿਹੜੇ ਬਾਦਸ਼ਾਹ ਨੇ ਮੌਕੇ 'ਤੇ ਇਹਨਾਂ ਨੂੰ ਕੋਈ ਰਹਿਣ ਦਾ ਟਿਕਾਣਾ, ਕੋਈ ਪਟਾ ਲਿਖ ਕੇ ਦਿੱਤਾ ਹੈ, ਸੋ ਉਹਦਾ ਕੋਈ ਪਤਾ ਹੈ ਕਿਸ ਕਾਰਨ ਉਹਨੇ ਇਹਨਾਂ ਨੂੰ ਵੱਖਰਾ ਮੁਲਕ ਦਿੱਤਾ, ਕਿੱਥੇ ਇਹਦੇ ਰਹਿੰਦੇ ਨੇ, ਕਿਹੜਾ ਇਹਨਾਂ ਦਾ ਰਹਿਣ ਦਾ ਇਲਾਕਾ ਹੈ, ਉਹ ਦੱਸਣਾ ਕਰੋ ਕੁਝ। ਚੌਪਈ ਤਬ ਪਾਤਸ਼ਾਹੀ ਉੱਤਰ ਕਹਿਓ। ਫਿਰ ਉਦੋਂ ਨਾ ਜਿਹੜਾ ਉਹ ਦਿੱਲੀ ਦਾ ਹੁਕਮਰਾਨ ਸੀ ਬਾਦਸ਼ਾਹ, ਉਹਨੇ ਅੱਗੋਂ ਅੰਗਰੇਜ਼ ਨੂੰ ਉੱਤਰ ਦਿੱਤਾ ਹੈ, ਨਾਹੀਂ ਸ਼ਾਹ ਕਿਨ ਇਨਕੋ ਲਿਖ ਦਿਓ। ਕਹਿਣ ਲੱਗਾ, ਨਹੀਂ ਜੀ, ਇਹਨਾਂ ਨੂੰ ਕਿਸੇ ਵੀ ਬਾਦਸ਼ਾਹ ਨੇ, ਕਿਸੇ ਵੀ ਹੁਕਮਰਾਨ ਨੇ, ਕਿਸੇ ਹਕੂਮਤ ਨੇ ਕੋਈ ਰਾਜ ਭਾਗ ਇਹਨਾਂ ਨੂੰ ਲਿਖ ਕੇ ਨਹੀਂ ਦਿੱਤਾ। ਇਹਨਾਂ ਦੇ ਕੋਲ ਕੋਈ ਪਟਾ ਨਹੀਂ ਹੈ, ਕੋਈ ਮਾਲਕੀ ਨਹੀਂ ਹੈ ਇਸ ਪੰਜਾਬ ਦੇਸ਼ ਦੀ। ਨਹੀਂ ਕਾਮ ਕੋ ਇਹਨੇ ਸਵਾਰਿਓ। ਅਤੇ ਨਾ ਹੀ ਇਹਨਾਂ ਨੇ ਬਾਦਸ਼ਾਹ ਦਾ ਕੋਈ ਕੰਮ ਸਵਾਰਿਆ, ਕੋਈ ਸਿੱਧ ਨਹੀਂ ਕੀਤਾ ਬਾਦਸ਼ਾਹ ਦਾ ਕੰਮ। ਸੋ ਨਾ ਹੀ ਇਹਨਾਂ ਕੋ ਬਾਦਸ਼ਾਹ ਦਾ ਦੁਸ਼ਮਣ ਮਾਰਿਆ ਹੈ। ਨਹੀਂ ਗਨੀਮ ਕੋ ਇਹਨੇ ਮਾਰਿਓ। ਨਾ ਕੋਈ ਚੜ੍ਹ ਕੇ ਆਇਆ ਬਾਹਰੋਂ ਕੋਈ ਦੁਸ਼ਮਣ, ਕੋਈ ਹੱਲਾ ਬੋਲ ਕੇ ਆਇਆ ਹੋਵੇ, ਕੋਈ ਉਹਦੇ ਬਾਰੇ ਨਹੀਂ ਕੁਝ ਨਹੀਂ ਕੀਤਾ। ਸੋ ਇਸ ਤਰ੍ਹਾਂ ਕਿ ਉਹ ਫਿਰ ਜਿਹੜਾ ਬਾਦਸ਼ਾਹ ਨੂੰ ਦੱਸਣ ਲੱਗਾ ਸਾਰਾ ਕੁਝ ਵੀ ਇਹਨਾਂ ਦਿੱਤਾ ਲਿਆ, ਆਪਾਂ ਨੂੰ ਕੁਝ ਨਹੀਂ ਗਿਆ। ਤਾਂ ਵੈਸੇ ਆਉਂਦੇ ਨੇ ਤੇ ਹੱਲਾ ਬੋਲ ਕੇ ਗਾਹ ਜਾਂਦੇ। ਸੋ ਇਵੇਂ ਭਾਈ ਰਤਨ ਸਿੰਘ ਜੀ ਕਹਿੰਦੇ ਨੇ ਵੀ ਨਿਜ ਮੁਗਲ ਨੇ ਨਦਰ ਬੁਲਾਇਓ। ਜਿਹੜਾ ਨਿਜ਼ਾਮੂਦੀਨ ਮੁਗਲ ਸੀ ਨਾ, ਜਦੋਂ ਹੁਕਮਰਾਨ ਬਣਿਆ, ਉਹਨੇ ਨਾਦਰ ਸ਼ਾਹ ਨੂੰ ਬੁਲਾਉਣਾ ਕੀਤਾ ਸੀ ਦਿੱਲੀ ਦੇ ਵਿੱਚ। ਇੱਕ ਵਾਰ ਦਿੱਲੀ ਕੌਣ ਨਾਸ ਕਰਾਇਓ। ਅਤੇ ਉਹਨੇ ਸੱਦ ਕੇ ਪਠਾਨਾਂ ਨੂੰ ਅਤੇ ਦਿੱਲੀ ਦਾ ਸਾਰਾ ਕੁਝ ਜਿਹੜਾ ਹੈਗਾ ਸੀ, ਅੱਗੇ ਮੁਗਲ ਸੀ, ਉਹਨਾਂ ਸਾਰਿਆਂ ਨੂੰ ਨਾਸ ਕਰਵਾਇਆ ਜਿਹੜੇ ਉਹਨੂੰ ਖਰਾਬ ਕਰਦੇ ਸਨ, ਜਾਂ ਇਸ ਤਰ੍ਹਾਂ ਜ਼ੁਲਮ ਕਰਾਇਆ ਕਿ ਜਿਹੜੀ ਪਰਜਾ ਹੈ ਉਹ ਸਹਿਮ ਜਾਵੇ, ਮੇਰੇ ਪਾਸੋਂ ਮੇਰਾ ਡਰ ਮਨ ਨਾ ਕਰੇ। ਔਰ ਹੋਲੇ ਨਜੀਬੇ ਅਹਿਮਦ ਸ਼ਾਹੇ ਸਦਵਾਇਓ। ਅਤੇ ਫਿਰ ਕਹਿੰਦੇ ਨੇ ਵੀ ਜਿਹੜਾ ਨਜੀਬ ਖਾਂ ਸੀ ਨਾ ਪਠਾਨ, ਇਹਨੇ ਵੀ ਕੁਝ ਸਮੇਂ ਬਾਅਦ ਨਾ ਇਹਨੇ ਵੀ ਅਹਿਮਦ ਸ਼ਾਹ ਅਬਦਾਲੀ ਨੂੰ ਉਹਨੂੰ ਆਪਣੇ ਪਾਸ ਬੁਲਾਉਣਾ ਕੀਤਾ ਸੀ। ਪਹਿਲਾਂ ਤਾਂ ਨਿਜ਼ਾਮੂਦੀਨ ਮੁਗਲ ਨੇ ਸੋ ਨਾਦਰ ਸ਼ਾਹ ਨੂੰ ਬੁਲਾ ਕਰਕੇ ਅਤੇ ਦਿੱਲੀ ਦੇ ਵਿੱਚ ਬੜੀ ਧਾਮਾਰ ਕੀਤੀ, ਬੜੀ ਕਤਲੇਆਮ ਕੀਤੀ। ਉਹਨੇ ਮੁਗਲਾਂ ਦਾ ਹੀ ਨਾਸ ਕਰਵਾ ਲਿਆ। ਫਿਰ ਅਹਿਮਦ ਸ਼ਾਹ ਅਬਦਾਲੀ ਨੂੰ, ਜਿਹੜਾ ਨਜੀਬਾ ਦੌਲਾ ਪਠਾਨ ਸੀ, ਉਹਨੇ ਅਹਿਮਦ ਸ਼ਾਹ ਅਬਦਾਲੀ ਨੂੰ ਬੁਲਾਇਆ। ਸੋ ਉਹਨੇ ਵੀ ਮੁਗਲਾਂ ਦਾ ਨਾਸ ਕਰਵਾਇਆ, ਪਠਾਨਾਂ ਨੂੰ ਸੱਦ ਕੇ। ਫਿਰ ਇਹਨਾਂ ਪਠਾਨਾਂ ਨੂੰ ਵਾਹਿਗੁਰੂ, ਇਹ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀ, ਇਹਨੂੰ ਨਜੀਬ ਖਾਂ ਨੇ ਜਦੋਂ ਸੱਦਿਆ, ਫਿਰ ਉਹਨੇ ਆਣ ਕੇ ਮਰਹੱਟਿਆਂ ਦਾ ਨਾਸ ਕਰਾਇਆ। ਮਰਹੱਟਿਆਂ ਦੀ ਸ਼ਕਤੀ ਬੜੀ ਸੀ ਵੱਡੀ। ਸੋ ਉਹ ਸਾਰੇ ਇਕੱਠੇ ਕਰਕੇ ਉਹਨੂੰ ਪਾਣੀਪਤ ਦੇ ਮੈਦਾਨ ਵਿੱਚ ਘੇਰ ਲੈਣਾ ਕੀਤੇ ਸੀ। ਸੋ ਉੱਥੇ ਉਹ ਚਾਰ ਚੁਫੇਰਿਓਂ ਘੇਰ ਕਰਕੇ ਅਤੇ ਮਰਹੱਟਿਆਂ ਦੀ ਸ਼ਕਤੀ ਦਾ ਨਾਸ ਅਹਿਮਦ ਸ਼ਾਹ ਅਬਦਾਲੀ ਤੋਂ ਕਰਾਇਆ ਸੀ। ਭਾਊ ਮਰਹੱਟਿਆਂ ਨੂੰ ਉਹਨੇ ਗਲਵਾਇਓ। ਦੇਸ਼ ਦਾ ਮਾਲਕ ਉਸ ਮੌਕੇ ਸੀ ਨਾ, ਜਿਹੜਾ ਉਹਨੂੰ ਭਾਊ ਕਹਿੰਦੇ ਸੀ ਮਰਹੱਟਾ, ਉਹਦਾ ਸਾਰਾ ਖਾਤਮਾ ਹੀ ਕਰਵਾ ਦਿੱਤਾ। ਬੜਾ ਉਹਦਾ ਸ਼ਕਤੀਸ਼ਾਲੀ ਰਾਜ ਭਾਗ ਸੀ। ਸਾਰਾ ਇਸ ਜਿਹੜਾ ਨਜੀਬ ਖਾਂ ਸੀ, ਉਹਨੇ ਸੱਦ ਕੇ ਅਹਿਮਦ ਸ਼ਾਹ ਅਬਦਾਲੀ ਨੂੰ ਆਪਣੀ ਸਪੋਰਟ ਵਿੱਚ ਸਾਰਾ ਖਤਮ ਹੀ ਕਰ ਦਿੱਤਾ। ਸਾਰੀ ਸ਼ਕਤੀ ਉਹਨਾਂ ਦੀ ਖਤਮ ਕਰ ਦਿੱਤੀ। ਆਪ ਥੱਕ ਕੇ ਬਹੁ ਮੁੜ ਗਏ। ਫਿਰ ਇਸ ਤਰ੍ਹਾਂ ਉਹ ਪਾਣੀਪਤ ਤੋਂ ਪਿਛਾਂਹ ਹੀ ਨਾ ਅਹਿਮਦ ਸ਼ਾਹ ਅਬਦਾਲੀ ਥੱਕ ਕੇ ਮਰਹੱਟਿਆਂ ਨੂੰ ਕੁੱਟਦਾ ਮਾਰਦਾ ਪਿਛਾਂਹ ਵਾਪਸ ਮੁੜ ਗਿਆ। ਮੁਲਕ ਆਕੀ ਇਹ ਮੁਸਤੇ ਰਹੇ ਹੋ। ਇਸ ਕਰਕੇ ਉਹ ਜਦੋਂ ਅਹਿਮਦ ਸ਼ਾਹ ਅਬਦਾਲੀ ਉੱਥੋਂ ਪਿਛਾਂਹ ਮੁੜ ਗਿਆ, ਪਰ ਇਹ ਉਦੋਂ ਤੋਂ ਲੈ ਕੇ ਨਾ, ਭਾਵ ਜਿਹੜਾ ਸਿੰਘਾਂ ਦਾ ਇਲਾਕਾ ਸੀ, ਮੁਲਕ ਸੀ ਪੰਜਾਬ, ਇਹ ਮੁਲਕ ਦੇ ਵਸ਼ਿੰਦੇ ਸਨ ਅਤੇ ਇਹ ਉਦੋਂ ਤੋਂ ਆਕੀ ਹੋ ਗਏ ਨੇ। ਸੋ ਅਹਿਮਦ ਸ਼ਾਹ ਅਬਦਾਲੀ ਉੱਥੋਂ ਥੱਕ ਕੇ ਮੁੜ ਗਿਆ ਅਤੇ ਇਸ ਕਰਕੇ ਆਕੀ ਹੋ ਗਏ। ਪਿੱਛੋਂ ਇਹ ਮੁਗਲਾਂ ਦੀ ਹੁਣ ਗੱਲ ਮੰਨਦੇ ਨਹੀਂ ਹਨ। ਇਹ ਮੌਕੇ ਦਾ ਹੁਕਮਰਾਨ ਸੀ ਜਿਹੜਾ ਉਹ ਅੰਗਰੇਜ਼ ਨੂੰ ਦੱਸ ਰਿਹਾ ਹੈ। ਸ਼ਾਹੇ ਦੁਸ਼ਟ ਇਮ ਕਪਟ ਉਚਾਰਾ। ਅਤੇ ਇਹਦੇ ਵਿੱਚ ਕੋਈ ਸੱਚੀ ਗੱਲ ਤਾਂ ਹੈ ਨਹੀਂ ਸੀ। ਇਹ ਪਾਤਸ਼ਾਹੀਆਂ ਕਿਸ ਨੇ ਦਿੱਤੀਆਂ ਨੇ, ਮੁਲਕ ਦਾ ਰਾਜ ਭਾਗ ਕਿਹਨੇ ਦਿੱਤਾ ਹੈ,
ਕਿਹੜੇ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਨਾਲ ਪ੍ਰਾਪਤ ਹੋਇਆ, ਕਿਵੇਂ ਇਹਨਾਂ ਪਾਤਸ਼ਾਹਾਂ ਪ੍ਰਾਪਤ ਕੀਤੀਆਂ, ਇਹ ਨਹੀਂ ਦੱਸਿਆ ਸਾਰਾ ਕੁਝ। ਖਾਲਸੇ ਦੀ ਰਚਨਾ ਕਿਵੇਂ ਹੋਈ, ਨਾ ਇਹਨੇ ਕੁਝ ਇਹੀ ਦੱਸਣਾ ਕੀਤਾ ਹੈ। ਇਹ ਅੰਗਰੇਜ਼ ਨੂੰ ਹੋਰ ਹੀ ਆਪਣੇ ਕੋਲੋਂ ਮਨ ਘੜਤ ਗੱਲਾਂ ਬਣਾ ਬਣਾ ਕੇ ਦੱਸ ਰਿਹਾ ਹੈ। ਸਿੰਘਾਂ ਉੱਪਰ ਤੋੜਾ ਝਾੜਾ, ਤੇ ਇਹਨੇ ਸਾਰਾ ਜਿਹੜਾ ਝਾੜ ਸੀ ਨਾ ਸਿੰਘਾਂ ਦੇ ਉੱਤੇ ਝਾੜ ਦਿੱਤਾ ਵੀ ਅੰਗਰੇਜ਼ ਹੁਣ ਆਪੇ ਜਦੋਂ ਆਣ ਕੇ ਇੱਥੇ ਕਾਬਜ਼ ਹੋ ਗਏ, ਉਹਨਾਂ ਦੀ ਇਹਨਾਂ ਦਿੱਲੀ ਲੁੱਟੀ, ਉਹ ਆਣ ਕੇ ਇਹਨਾਂ ਦੇ ਗਲ ਪੈਣਗੇ। ਸੋ ਸਿੰਘਾਂ ਦਾ ਅਤੇ ਅੰਗਰੇਜ਼ਾਂ ਦਾ ਆਪਸ ਵਿੱਚ ਗੋਰਿਆਂ ਦਾ ਝਗੜਾ ਪੈ ਜਾਵੇਗਾ। ਸੋ ਸਿੰਘਾਂ ਦੀ ਸ਼ਕਤੀ ਜਿਹੜੀ ਉਹ ਗੋਰੇ ਆ, ਜਾਂ ਤਾਂ ਉਹ ਨਾਸ ਕਰ ਦੇਣਗੇ ਜਾਂ ਸਿੰਘ ਗੋਰਿਆਂ ਨੂੰ ਮਾਰ ਦੇਣਗੇ, ਇੱਕ ਪਾਸਾ ਹੋ ਜਾਵੇਗਾ। ਇਹ ਮੌਕੇ ਦਾ ਹੁਕਮਰਾਨ ਸੀ ਜਿਹੜਾ ਉਹ ਇਸ ਨਾਲ ਚੁੱਕਣ ਦਾ ਯਤਨ ਕਰ ਰਿਹਾ ਅੰਗਰੇਜ਼ ਨੂੰ। ਸਿੰਘਨ ਕੋ ਨ ਰਹਿਤ ਬਤਾਇਓ, ਤੇ ਜੋ ਖਾਲਸਾ ਪੰਥ ਸੀ ਜਿਹਨੂੰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੋਂ ਬਾਦਸ਼ਾਹੀ ਪ੍ਰਾਪਤ ਹੋਈ ਹੈ, ਸੋ ਉਹਨਾਂ ਦੇ ਨਾਲ ਕਹਿਣ ਲੱਗਾ ਵੀ ਇਹ ਇੱਕ ਆਪਣੀ ਰੈਅਤ ਸੀ, ਇਹ ਆਪਣੀ ਰਿਆਸਤ ਸੀ। ਸੋ ਦੇਸ਼ ਦੀ, ਭਾਰਤ ਦੀ, ਇਹ ਆਪਣਾ ਹੀ ਦੇਸ਼ ਹੈ। ਸੋ ਇਸ ਕਰਕੇ ਇਹ ਨਹੀਂ ਦੱਸਣਾ ਕੀਤਾ ਵੀ ਇਹ ਗੁਰੂ ਨਾਨਕ ਦੇਵ ਮਹਾਰਾਜ ਦੇ ਸਿੱਖ ਨੇ, ਇਹਨਾਂ ਨੂੰ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਉਦੋਂ ਤੋਂ ਬਾਦਸ਼ਾਹ ਬਣਾਇਆ ਹੋਇਆ ਹੈ। ਸੋ ਬੜੇ ਅਜੀਬੋ ਗਰੀਬ ਦੇ ਨਾਲ ਇਹ ਗਲਤ ਇਤਿਹਾਸ ਜਿਹੜਾ ਉਹਨੂੰ ਦੱਸਦਾ ਰਿਹਾ। ਨੀਹਨ ਉਹਨੂੰ ਖਾਲਸਾ ਪੰਥ ਜਤਾਇਓ, ਤੇ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਨੇ ਪੰਥ ਦੀ ਰਚਨਾ ਕੀਤੀ, ਖਾਲਸਾ ਪੰਥ ਦੀ, ਉਹ ਕੋਈ ਵੀ ਗੱਲ ਇਹਨੇ ਦੱਸਣਾ ਨਹੀਂ ਕੀਤੀ, ਝੂਠ ਹੀ ਮਾਰੀ ਗਿਆ ਆਪਣੇ ਕੋਲੋਂ। ਨਹੀਂ ਉਹਨੂੰ ਗੁਰੂ ਨੂੰ ਭੇਦ ਕਛ ਕਹਾ, ਅਤੇ ਨਾ ਹੀ ਉਹਨੇ ਸਤਿਗੁਰਾਂ ਦਾ ਕੋਈ ਭੇਦ ਦੱਸਿਆ ਵੀ ਸੱਚੇ ਪਾਤਸ਼ਾਹ ਨੇ ਕਿਵੇਂ ਸ਼ਕਤੀ ਦਿੱਤੀ, ਕਿਵੇਂ ਭਗਤੀ ਦੀ ਦਾਤ ਵਰਤਾਈ, ਕਿਵੇਂ ਨਾਮ ਜਪਾਇਆ, ਕਿਵੇਂ ਸੱਚੇ ਨਾਮ ਜਪਣ ਦਾ ਉਪਦੇਸ਼ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦਾ ਪੰਥ ਜਿਹੜਾ ਇਹ ਕਿਵੇਂ ਪ੍ਰਫੁੱਲਤ ਹੋਇਆ, ਕੋਈ ਗੱਲ ਵੀ ਨਾ ਦੱਸਣਾ ਕੀਤੀ ਅੰਗਰੇਜ਼ ਨੂੰ। ਉਹਨੂੰ ਭੜਕਾਉਂਦਾ ਹੀ ਰਿਹਾ ਬੈਠਾ। ਇਹ ਗੁਰੂਆਂ ਸ਼ਾਹਨ ਜਿਵੇਂ ਝਗੜਾ ਰਹਿਓ, ਤੇ ਜਿਵੇਂ ਸਤਿਗੁਰਾਂ ਦਾ ਅਤੇ ਬਾਦਸ਼ਾਹ ਦਾ ਆਪਸ ਵਿੱਚ ਝਗੜਾ ਪਿਆ, ਉਹ ਕਾਰਨ ਕੀ ਬਣੇ। ਜਹਾਂਗੀਰ ਵਰਗੇ ਕਹਿੰਦੇ ਰਹੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਾ ਝੂਠ ਦੀ ਦੁਕਾਨ ਖੋਲ੍ਹੀ ਹੈ, ਸੋ ਇਸ ਨੂੰ ਮੈਂ ਬੰਦ ਕਰਨਾ। ਇਸ ਝਗੜੇ ਬਾਰੇ ਇਤਿਆਦਿ ਕੋਈ ਵੀ ਗੱਲ ਦੱਸਣਾ ਨਹੀਂ ਕੀਤੀ ਪੁਰਾਤਨ ਵੀ ਕੀ ਹੋਇਆ ਹੈ। ਦੋਹਰਾ ਸ਼੍ਰੀ ਗੁਰੂ ਨਾਨਕ ਭਇਓ ਜਿਮ ਭਇਓ ਆਗੇ ਵਧਿਓ ਪ੍ਰਤਾਪ, ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ 'ਤੇ ਆਏ, ਗਾਂ ਜੋਤ ਤੋਂ ਜੋਤ ਅੱਗੇ ਪ੍ਰਕਾਸ਼ ਹੁੰਦੀ ਗਈ, ਤੇਜ ਪ੍ਰਤਾਪ ਵੱਧ ਗਿਆ। ਇਹ ਸਾਰਾ ਕੁਝ ਇਹ ਵੀ ਨਹੀਂ ਦੱਸਣਾ ਕੀਤਾ। ਜਿਮ ਬਾਬਰ ਪਰ ਕਿਰਪਾ ਭਈ, ਕਹਿਓ ਨਾ ਮਨ ਰੱਖ ਪਾਪ, ਜਿਵੇਂ ਬਾਬਰ ਨੂੰ ਸੋ ਰਾਜ ਭਾਗ ਦਾ ਬਚਨ ਦਿੱਤਾ ਸੀ ਨਾ, ਸੋ ਮਨ ਵਿੱਚ ਪਾਪ ਰੱਖ ਕਰਕੇ ਅਤੇ ਕੋਈ ਵੀ ਗੱਲ ਸੀ ਉਹ ਜਿਹੜੀ ਦੱਸਣਾ ਨਾ ਕੀਤੀ। ਗੁਰੂ ਨਾਨਕ ਸਾਹਿਬ ਦੀ ਵੀ ਉਸਤਤ ਨਾ ਕੀਤੀ ਕਿ ਕਿਸੇ ਤਰੀਕੇ ਦੇ ਨਾਲ ਇਹ ਜਿਹੜੇ ਸ਼ਕਤੀਸ਼ਾਲੀ ਪੰਥ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਇਹਦੀ ਸ਼ਕਤੀ ਨੂੰ ਨਾਸ ਕਰਵਾ ਦਈਏ। ਬਾਬਰ ਦਾ ਰੂਪ ਹੀ ਬਣ ਗਏ। ਇਹਨਾਂ ਦੇ ਮਨ 'ਚ ਕੋਈ ਰਹਿਮ ਨਾ ਆਇਆ, ਮਨ 'ਚ ਪਾਪ ਰੱਖ ਕਰਕੇ ਤੇ ਅੰਗਰੇਜ਼ ਨੂੰ ਭੜਕਾਉਂਦੇ ਹੀ ਰਹੇ ਹਨ। ਚੌਪਈ ਜਿਵੇਂ ਫਿਰ ਮੁਗਲਨ ਹਿੰਦੂ ਸਤਾਏ, ਜਿਵੇਂ ਫਿਰ ਮੁਗਲਿਆ ਹਕੂਮਤ ਨੇ ਹਿੰਦੁਸਤਾਨੀਆਂ ਨੂੰ ਦੁੱਖ ਦਿੱਤਾ, ਹਿੰਦੂ ਲੋਕਾਂ 'ਤੇ ਕਹਿਰ ਰਟਾਏ, ਉਹ ਵੀ ਕੁਝ ਨਹੀਂ ਇਹਨੇ ਦੱਸਣਾ ਕੀਤਾ ਆਪਣੇ ਰਾਜ ਭਾਗ ਦੀ ਗੱਲ। ਜਿਮ ਉਨ ਸਿੱਖੋ ਗੁਰੂ ਆਕਾਏ, ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਉੱਤੇ ਹੱਲੇ ਬੋਲੇ, ਜਿਵੇਂ ਜਿਵੇਂ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ, ਤਤੀਆਂ ਤਵੀਆਂ 'ਤੇ ਬਿਠਾਇਆ, ਉਬਲਦੀਆਂ ਦੇਗਾਂ ਵਿੱਚ ਬਿਠਾਏ, ਐਸੀ ਕੋਈ ਗੱਲ ਨਹੀਂ ਦੱਸਣਾ ਕੀਤੀ। ਜਿਵੇਂ ਗੁਰੂ ਸਾਹਿਬ ਦੇ ਸਿੱਖ ਪਿਆਰਿਆਂ ਨੂੰ ਕਸ਼ਟ ਦਿੱਤੇ, ਇਹ ਵੀ ਕੁਝ ਨਹੀਂ ਦੱਸਣਾ ਕੀਤਾ ਅੰਗਰੇਜ਼ ਨੂੰ। ਜਿਮ ਜਿਮ ਗੁਰੂਆਂ ਸਿਰੜ ਸੋ ਕੀਓ, ਜਿਵੇਂ ਜਿਵੇਂ ਗੁਰੂ ਸਾਹਿਬਾਨਾਂ ਨੇ ਸਿਰੜ ਕੀਤਾ, ਸਿਦਕ ਕੀਤਾ, ਉਸ ਦੇ ਭਾਣੇ ਨੂੰ ਮੰਨ ਕੇ ਵਿਖਾਇਆ, ਪਰਮੇਸ਼ਰ ਦੇ ਹੁਕਮ ਦੀ ਪਾਲਣਾ ਕੀਤੀ, ਉਹ ਸਾਰਾ ਕੁਝ ਨਹੀਂ ਦੱਸਣਾ ਕੀਤਾ। ਸੋ ਭਾਈ ਜੋ ਵਾਹਿਗੁਰੂ ਕਰਦਾ ਠੀਕ ਹੀ ਕਰਦਾ। ਮਹਾਰਾਜ ਭਾਣੇ ਵਿੱਚ ਰਹਿ ਕੇ ਸ਼ਹੀਦੀ ਪ੍ਰਾਪਤ ਕਰ ਗਏ, ਇਹਨੇ ਕੁਝ ਵੀ ਉਹ ਜ਼ਿਕਰ ਨਹੀਂ ਕੀਤਾ। ਸੀਸ ਦਿਓ ਔਰ ਸਿਰ ਨਾ ਦਿਓ, ਉਹਨਾਂ ਨੇ ਸੀਸ ਤਾਂ ਵਾਰ ਦੇਣਾ ਕੀਤਾ ਸਤਿਗੁਰਾਂ ਨੇ, ਪਰ ਆਪਣਾ ਸਿਦਕ ਨਹੀਂ ਛੱਡਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਗੈਰ ਧਰਮ ਦੀ ਖਾਤਰ ਆਪਣੀ ਸ਼ਹਾਦਤ ਦੇ ਦਿੱਤੀ, ਪਰ ਆਪਣਾ ਸਿਦਕ ਨਹੀਂ ਛੱਡਣਾ ਕੀਤਾ। ਜੇ ਬਿਦਬੈਰਨ ਸ਼ਾਹੋ ਗੁਰੂ ਭਾਇਓ, ਤੇ ਜਿਸ ਤਰੀਕੇ ਨਾਲ ਬਾਦਸ਼ਾਹ ਦਾ ਅਤੇ ਗੁਰੂਆਂ ਦਾ ਆਪਸ ਵਿੱਚ ਵੈਰ ਕਈ ਵਾਰੀ ਹੁੰਦਾ ਗਿਆ, ਉਹ ਇਹਨਾਂ ਦੱਸਣਾ ਨਹੀਂ ਕੀਤਾ। ਮੁਗਲਿਆ ਹਕੂਮਤ ਜੋ ਉਸ ਵਕਤ ਬਾਦਸ਼ਾਹ ਸਨ,
ਜਿਮ ਗੁਰ ਹੁਕਮ ਪੰਥ ਰਚਿਓ, ਜਿਵੇਂ ਸਤਿਗੁਰਾਂ ਦੇ ਹੁਕਮ ਨਾਲ ਪੰਥ ਦੀ ਸਾਧਨਾ ਕੀਤੀ। ਧੰਨ ਕਲਗੀਧਰ ਦਸ਼ਮੇਸ਼ ਪਿਤਾ ਨੇ। ਮੈਂ ਆਪਣਾ ਸੁਤ ਤੋਹਿ ਨਵਾਜਾ, ਪੰਥ ਪ੍ਰਚੰਡ ਕਰਬੇ ਕੋ ਸਾਜਾ। ਕਲਗੀਧਰ ਪਾਤਸ਼ਾਹ ਮਹਾਰਾਜ ਤਾਂ ਆਪਣੀ ਕਲਮ ਤੋਂ ਲਿਖਦੇ ਨੇ ਕਿ ਮੈਂ ਪਰਮੇਸ਼ਰ ਨੇ ਮੈਨੂੰ ਆਪਣਾ ਸੁੱਤ ਕਹਿ ਕੇ, ਆਪਣਾ ਪੁੱਤਰ ਕਹਿ ਕੇ ਨਵਾਜਣਾ ਕੀਤਾ। ਇਹ ਪੰਥ ਦੀ ਸਾਧਨਾ ਕਰਨ ਵਾਸਤੇ ਮੈਨੂੰ ਭੇਜਣਾ ਕੀਤਾ ਸੰਸਾਰ ਦੇ। ਪੰਥ ਮਦਦ ਕੋ ਚੰਡ ਜਗਾਈ, ਜਿਵੇਂ ਅੱਗੇ ਪੰਥ ਦੀ ਮਦਦ ਵਾਸਤੇ ਇਕੱਲਾ ਪੰਥ ਪੈਦਾ ਹੀ ਨਹੀਂ ਕੀਤਾ, ਉਹਦੀ ਰੱਖਿਆ ਵੀ ਕੀਤੀ ਹੈ। ਸੋ ਇਹ ਸਾਰੀਆਂ ਗੱਲਾਂ ਸੀ ਜਿਹੜੀਆਂ ਨਾ ਉਹਨਾਂ ਨੂੰ ਗੁਪਤ ਹੀ ਰੱਖਿਆ ਕੀਤਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਬੰਦਗੀ ਭਗਤੀ ਸ਼ਕਤੀ ਸੀ, ਇਹ ਕੁਝ ਵੀ ਪ੍ਰਗਟਾਵਾ ਨਹੀਂ ਕੀਤਾ ਕਿ ਮਹਾਰਾਜ ਨੇ ਕਿਵੇਂ ਹੁਕਮਾਂ ਦੀ ਪਾਲਣਾ ਕੀਤੀ ਹੈ, ਕਿਵੇਂ ਪੰਥ ਦੇ ਵਿੱਚ ਚੰਡੀ ਪ੍ਰਗਟ ਕੀਤੀ, ਕਿਵੇਂ ਪੰਥ ਵਿੱਚ ਸ਼ਕਤੀਆਂ ਬਖਸ਼ਿਸ਼ ਕੀਤੀਆਂ, ਕੁਝ ਵੀ ਨਹੀਂ ਦੱਸਣਾ ਕੀਤਾ। ਚੰਡ ਭੇਟ ਦੇ ਭੇਟ ਲਗਾਈ, ਆਪਣੇ ਸਪੁੱਤਰਾਂ ਤੀਕਰ ਇਸ ਚੰਡੀ ਦੇ ਸਪੁਰਦ ਆਪਣੇ ਪੁੱਤਰਾਂ ਤੱਕ ਵੀ ਕਰ ਦਿੱਤਾ। ਸਾਰਾ ਸਰਬੰਸ ਹੀ ਸ਼ਸਤਰ ਦੇ ਨਾਲ ਕੁਰਬਾਨ ਕਰਵਾ ਦਿੱਤਾ। ਸੋ ਕੋਈ ਐਸਾ ਸੰਸਾਰ 'ਤੇ ਸ਼ਕਤੀ ਵਾਲਾ ਵੇਖਿਆ ਹੈ ਜਿਹਨੇ ਭਈ ਆਪਣਾ ਪਰਿਵਾਰ, ਆਪਣਾ ਸਰਬੰਸ ਹੀ ਆਪਣੇ ਧਰਮ ਤੋਂ ਕੁਰਬਾਨ ਕੀਤਾ ਹੋਵੇ। ਇਹ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਹੀ ਕਿਰਪਾ ਕਰ ਸਕਦੇ ਆ, ਜਿਨ੍ਹਾਂ ਨੇ ਆਪਣਾ ਸਾਰੇ ਦਾ ਸਾਰਾ ਸਰਬੰਸ ਵਾਰ ਦਿੱਤਾ ਆਪਣੇ ਧਰਮ ਦੀ ਖਾਤਰ, ਜ਼ੁਲਮ ਨੂੰ ਨਾਸ ਕਰਨ ਦੀ ਖਾਤਰ। ਸੋ ਇਹਦੇ ਬਾਰੇ ਕੋਈ ਵੀ ਇਹਨੇ ਨਿਰਣਾ ਨਹੀਂ ਕੀਤਾ। ਦੇਹ ਆਪਣੀ ਵੀ ਚੰਡ ਚੜ੍ਹਾਈ, ਅਤੇ ਕਵੀ ਜੀ ਕਹਿੰਦੇ ਵੀ ਇਹ ਵੀ ਨਹੀਂ ਦੱਸਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਾਂ ਆਪ ਸੋ ਸ਼ਸਤਰਾਂ ਦੇ ਨਾਲ ਇੰਨਾ ਪਿਆਰ ਸੀ ਵੀ ਆਪਣੇ ਸਰੂਪ ਵੀ ਜਿਹੜਾ ਸੀ ਉਹ ਬਹੁਤ ਜ਼ਿਆਦਾ, ਆਪਣੇ ਸਰੂਪ ਦੇ ਦੁਆਰਾ ਵੀ, ਆਪਣੇ ਪਾਵਨ ਮੁਖ ਦੇ ਦੁਆਰਾ ਵੀ ਇਹ ਬਚਨ ਕਰਦੇ ਸਨ ਵੀ ਸਾਡੇ ਸਰੂਪ ਸਾਡੇ ਸ਼ਸਤਰ ਨੇ। ਸਹਿਬ ਸਰੋਈ ਸਹਿਤੀ ਜੈ ਹਮਾਰੇ ਪੀਰ, ਇਹ ਸ਼ਸਤਰ ਹੀ ਸਾਡੇ ਪੀਰ ਨੇ, ਸਾਡੇ ਸ਼ਸਤਰ ਸਾਡੇ ਇਸ਼ਟ ਨੇ। ਸ਼ਸਤਰਾਂ ਦੀ ਤਾਂ ਪੂਜਾ ਮਹਾਰਾਜ ਸੱਚੇ ਪਾਤਸ਼ਾਹ ਆਪ ਵੀ ਕਰਦੇ ਰਹੇ ਵੀ ਇਹ ਸ਼ਸਤਰ ਬਹੁਤ ਸਮਰੱਥ ਹਨ, ਤੋਂ ਬਹੁਤ ਤੁਰਕਨ ਸਿਰ ਭਈ ਬੁਰਾਈ। ਇਹ ਜੋ ਬੁਰਿਆਈ ਸੀ ਨਾ, ਅੰਤ ਸਮੇਂ ਸਤਿਗੁਰਾਂ ਨੇ ਉਹ ਛੇੜ ਕੇ ਉਹਨਾਂ ਦੇ ਪਠਾਨ ਪਹਿੰਦੇ ਖਾਂ ਦੇ ਜਿਹੜੇ ਪੋਤਰੇ ਸਨ, ਉਹਨਾਂ ਨੇ ਗਾਂਹ ਸ਼ਸਤਰ ਚਲਾਏ ਨੰਦੇੜ ਵਿੱਚ ਜਾ ਕੇ। ਆਪਣੀ ਦੇਹ ਸੀ, ਆਪਣਾ ਸਰੀਰ, ਉਹ ਵੀ ਭਾਵ ਕੇ ਸ਼ਸਤਰ ਦੀ ਚੰਡ ਚੜ੍ਹਾਈ, ਸ਼ਸਤਰ ਦੀ ਭੇਟ ਕੀਤਾ। ਸ਼ਸਤਰ ਨੂੰ ਸਰੀਰ ਭੇਟ ਕਰ ਦੇਣਾ, ਸ਼ਸਤਰ ਦੇ ਲੱਗਿਆਂ ਜਿਹੜੇ ਵਿਦਵਾਨ ਨੇ ਪੰਥ ਦੇ, ਉਹ ਕਹਿੰਦੇ ਨੇ ਵੀ ਇਹ ਸਰੀਰ ਪਵਿੱਤਰ ਹੁੰਦਾ ਹੈ। ਸੋ ਇਤਿਹਾਸ ਵਿੱਚ ਇਹ ਵੀ ਜ਼ਿਕਰ ਆਉਂਦਾ ਕਿ ਭਾਈ ਤਾਰਾ ਸਿੰਘ ਜੀ, ਬਾਬਾ ਤਾਰਾ ਸਿੰਘ ਸਾਹਿਬ ਜੀ ਵਾਂ ਵਾਲੇ, ਵਾਂ ਨਗਰ ਹੈ ਸੋ ਅੰਮ੍ਰਿਤਸਰ ਤਰਨ ਤਾਰਨ ਜ਼ਿਲ੍ਹੇ ਦਾ, ਉੱਥੇ ਮਹਾਂਪੁਰਖਾਂ ਦਾ ਵਾਸਾ ਸੀ। ਹਰ ਰੋਜ਼ ਹੀ ਉੱਠ ਕਰਕੇ ਸਿੰਘਾਂ ਦੀ ਸੇਵਾ ਕਰਾਉਣੀ। ਪੰਥ ਦੇ ਵਿੱਚ ਜਿਹੜੇ ਰਹਿੰਦੇ ਸਿੰਘ ਨੇ ਜਥੇ ਵਿੱਚ, ਉਹਨਾਂ ਦੀ ਨਹਾਉਣ ਧੋਣ ਦੀ, ਉਹਨਾਂ ਦੀ ਇਸ਼ਨਾਨ ਕਰਨ ਦੀ ਸੇਵਾ ਕਰਾਉਂਦੇ ਸੀ। 4 ਚੁਫੇਰਿਓਂ ਫੌਜ ਚੜ੍ਹ ਕੇ ਆਈ ਅਤੇ ਸਿੰਘਾਂ ਨੇ ਕਿਹਾ ਵੀ ਅੱਜ ਸਾਨੂੰ ਸੇਵਾ ਦਾ ਮੌਕਾ ਦਿਓ, ਅੱਜ ਤੁਸੀਂ ਸਾਡੇ ਵੱਡੇ ਹੋ, ਜਰਨੈਲ ਹੋ ਸਾਡੇ, ਅਸੀਂ ਤੁਹਾਡੀ ਸੇਵਾ ਕਰ ਸਕੀਏ, ਸੋ ਸਾਨੂੰ ਵੀ ਪਵਿੱਤਰਤਾ ਬਖਸ਼ਿਸ਼ ਕਰੋ। ਸੁਖ ਸਵਾਗਤ ਕਹਿਣ ਲੱਗੇ, ਹੁਣ ਇਸ਼ਨਾਨ ਕਰਾਇਆ, ਹੁਣ ਸਾਡੀ ਸੇਵਾ ਕੀਤੀ, ਇੰਨੀ ਛੇਤੀ ਨਹੀਂ, ਸੋ ਤੁਹਾਨੂੰ ਵੱਡਾ ਭਾਰੀ ਫਲ ਮਿਲਦਾ। ਹੁਣ ਤਾਂ ਜੇ ਸਰੀਰ ਪਵਿੱਤਰ ਕਰਨਾ ਹੈ ਨਾ, ਤਾਂ ਫਿਰ ਮੈਦਾਨੇ ਜੰਗ ਵਿੱਚ ਜੂਝ ਕੇ ਆਪਣਾ ਸਰੀਰ ਸ਼ਸਤਰ ਦੇ ਅੱਗੇ ਭੇਟਾ ਕਰੋ, ਫਿਰ ਸਰੀਰ ਪਵਿੱਤਰ ਹੋਵੇਗਾ। ਸੋ ਇਉਂ ਸਰਬੰਸ ਦਾ ਨਹੀਂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੀ ਕੋਈ ਕਥਾ ਹੀ ਨਾ ਦੱਸੀ, ਕੋਈ ਪੰਥ ਦਾ ਕੋਈ ਯੋਗਦਾਨ ਹੀ ਨਾ ਦੱਸਿਆ ਵੀ ਇਸ ਹਕੂਮਤ ਨੂੰ ਬਚਾਉਣ ਵਾਸਤੇ, ਇਸ ਰਾਜ ਭਾਗ ਨੂੰ ਬਚਾਉਣ ਵਾਸਤੇ, ਮੁਲਖਈਏ ਨੂੰ ਬਚਾਉਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਕੀਤਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਨਾ ਦਿੱਲੀ ਵਿੱਚ। ਸਾਹਿਬਜ਼ਾਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਧਰਮ ਯੁੱਧ ਦੀ ਰਚਨਾ ਕੀਤੀ, ਮੁਗਲਾਂ ਨਾਲ ਲੋਹਾ ਲੈਣ ਵਾਸਤੇ ਸਾਰਾ ਕੁਝ ਤਿਆਰੀ ਕੀਤੀ, ਖਾਲਸਾ ਪੰਥ ਦੀ ਰਚਨਾ ਕੀਤੀ। ਇਹ ਕੋਈ ਪੜਦਾ ਹੀ ਖੋਲ੍ਹਿਆ ਹੀ ਨਾ ਉਹਨਾਂ ਨੇ। ਪੰਥ ਖਾਤਰ ਗੁਰ ਇਤੀ ਕਮਾਈ, ਪੰਥ ਦੇ ਖਾਤਰ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਵੱਡੀ ਕਮਾਈ ਕੀਤੀ ਹੈ। ਖਾਲਸੇ ਪੰਥ ਦਾ ਸਰੂਪ ਸਾਜਿਆ, ਕੋਈ ਗੱਲ ਪ੍ਰਗਟ ਨਾ ਕੀਤੀ ਹੈ ਨਾ, ਸੋ ਦੁਸ਼ਟ ਨੇ ਨਹੀਂ ਸੁਣਾਈ। ਇਹ ਦੁਸ਼ਟ ਸੀ ਹੁਕਮਰਾਨ, ਉਹਨੇ ਅੰਗਰੇਜ਼ ਦੇ ਨਾਲ ਕੋਈ ਬਚਨ ਸਾਂਝੇ ਨਾ ਕੀਤੇ। ਦੋਹਰਾ ਆਪਾ ਪੀਏ ਅਪਰਾਧ ਮੈਨ ਸ਼ੀਰ ਖੋਰ ਗੁਰਬਾਲ। ਅਤੇ ਇਹ ਜਿਹੜੇ ਲੋਕ ਸੀ ਨਾ, ਇਹ ਵੀ ਨਾ ਦੱਸਣਾ ਕੀਤਾ ਵੀ ਸਾਡੀ ਹਕੂਮਤ ਨੇ ਕਿੰਨੇ ਵੱਡੇ ਵੱਡੇ ਮਹਾਨ ਅਪਰਾਧ ਕੀਤੇ ਨੇ।
ਸੋ ਦੁੱਧ ਪੀਂਦੇ ਬੱਚਿਆਂ ਤੱਕ, ਛੋਟੇ ਛੋਟੇ ਬੱਚਿਆਂ ਤੱਕ ਇਹਨਾਂ ਜ਼ੁਲਮ ਕੀਤਾ। ਕੋਈ ਵਿਚਾਰ ਨਹੀਂ ਕੀਤੀ, ਕੋਈ ਸੋਚ ਨਹੀਂ ਕੀਤੀ ਵੀ ਬੱਚੇ ਨਿਰਦੋਸ਼ ਹਨ। ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ। ਸੋ ਨਿਰਦੋਸ਼ ਬੱਚੇ ਸਨ, ਇਹਨਾਂ ਨੂੰ ਸੋ ਸ਼ਹੀਦ ਇਹਨਾਂ ਦੇ ਕੋਲੋਂ ਬਦਲਾ ਕੀ ਲਿਆ ਜਾਣਾ ਚਾਹੀਦਾ। ਐਸੇ ਨੀਚ ਕਰਮ ਕਮਾਏ, ਛੋਟੀਆਂ ਛੋਟੀਆਂ ਮਾਸੂਮ ਜਿੰਦਾਂ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ। ਬੇਦੋਸ਼ੇ ਫੜ ਗਲ ਕੱਟਿਓ, ਕਹਿਓ ਨਾ ਊਨੇ ਹਵਾਲ। ਤੇ ਬੇਦੋਸ਼ੇ ਜਿਹੜੇ ਹੋਰ ਵੀ ਸਿੱਖ ਬੱਚੇ ਸਨ, ਸਾਹਿਬਜ਼ਾਦਿਆਂ ਦੇ ਸਮੇਤ ਕਈਆਂ ਨੂੰ ਤਸੀਹੇ ਦਿੱਤੇ। ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ। ਕੋਹ ਕੇ ਮਾਰਿਆ, ਜ਼ਿਬਹਾ ਕੀਤਾ, ਕਿਉਂਕਿ ਨੀਹਾਂ ਵਿੱਚ ਉਹਨਾਂ ਨੂੰ ਚਿਣ ਦਿੱਤਾ। ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹ ਫਟ ਗਈ, ਸਰੀਰ ਡਿੱਗ ਪਏ, ਫਿਰ ਵੀ ਅਜੇ ਜਿਉਂਦੇ ਸਨ। ਕਾਜ਼ੀ ਨੇ ਹੁਕਮ ਦਿੱਤਾ ਇਹਨਾਂ ਨੂੰ ਜ਼ਿਬਹਾ ਕੀਤਾ ਜਾਵੇ, ਗਲ 'ਤੇ ਛੁਰੀ ਫੇਰ ਕੇ ਸ਼ਹੀਦ ਕਰ ਦਿੱਤੇ। ਇਸ ਤਰ੍ਹਾਂ ਦੇ ਹੋਰ ਵੱਡੇ ਅਪਰਾਧ ਕੀਤੇ, ਉਹ ਵੀ ਇਹਨੇ ਕੋਈ ਜ਼ਿਕਰ ਨਾ ਕੀਤਾ। ਇਤਨਾ ਜ਼ੁਲਮ, ਇਤਨਾ ਪਾਪ ਵੀ ਸਾਡੇ ਰਾਜ ਭਾਗ 'ਚ ਹੋਇਆ, ਕੁਝ ਦੱਸਣਾ ਨਾ ਕੀਤਾ। ਚੌਪਈ ਫਿਰ ਬਹਾਦਰ ਸ਼ਾਹ ਗੁਰ ਲਿਓ ਰਜਾਈ। ਫਿਰ ਬਹਾਦਰ ਸ਼ਾਹ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪ੍ਰਸੰਨ ਕਰ ਲਿਆ। ਚਿੱਠੀਆਂ ਲਿਖ ਲਿਖ ਕੇ ਨੰਦ ਲਾਲ ਪ੍ਰੋਹਤ ਦੇ ਰਾਹੀਂ ਭੇਜਦਾ ਸੀ, ਮਹਾਰਾਜ ਕਿਰਪਾ ਕਰੋ। ਸੋ ਔਰੰਗਜ਼ੇਬ ਨੇ ਹੁਕਮ ਕਰ ਦਿੱਤਾ ਵੀ ਤੂੰ ਇਹ ਇਲਾਕਾ ਛੱਡ ਜਾ। ਸੋ ਮਹਾਰਾਜ ਸੱਚੇ ਪਾਤਸ਼ਾਹ ਮੇਰੇ 'ਤੇ ਕਿਰਪਾ ਕਰੋ। ਬਹਾਦਰ ਸ਼ਾਹ ਜਿਹੜਾ ਸੀ, ਉਹ ਮਹਾਰਾਜ ਸੱਚੇ ਪਾਤਸ਼ਾਹ ਆਨੰਦ ਚੰਦ ਪ੍ਰੋਹਤ ਦੇ ਨਾਲ ਪਿਆਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਸਾਂਝ ਬਣਾਈ। ਸੋ ਗੁਰੂ ਜੀ ਦੀ ਪ੍ਰਸੰਨਤਾ ਹੋਈ, ਪ੍ਰਸੰਨ ਹੋ ਕੇ ਉਹਨੂੰ ਰਾਜ ਦਿੱਤਾ ਸੀ, ਉਹ ਵੀ ਦੱਸਣਾ ਨਾ ਕੀਤਾ। ਪਾਤਸ਼ਾਹਾਂ ਕੀ ਉਹ ਸਭ ਕਲਾ ਦਿਖਾਈ, ਪਾਤਸ਼ਾਹ ਬਣਾ ਕੇ ਸਾਰੀ ਬਾਦਸ਼ਾਹੀ ਉਹਨੂੰ ਦਿੱਤੀ, ਕਲਾ ਵਿਖਾਈ ਮਹਾਰਾਜ ਨੇ, ਕੋਈ ਜ਼ਿਕਰ ਨਹੀਂ ਕੀਤਾ। ਭੇਜ ਬੰਦੇ ਕੋ ਫਿਰ ਖੋਏ ਲਈ। ਫਿਰ ਜਦੋਂ ਇਹ ਨਾ ਫਿਰ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਪਹਿਰਾ ਦੇ ਸਕਿਆ, ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜ ਕਰਕੇ ਸੋ ਇਹ ਸਾਰੀ ਬਾਦਸ਼ਾਹੀ ਫਿਰ ਵਾਪਸ ਵੀ ਲੈਣਾ ਕੀਤੀ। ਤੱਤ ਖਾਲਸੇ ਪੈ ਸੋਊ ਆਈ। ਤੱਤ ਖਾਲਸੇ ਦੀਆਂ ਗੱਲਾਂ ਆ ਗਈਆਂ, ਉਹਨਾਂ ਦਾ ਪ੍ਰਸੰਗ ਵੀ ਆ ਗਿਆ ਅੱਗੇ। ਉਹ ਵੀ ਕਵੀ ਜੀ ਕਹਿੰਦੇ ਜ਼ਿਕਰ ਕਰਾਂਗੇ। ਕਹੀ ਗੱਲ ਨਾ ਬਹੁ ਗੁਰਨ ਕੀ, ਆਓ ਕਹੀ ਗੱਲ ਨਾ ਵਹਿ ਪੰਥ ਕੀ। ਨਾ ਤਾਂ ਇਸ ਹੁਕਮਰਾਨ ਨੇ ਗੋਰੇ ਦੇ ਨਾਲ, ਲੋਨੀ ਅਖਤਰ ਦੇ ਨਾਲ ਕੋਈ ਪੰਥ ਦੀ ਗੱਲ ਕੀਤੀ, ਨਾ ਹੋਰ ਇਤਿਆਦਿਕ ਕੋਈ ਸਾਂਝ ਪਾਈ। ਸੋ ਇਹ ਤਾਂ ਮਨ ਵਿੱਚ ਪਾਪ ਰੱਖ ਕਰਕੇ ਨਾ ਤੇ ਬਾਦਸ਼ਾਹੀ ਦੀ ਗੱਲ ਨਾ ਜਤਾਈ, ਕੋਈ ਗੁਰੂਆਂ ਦਾ, ਕੋਈ ਖਾਲਸੇ ਪੰਥ ਬਾਰੇ ਜ਼ਿਕਰ ਨਾ ਕੀਤਾ। ਘੁਲਤੇ ਬੀਤੇ ਬਰਸ ਬਹੁ ਪਾਤਸ਼ਾਹ ਓ ਗੁਰ ਸੰਤ। ਇਉਂ ਭਿੜਦਿਆਂ ਲੜਦਿਆਂ ਕਈ ਸੈਂਕੜੇ ਬਰਸ ਬੀਤ ਗਏ, ਉਹ ਸਦੀ ਲੰਘੀ ਲੜਦਿਆਂ ਭਿੜਦਿਆਂ। ਗੁਰੂ ਪੰਥ ਦੀ ਕਥਨੀ ਇਹਨੇ ਕੋਈ ਵੀ ਨਹੀਂ ਕੀਤੀ। ਬੰਦ ਸਿੱਖਾਂ ਕਟਾਏ, ਖੋਪਰੀ ਸਿਰੋਂ ਉਤਾਰ। ਵੀ ਸਿੱਖਾਂ ਨੇ ਬੰਦ ਵੀ ਕਟਵਾਏ, ਖੋਪਰੀਆਂ ਵੀ ਉਤਾਰ ਲਈਆਂ ਧਰਮ ਆਪਣੇ ਦੀ ਖਾਤਰ। ਕੋਈ ਸਾਡੀ ਕੁਰਬਾਨੀ ਦਾ ਜ਼ਿਕਰ ਨਹੀਂ ਕਰਨਾ ਕੀਤਾ ਹੈ। ਪਿੰਡ ਪਿੰਡ ਸੂਲੀ ਗਡਾਏ, ਹਾਰ ਗੰਜ ਮੁਗਲ ਬਲ। ਫਿਰ ਸਾਡੇ ਪੰਥ 'ਤੇ ਅਤਿਆਚਾਰ ਕਰਦਿਆਂ ਪਿੰਡੋ ਪਿੰਡ ਸੂਲੀਆਂ ਗਡਾਈਆਂ, ਸੂਲੀਆਂ 'ਤੇ ਚਾੜ ਕੇ ਸਿੰਘ ਸ਼ਹੀਦ ਕਰਦੇ ਰਹੇ। ਸੋ ਚਰਖੜੀਆਂ ਬਣਾ ਕੇ ਟੰਗੀਆਂ ਗਈਆਂ, ਡਰਾਇਆ ਧਮਕਾਇਆ ਗਿਆ ਸਿੰਘਾਂ ਨੂੰ। ਚੌਪਈ ਔਰ ਨਾਦਰ ਗੱਲ ਸਭ ਹੀ ਨਾ ਕਹੀ। ਤੇ ਜਿਵੇਂ ਨਾਦਰ ਸ਼ਾਹ ਹਿੰਦੁਸਤਾਨ ਵਿੱਚ ਆਇਆ, ਜਿਵੇਂ ਨੇ ਮੁਗਲਾਂ ਨੂੰ ਡੰਡ ਲਾਇਆ, ਖਜ਼ਾਨਾ ਲੁੱਟ ਕੇ ਲੈ ਗਿਆ, ਇਹਦੇ ਬਾਰੇ ਵੀ ਕੁਝ ਨਾ ਦੱਸਣਾ ਕੀਤਾ। ਦਿੱਲੀ ਲੁੱਟੀ ਜਿਹਨੇ ਕਤਲ ਕਰ ਹੀ, ਜਿਹਨੇ 70,000 ਕਤਲ ਕਰਕੇ ਸੋ ਦਿੱਲੀ ਲੁੱਟੀ, ਸੋ ਇੱਕੋ ਦਿਨ ਦੇ ਅੰਦਰ। ਇਹ ਸਾਰਾ ਕੁਝ ਕੋਈ ਵੀ ਗੱਲ ਉਹਨੇ ਜਤਾਉਣਾ ਨਾ ਕੀਤੀ। ਬਾਦਸ਼ਾਹ ਨੇ ਦਿੱਲੀ ਦੇ ਤਖਤ ਦੇ ਉੱਤੇ ਜਿਹੜਾ ਪਾਤਸ਼ਾਹ ਬਣ ਕੇ ਬੈਠਾ ਸੀ, ਉਸ ਕੋਪਈ ਸਿੰਘ ਲੁੱਟਦੇ ਰਹੇ। ਤੇ ਉਹ ਜਿਹੜਾ ਨਾਦਰ ਸੀ ਨਾ, ਉਹਦੀ ਵੀ ਸਿੰਘਾਂ ਨੇ ਬੰਬ ਬੁਲਾਈ ਹੋਈ ਸੀ। ਨਾਦਰ ਸ਼ਾਹ ਆਪਣੇ ਆਪ ਨੂੰ ਬੜਾ ਕਹਿੰਦਾ ਕਹਾਉਂਦਾ ਸੀ, ਪਰ ਉਹਨੂੰ ਵੀ ਸਿੰਘਾਂ ਨੇ ਲੁੱਟਿਆ, ਉਹਦਾ ਸਮਾਨ ਲੁੱਟ ਕੇ ਲੈ ਜਾਂਦੇ ਰਹੇ। ਸੋਮਨਾਥ ਦੇ ਦਰਵਾਜ਼ਿਆਂ ਤੀਕਰ ਖਾਲਸੇ ਨੇ ਖੋਹ ਕੇ ਇੱਥੇ ਰੱਖੇ। ਬੜੀਆਂ ਇਹੋ ਜਿਹੀਆਂ ਲੁੱਟਾਂ ਕਰਕੇ ਜਾਂਦਾ। 70,000 ਜਿਹੜਾ ਬੰਦਾ ਮਾਰ ਕੇ ਲੁੱਟ ਕੇ ਲਿਜਾਂਦਾ ਸੀ ਦਿੱਲੀ, ਉਹਦੇ ਹੱਥੋਂ ਬਹੂ ਬੇਟੀਆਂ ਛੁਡਾ ਕੇ ਘਰ ਦੇ ਵਿੱਚ ਭੇਜ ਦੇਣੀਆਂ ਕੀਤੀਆਂ, ਘਰੋਂ ਘਰੀ ਪਹੁੰਚਾਈਆਂ ਆਪਣੇ ਖਰਚੇ 'ਤੇ ਸਿੰਘਾਂ ਨੇ। ਇਹ ਜਿਹੜੇ ਮੁਗਲ ਇਹ ਸੀ ਨਾ, ਇਹ ਤਾਂ ਅੰਗਰੇਜ਼ ਕੋਲ ਝੂਠ ਹੀ ਮਾਰਦਾ ਰਿਹਾ ਹੈ। ਕਾਬਲ ਕੰਧਾਰ ਦੇ ਰਾਹੇ ਲੁੱਟ ਖਾਏ। ਕਾਬਲ ਕੰਧਾਰ ਦੇ ਰਾਹ ਲੁੱਟ ਕੇ ਜਿਵੇਂ ਸਿੰਘਾਂ ਨੇ ਆਪਣਾ ਗੁਜ਼ਾਰਾ ਕੀਤਾ, ਉਹਨਾਂ ਦੁਸ਼ਟਾਂ ਨੂੰ ਲੁੱਟ ਕੇ ਉਹ ਖਾਂਦੇ ਸਨ, ਕਿਉਂਕਿ ਸਿੰਘਾਂ ਵੇਲੇ ਕਿਰਤ ਦਾ ਬਿਰਤ ਦਾ ਕਰਨੀ ਨਹੀਂ ਸੀ ਕੋਈ ਦਿੰਦਾ।
ਸੋ ਕਿਤੇ ਪਿੰਡ ਟਿਕਾਣਾ ਰਹਿ ਨਹੀਂ ਸੀ ਦਿੰਦੇ ਸਿੰਘਾਂ ਨੂੰ। ਜਿੱਥੇ ਕੋਈ ਪਿੰਡ ਵਿੱਚ ਸਿੰਘ ਪ੍ਰਗਟ ਹੋ ਜਾਵੇ ਉਸ ਪਿੰਡ ਨੂੰ ਥੇ ਬਣਾ ਦਿੰਦੇ ਸਨ ਮੁਗਲ। ਫਿਰ ਇਹ ਤਾਂ ਫਿਰ ਅਖੀਰਲਾ ਹਥਿਆਰ ਸੀ ਵੀ ਸ਼ਸਤਰ ਦੇ ਬਲ ਦੇ ਨਾਲ ਸੋ ਜਿਹੜੀ ਇਹ ਦੁਸ਼ਟ ਲੋਕ ਸੀ ਇਹਨਾਂ ਨੂੰ ਲੁੱਟਣਾ ਕੁੱਟਣਾ, ਇਹਨਾਂ ਦੇ ਕੀਤੇ ਦੀ ਸਜ਼ਾ ਇਹਨਾਂ ਨੂੰ ਦੇਣੀ। ਏਡੀਆਂ ਵੱਡੀਆਂ ਘਾਲਣਾ ਸੀ, ਇਹਨੇ ਕੋਈ ਵੀ ਜ਼ਿਕਰ ਨਾ ਕੀਤਾ। ਫਿਰ ਅਹਿਮਦ ਸ਼ਾਹ ਲਾਹੌਰ ਮੱਲ ਬਹਿਓ। ਅਹਿਮਦ ਸ਼ਾਹ ਅਬਦਾਲੀ ਜਦੋਂ ਲਾਹੌਰ ਮੱਲ ਕੇ ਬਹਿ ਗਿਆ, ਉਹਨੇ ਸ੍ਰੀ ਹਰਿਮੰਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਘਰ ਉਹਨੂੰ ਵੀ ਢਹਾਉਣਾ ਕੀਤਾ। ਦਿੱਲੀ ਆਗਰੋ ਸਭ ਮੱਲ ਲਿਓ। ਦਿੱਲੀ ਤੋਂ ਆਗਰੇ ਤੱਕ ਜਿਹੜਾ ਇਲਾਕਾ ਸੀ ਉਹਨੇ ਸਾਰਾ ਮੱਲ ਲੈਣਾ ਕੀਤਾ ਅਹਿਮਦ ਸ਼ਾਹ ਅਬਦਾਲੀ ਨੇ। ਫਿਰ ਉਹਨੇ ਸਾਰਿਆਂ ਤੋਂ ਆਪਣਾ ਟੈਕਸ ਵਸੂਲਣਾ ਕੀਤਾ। ਸੋ ਸਿੰਘਾਂ ਦਾ ਉਹ ਨਕਾਰ ਉਹ ਵੀ ਸਿੰਘਾਂ ਨੇ ਲਾਹੌਰ ਤੋਂ ਭਜਾਇਆ ਸੀ। ਸੋ ਕਿਵੇਂ ਮੁਰਦਿਆਂ ਦੇ ਵਿੱਚ ਪੈ ਕੇ ਇਹਦਾ ਪੁੱਤਰ ਤੈਮੂਰ ਸ਼ਾਹ ਜਿਹੜਾ ਆਪਣੇ ਆਪ ਨੂੰ ਬੜਾ ਬਲੀ ਗਿਣਦਾ ਸੀ, ਸਾਰੀ ਰਾਤ ਮੁਰਦਿਆਂ ਦੇ ਵਿੱਚ ਹੀ ਪਿਆ ਰਿਹਾ। ਜਦੋਂ ਪੰਥ ਵਾਪਸ ਮੁੜਿਆ ਨੂੰ ਮਰਿਆ ਸਮਝ ਕੇ ਤੇ ਫੇਰ ਉੱਠ ਕੇ ਭੱਜਿਆ ਸੀ ਮੌਤ ਦੇ ਰਾਹ। ਸੋ ਮੁਰਦਿਆਂ ਦੇ ਰਾਹ ਨਹੀਂ ਹੋ ਕਰਕੇ ਬਚ ਕੇ ਨਿਕਲਿਆ ਸੀ। ਇਹ ਵੱਡਾ ਜਰਨੈਲ ਬਣਿਆ ਫਿਰਦਾ ਸੀ, ਵੱਡਾ ਸੂਰਮਾ ਸੀ। ਲਈ ਸਿੰਘਨ ਉਸ ਸੂਬੇ ਮਾਰ ਤੇ 22 ਸੂਬਿਆਂ ਦਾ ਜੋ ਰਾਜ ਕਰਦੇ ਸੀ ਨਾ ਥੱਲੇ, ਸੋ ਉਹ 22 ਦੇ 22 ਸੂਬੇ ਵੀ ਸਿੰਘਾਂ ਨੇ ਮਾਰ ਲੈਣਾ ਕੀਤੇ ਸੀ। ਜਲੰਧਰ ਵੀ ਮਾਰ ਲਿਆ, ਲਾਹੌਰ ਮਾਰ ਲਿਆ, ਮੁਲਤਾਨ ਮਾਰ ਲਿਆ, ਇਸ ਤਰ੍ਹਾਂ ਜੰਮੂ ਮਾਰ ਲਿਆ। ਕੋਈ ਗੱਲ ਵੀ ਸਿੰਘਾਂ ਦੇ ਜ਼ਿਕਰ ਇਹਨੇ ਕੀਤਾ ਹੀ ਨਹੀਂ ਅੰਗਰੇਜ਼ਾਂ ਦੇ ਕੋਲ ਵੀ ਐਡੀ ਵੱਡੀ ਬਹਾਦਰ ਕੌਮ ਹੈ। ਜਿਮ ਉਸ ਪੁੱਤਰ ਕੋ ਤੈਮੂਰ ਲੰਘਿਓ ਮੁਰਦਨ ਕੇ ਰਾਹੇ, ਨਾ ਕੋਈ ਦੱਸਣਾ ਹੀ ਕੀਤਾ ਵੀ ਤੈਮੂਰ ਸ਼ਾਹ ਦੇ ਨਾਲ ਇਹਨਾਂ ਦਾ ਕੀ ਬਣਿਆ, ਕਿਵੇਂ ਫਿਰ ਤੈਮੂਰ ਸ਼ਾਹ ਮੁਰਦਿਆਂ ਦੇ ਵਿੱਚ ਪੈ ਕੇ ਆਪਣੀ ਜਾਨ ਬਚਾ ਕੇ ਭੱਜਾ। ਇਹਦੇ ਬਾਰੇ ਕੋਈ ਵੀ ਜ਼ਿਕਰ ਨਹੀਂ ਕਰਨਾ ਕੀਤਾ ਹੈ। ਗਇਓ ਤਲਾਕ ਨਕਾਰ ਕੇ ਹਮ ਔਲਾਦ ਆਵੇ ਇਤਨਾ ਹੀ। ਤੇ ਅਹਿਮਦ ਸ਼ਾਹ ਨੂੰ ਬੁਲਾਇਆ ਨਾ, ਜਦੋਂ ਅਹਿਮਦ ਸ਼ਾਹ ਨੂੰ ਬੁਲਾਇਆ ਹੈ ਵੀ ਉਹਦੇ ਪੁੱਤਰ ਨੇ ਗੁਜਰਾਂ ਵਾਲੇ ਨੂੰ ਘੇਰਾ ਪਾ ਲਿਆ। ਲਾਹੌਰ ਤੋਂ ਚੱਲ ਕੇ ਤੈਮੂਰ ਸ਼ਾਹ ਨੇ ਜਾ ਕਰਕੇ ਗੁਜਰਾਂ ਵਾਲੇ ਨੂੰ ਘੇਰਾ ਪਾਇਆ ਵੀ ਇੱਥੇ ਮਹਾਨ ਸਿੱਖ ਜਰਨੈਲ ਸਰਦਾਰ ਚੜ੍ਹਤ ਸਿੰਘ ਜੀ ਰਹਿੰਦੇ ਸਨ। ਸੋ ਉਹਨਾਂ ਦੇ ਕੋਲ 400 ਸਿੱਖ ਜਰਨੈਲ ਸਿੱਖ ਸਿਪਾਹੀ ਸਨ। ਸੋ ਜਦੋਂ ਇਹਦਾ ਘੇਰਾ ਤੋੜਨ ਵਾਸਤੇ ਖਾਲਸੇ ਪੰਥ ਨੂੰ ਖਬਰ ਹੋਈ, ਖਾਲਸਾ ਪੰਥ ਚੜ੍ਹਿਆ ਆਇਆ ਨਾ, ਤੇ ਤੈਮੂਰ ਸ਼ਾਹ ਨੂੰ 10 ਦੇਣਾ ਕੀਤਾ ਸੀ ਸਰਦਾਰ ਚੜ੍ਹਤ ਸਿੰਘ ਨੇ। ਕਹਿਣ ਲੱਗੇ ਮੇਰੇ ਵਾਰਸ ਚੜ੍ਹ ਕਰਕੇ ਆ ਰਹੇ ਨੇ, ਜੇ ਤੇਰੇ ਤੋਂ ਬਚਾਅ ਹੁੰਦਾ ਤੇ ਬਚ ਕਰਕੇ ਨਿਕਲ ਜਾਣਾ ਕਰ, ਵੇਖੀ ਹੁਣ ਬਣਦਾ ਕੀ ਅੱਗੇ। ਸੋ ਕਹਿਣ ਲੱਗਾ ਮੈਨੂੰ ਕੋਈ ਉਪਾਅ ਦੱਸੋ। ਕਹਿਣ ਲੱਗੇ ਜੇ ਤਾਂ ਜਿਹੜਾ ਭੱਜ ਕੇ ਨਿਕਲ ਗਿਆ, ਖਾਲਸਾ ਭੱਜੇ ਜਾਂਦੇ ਦੀ ਪਿੱਠ 'ਤੇ ਵਾਰ ਨਹੀਂ ਕਰਦਾ। ਉੱਧਰੋਂ ਚੜ੍ਹਤ ਸਿੰਘ ਨੇ ਹੱਲਾ ਬੋਲ ਦਿੱਤਾ, ਉੱਧਰੋਂ ਖਾਲਸੇ ਨੇ ਹੱਲਾ ਬੋਲ ਦਿੱਤਾ। ਫਿਰ ਤੈਮੂਰ ਸ਼ਾਹ ਨੂੰ ਭੱਜਣ ਤੋਂ ਸਿਵਾਏ ਕੋਈ ਰਾਹ ਹੀ ਨਾ ਰਹਿ ਗਿਆ। ਲਾਹੌਰ ਨੂੰ ਭੱਜਿਆ, ਰਾਹ ਵਿੱਚ ਮੁਰਦਿਆਂ ਵਿੱਚ ਪਿਆਰਿਆ ਰਾਤ ਸਾਰੀ, ਤੇ ਸਿੰਘਾਂ ਦਾ ਹੱਲਾ ਗਿਆ ਤਾਂ ਰਾਵੀ ਦੇ ਕਿਨਾਰੇ ਚੀਕਾਂ ਮਾਰਦੇ ਭੱਜ ਗਏ। ਸ਼ਬਦ ਬਲ ਦਿੱਤੇ ਪੰਥ ਨੇ, ਮੁਰਦਿਆਂ ਵਿੱਚ ਹੀ ਪਿਆਰਿਆ। ਜਦੋਂ ਮੁੜ ਕੇ ਸਿੰਘ ਗਏ ਤੇ ਫੇਰ ਨਿਕਲ ਕੇ ਭੱਜਿਆ। ਸੋ ਇਉਂ ਜਾਂਦਾ ਤਲਾਕ ਲਿਖ ਕੇ ਗਿਆ ਸੀ। ਇਹ ਲਿਖ ਕੇ ਦੇ ਕੇ ਗਿਆ ਸੀ ਕਿ ਮੇਰੀ ਗਾਂ ਔਲਾਦ ਉਹ ਵੀ ਕਦੇ ਇੱਧਰ ਨੂੰ ਮੂੰਹ ਨਹੀਂ ਕਰੇਗੀ ਤੁਹਾਡੇ ਵੱਲ ਨੂੰ ਜਿੰਨਾ ਚਿਰ ਤੁਹਾਡਾ ਰਾਜ ਭਾਗ ਰਹੇਗਾ। ਇਹ ਤਾਂ ਕੋਈ ਗੱਲ ਦੱਸੀ ਨਾ। ਚੌਪਈ ਫੇਰ ਪੋਤਰੇ ਉਸਕੇ ਆਏ। ਫਿਰ ਅਹਿਮਦ ਸ਼ਾਹ ਦੇ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਵੀ ਆਏ ਇੱਥੇ। ਸੋ ਖਾਲਸੇ ਮਾਰ ਉਟਾਏ, 4 ਕੁੰਡ ਤੋਂ ਮਾਰ ਕੇ ਖਾਲਸੇ ਨੇ ਦੰਦ ਖੱਟੇ ਕੀਤੇ, ਉਹਨਾਂ ਨੂੰ ਵੀ ਭਜਾਇਆ। ਪੰਥ ਆਦਿ ਘੁਲਤੇ ਆਏ। ਇਸ ਤਰ੍ਹਾਂ ਸ਼ੁਰੂ ਤੋਂ ਲੈ ਕੇ ਜਦੋਂ ਦੀ ਪੰਥ ਦੀ ਰਚਨਾ ਹੋਈ, ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਯੁੱਧ ਲਾਇਆ, ਉਦੋਂ ਤੋਂ ਲੈ ਕੇ ਖਾਲਸਾ ਪੰਥ ਹੈ ਨਾ ਜਿਹੜਾ ਘੁਲਦਾ ਹੀ ਆਇਆ, ਲੜਦਾ ਹੀ ਆਇਆ, ਤੁਰਿਆ ਹੀ ਆ ਰਿਹਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਦੁਸ਼ਟ ਪਾਤਸ਼ਾਹ ਰਹਿਤ ਸੁਣਾਇਓ। ਇਹ ਦੁਸ਼ਟ ਆਤਮਾ ਸੀ ਜੋ ਮੌਕੇ ਦਾ ਹਾਕਮ ਹੈ ਖਾਲਸਾ ਪੰਥ ਨੂੰ। ਸੋ ਕਹਿਣ ਲੱਗਾ ਇਹ ਰਿਆਸਤ ਹੈ ਸਾਡੀ, ਪਰ ਇਹ ਨਹੀਂ ਦੱਸਦਾ ਵੀ ਪਾਤਸ਼ਾਹੀਆਂ ਦੇ ਨਾਲ ਟੱਕਰ ਲੈਂਦਾ ਆਇਆ ਇਹ ਖਾਲਸਾ ਪੰਥ। ਸੋ ਨੱਕ ਨਾਲ ਲਕੀਰਾਂ ਕਢਾ ਦਿੱਤੀਆਂ ਵੱਡੇ ਜਿਹੜੇ ਆਪਣੇ ਆਪ ਨੂੰ ਸੂਰਮੇ ਕਹਾਉਂਦੇ ਸੀ। ਅਹਿਮਦ ਸ਼ਾਹ ਅਬਦਾਲੀ ਵਰਗੇ ਨਾਦਰ ਸ਼ਾਹ ਦੀਆਂ ਚੀਕਾਂ ਪਵਾ ਦਿੱਤੀਆਂ। ਤੈਮੂਰ ਸ਼ਾਹ ਨੂੰ ਮੁਰਦਿਆਂ ਵਿੱਚ ਪੈ ਕੇ ਆਪਣੀ ਜਾਨ ਬਚਾਉਣੀ ਪਈ। ਸੋ ਇਹ ਸਾਰੇ ਜਿਹੜੇ ਵੱਡੇ ਗੁਣ ਸੀ ਇਹ ਨਾ ਦੱਸੇ। ਦੋਹਰਾ ਦੁਸ਼ਟ ਦੁਸ਼ਟਾਈ ਨਹੀਂ ਤਜੇ, ਜਿਮ ਸਰਪ ਤਜੇ ਬਿਖ ਨਾਏ। ਤੇ ਕਵੀ ਜੀ ਕਹਿੰਦੇ ਵੇਖੋ ਭਈ ਇਹ ਤਾਂ ਦੁਸ਼ਟ ਲੋਕ ਸਨ, ਇਹਨਾਂ ਨੇ ਸਾਡੀ ਚੰਗਿਆਈ ਕਿੱਥੋਂ ਦੱਸਣੀ ਸੀ। ਇਹ ਤਾਂ ਸੱਪ ਵਰਗੇ ਹੁੰਦੇ ਨੇ। ਜਿਵੇਂ ਸੱਪ ਨੂੰ ਭਾਵੇਂ ਜਿੰਨੇ ਮਰਜ਼ੀ ਦੁੱਧ ਪਿਆ ਲਓ ਨਾ, ਉਹ ਅੰਦਰ ਆਪਣੀ ਜ਼ਹਿਰ ਨਹੀਂ ਛੱਡਦਾ। ਸੋ ਜਿਹੜਾ ਜਿੰਨਾ ਮਰਜ਼ੀ ਉਹਦਾ ਪਿਆਰ ਕਰ ਲਓ, ਲਾਡ ਲਡਾ ਲਓ,
ਦੁੱਧ ਕੋਈ ਪਿਆਉਂਦਾ ਰਵੇ ਪਰ ਉਹ ਡੰਗ ਮਾਰਨ ਲੱਗਾ ਆਪਣਾ ਬਗਾਨਾ ਪਰਾਇਆ ਨਹੀਂ ਵੇਖਦਾ। ਅਕਸਰ ਦੁੱਧ ਪਿਲਾਈਏ ਡੰਗ ਮਾਰਨ 'ਤੇ ਨਾ ਟਲਾਹੇ। ਜਿੰਨਾ ਮਰਜ਼ੀ ਦੁੱਧ ਪਿਆਈ ਜਾਓ ਕਿ ਦੁੱਧ ਪੀ ਕੇ ਸਭ ਮਿੱਠਾ ਹੋ ਜਾਵੇਗਾ, ਪਰ ਉਹ ਕਵੀ ਜੀ ਕਹਿੰਦੇ ਡੰਗ ਮਾਰਨ ਤੋਂ ਨਹੀਂ ਫਿਰ ਟਲ ਸਕਦਾ। ਇਹ ਜਿਹੜੇ ਦੁਸ਼ਟ ਨੇ ਇਹ ਸਭ ਝੂਠੇ ਦੁਸ਼ਟ ਸੀ। ਮੁਗਲ ਇਹ ਝੂਠੇ ਡੰਗ ਮਾਰਦੇ ਹੀ ਰਹੇ ਨੇ ਸਦਾ ਖਾਲਸੇ ਦੇ ਉੱਪਰ। ਚੌਪਈ ਕੋ ਨਾ ਕਹੀ ਉਹਨੂੰ ਸਾਚੀ ਬਾਤ। ਕੋਈ ਵੀ ਦਿੱਲੀ ਦੇ ਹੁਕਮਰਾਨ ਨੇ ਸੱਚੀ ਗੱਲ ਸੀ ਜਿਹੜੀ ਉਹ ਅੰਗਰੇਜ਼ ਦੇ ਤਾਂ ਕੰਨਾਂ ਵਿੱਚ ਨਹੀਂ ਪਾਉਣਾ ਕੀਤੀ। ਉਹਦਾ ਮੇਨ ਮਕਸਦ ਇਹੀ ਸੀ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੰਗ ਯੁੱਧ ਕਰਕੇ ਅੰਗਰੇਜ਼ ਅਤੇ ਸਿੱਖ ਆਪਸ ਵਿੱਚ ਲੜ ਪੈਣ ਅਤੇ ਮੇਰਾ ਰਾਜ ਭਾਗ ਕਾਇਮ ਰਵੇ। ਝੂਠ ਕਹਿਓ ਨ ਸਮਝ ਸਾ ਘਾਤ। ਇਹਨੇ ਝੂਠ ਬਹੁਤ ਕੁਫਰ ਤੋਲਿਆ। ਸਮਾਂ ਵੇਖਿਆ ਵੀ ਹੁਣ ਸਮਾਂ ਹੈ ਝੂਠ ਬੋਲ ਕੇ ਘਾਤ ਲਾ ਕੇ ਰਾਜ ਭਾਗ ਕਾਇਮ ਕਰਨ ਦਾ। ਜੇ ਮਨ ਕਹਿਓ ਤਿਵੇਂ ਜਰਨੈਲ ਲਿਖਾਇਓ। ਜਿਵੇਂ ਜਿਵੇਂ ਉਹਨੇ ਦੱਸਣਾ ਕੀਤਾ ਤਿਵੇਂ ਤਿਵੇਂ ਜਿਹੜਾ ਅਖਤਰ ਲੋਨੀ ਸੀ ਜਰਨੈਲ ਕਰਨਲ ਫੌਜ ਦਾ, ਉਹਨੇ ਸਾਰਾ ਸਿੰਘਾਂ ਦਾ ਹਵਾਲਾ ਲਿਖ ਲਿਆ। ਸੱਚ ਝੂਠ ਤਬ ਨਹੀਂ ਵਿਚਾਰੇ। ਉਹਨੇ ਸੱਚੀ ਅਤੇ ਝੂਠੀ ਕੋਈ ਵੀ ਗੱਲ ਦੀ ਵਿਚਾਰ ਨਹੀਂ ਕੀਤੀ। ਤੁਰਕ ਹਿੰਦੂ ਕੋ ਬੈਰ ਹੋ ਤੇ ਯਾਦ। ਅਤੇ ਤੁਰਕਾਂ ਦਾ ਅਤੇ ਹਿੰਦੂਆਂ ਦਾ ਤਾਂ ਵੈਰ ਆਰੰਭ ਤੋਂ ਲੈ ਕੇ ਹੀ ਹੈ ਨਾ। ਜਦ ਇਹਨਾਂ ਨੇ ਜ਼ੁਲਮ ਸ਼ੁਰੂ ਕਰ ਦਿੱਤੇ ਸੀ ਹਿੰਦੂਆਂ ਦੇ ਉੱਤੇ, ਇਹਨਾਂ ਦੀ ਔਲਾਦ ਜਿਹੜੀ ਸੀ ਉਹਨੂੰ ਮਾਰਨਾ ਸ਼ੁਰੂ ਕਰ ਦਿੱਤਾ। ਉਸੇ ਇਹਨਾਂ ਦੇ ਸ਼ੁਰੂ ਤੋਂ ਹੀ ਵੈਰ ਬੱਝਾ ਹੋਇਆ ਤੁਰਿਆ ਆਉਂਦਾ ਹੈ। ਦੀਨ ਮਜ਼ਹਬ ਕੋ ਆਦੋ ਬਾਅਦ ਆਦ ਤੋਂ ਲੈ ਕੇ ਦੀਨ ਮਜ਼ਹਬ ਹਿੰਦੂ ਧਰਮ ਦਾ ਤੁਰਕ ਇਸਲਾਮ ਦੇ ਨਾਲ ਦਿਨੋਂ ਦਿਨ ਵੈਰ ਵੱਧਦਾ ਹੀ ਗਿਆ ਸੀ। ਝੂਠ ਕਹਿਣ ਮੈਂ ਜੇ ਰੱਬ ਮਰੇ। ਅਤੇ ਜਿੰਨੀ ਝੂਠੀ ਗੱਲ ਕਹਿ ਜੇ ਦੁਸ਼ਮਣ ਮਰਦਾ ਹੋਵੇ। ਅਤੇ ਮੁਗਲ ਜਿਹੜੇ ਨੇ ਉਹ ਮਿੰਟ ਨਹੀਂ ਲਾਉਂਦੇ ਝੂਠ ਬੋਲਿਆ ਦੁਸ਼ਮਣ ਨੂੰ ਮਾਰਨਾ ਚਾਹੁੰਦੇ, ਖ਼ਤਮ ਕਰਨਾ ਚਾਹੁੰਦੇ ਹਨ। ਤੁਰਕ ਹਿੰਦੂਆਂ 'ਤੇ ਕੱਬ ਟਾਰੇ ਅਤੇ ਜਿਹੜੇ ਤੁਰਕ ਨੇ ਹਿੰਦੂਆਂ ਨੂੰ ਝੂਠੀ ਗੱਲ ਕਹਿਣ ਤੋਂ ਕਦੋਂ ਟਲਦਾ ਹੈ। ਉਹਨਾਂ ਨੂੰ ਆਪਣਾ ਵਿਚਾਰ ਕਹਿ ਕੇ ਸਮਾਂ ਵੇਖ ਕੇ ਉਹਨਾਂ ਆਪਣੇ ਵਿਚਾਰ ਕੇ ਆਪਣੀ ਗੱਲ ਕਰ ਹੀ ਦੇ ਜਿਹਦੇ ਵਿੱਚ ਹਿੰਦੂ ਦਾ ਨੁਕਸਾਨ ਹੋਵੇ। ਭੁਜਾ ਭਵਾਈਏ ਤੇਲ ਜਿਉਂ ਦੀਜੇ ਤਿਲੇ ਲਗਾਏ। ਅਤੇ ਉਹ ਤਾਂ ਭਾਈ ਸਾਹਿਬ ਜੀ ਕਹਿੰਦੇ ਨੇ ਵੀ ਇਹਨਾਂ ਨੂੰ ਤਾਂ ਇਹਨਾਂ ਦੇ ਵੱਡ ਵਡੇਰੇ ਦੱਸ ਹੀ ਗਏ ਨੇ ਵੀ ਜਿਹੜੀ ਭੁਜਾ ਬਾਂਹ ਹੈ ਉਹਨੂੰ ਭਿਉਂ ਦਈਏ ਤੇਲ ਦੇ ਵਿੱਚ, ਅਤੇ ਜਿੰਨੇ ਬਾਂਹ ਨੂੰ ਭਿੱਜੀ ਹੋਈ ਤੇਲ ਦੀ ਬਾਂਹ ਨੂੰ ਤਿਲ ਲੱਗ ਜਾਣ, ਸੋ ਜੇ ਕਿਤੇ ਉਨੀਆਂ ਸੌਹਾਂ ਵੀ ਖਾ ਲਵੇ ਹਿੰਦੂ, ਪਰ ਫਿਰ ਵੀ ਉਹਦੇ 'ਤੇ ਯਕੀਨ ਨਾ ਕਰਨਾ ਕਰੋ। ਮਾਰੋ ਹਿੰਦਿਆਂ ਨੂੰ ਕਸਮ ਕਰ ਇਹ ਗਇਓ ਰਸੂਲ ਬਤਾਏ। ਕਹਿਣ ਲੱਗੇ ਸਾਡਾ ਅੱਲਾਹ ਤਾਲਾ ਰਸੂਲ ਇਹ ਕਹਿ ਗਿਆ ਕਿ ਹਿੰਦੂਆਂ ਨੂੰ ਕਾਫਰ ਕਹਿੰਦੇ ਸਨ। ਕਹਿੰਦੇ ਜਿੰਨੇ ਤਿਲ ਲੱਗ ਜਾਣ ਤੇਲ ਨਾਲ ਭਿੱਜੀ ਬਾਂਹ ਨੂੰ ਉਨੀਆਂ ਕਸਮਾਂ ਖਾ ਕੇ ਵੀ ਜੇ ਹਿੰਦੂ ਮਰਦਾ ਹੋਵੇ ਨਾ ਅਤੇ ਉਹਨੂੰ ਮਾਰਨ ਨੂੰ ਕਦੀ ਨਾ ਟਲੋ। ਸੋ ਜਿਨ੍ਹਾਂ ਦਾ ਆਗੂ ਇਹ ਗੱਲ ਕਹਿ ਗਿਆ ਹੋਵੇ, ਗੁਰੂ ਪੀਰ ਹੀ ਇਹ ਗੱਲ ਕਹਿ ਜਾ ਹੋਵੇ, ਸੋ ਕਿੱਥੇ ਇਹੋ ਜਿਹੇ ਪਾਪ ਕਰਨ ਤੋਂ ਗੁਰੇਜ਼ ਕਰਦੇ ਆ। ਸੋ ਜਿੰਨੀਆਂ ਤੇਲ ਲਾ ਕੇ ਬਾਂਹ ਨੂੰ ਤਿਲ ਲੱਗ ਜਾਣ ਉਨੀਆਂ ਕਸਮਾਂ ਖਾ ਕੇ ਵੀ ਜੇ ਮੁਸਲਮਾਨ ਕਵੇ ਮੇਰੇ 'ਤੇ ਯਕੀਨ, ਅਤੇ ਉਹ ਤਾਂ ਕਲਗੀਧਰ ਪਾਤਸ਼ਾਹ ਨੇ ਕਿਹਾ ਸਿੰਘੋ ਇਹਨਾਂ ਦਾ ਯਕੀਨ ਨਾ ਕਰਿਓ। ਸੋ ਇਸ ਤਰ੍ਹਾਂ ਇਹ ਜਿਹੜੇ ਲੋਕ ਸੀਗੇ ਦੂਜੇ ਮਜ਼ਹਬਾਂ ਦੇ ਧਰਮਾਂ ਦੇ ਉੱਤੇ ਵਾਰ ਅਟੈਕ ਕਰਦੇ ਰਹੇ, ਜ਼ੁਲਮ ਕਰਦੇ ਰਹੇ। ਰਤਨ ਸਿੰਘ ਨੇ ਜਿਮ ਸੁਣੀ ਸੋ ਤਉ ਧਰੀ ਲਿਖਾਏ। ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਤਾਂ ਜਿਵੇਂ ਸੁਣਿਆ ਨਾ ਆਪਣੇ ਵੱਡਿਆਂ ਕੋਲੋਂ, ਜੋ ਮੇਰੇ ਵੇਖਣ ਵਿੱਚ ਸਹੀ ਲੱਗਿਆ ਉਹ ਮੈਂ ਇਤਿਹਾਸ ਸਾਰਾ ਲਿਖ ਕਰਕੇ ਅੱਗੇ ਨੋਟ ਕਰ ਦੇਵਾਂਗਾ, ਉਹ ਦੱਸਣਾ ਕਰਾਂਗਾ ਤੁਹਾਨੂੰ। ਸੁਣੋ ਸੰਤ ਮਨ ਲਾਏ ਕਿ ਆਗੇ ਕਹੂੰ ਵਧਾਏ। ਅਤੇ ਹੇ ਸੰਤ ਜਨੋ ਗੁਰਮੁਖ ਪਿਆਰਿਓ ਗੁਰਸਿੱਖੋ, ਇਸ ਤੋਂ ਅੱਗੇ ਜਿਹੜੀਆਂ ਸਾਖੀਆਂ ਆਉਣਗੀਆਂ, ਇਤਿਹਾਸ ਆਵੇਗਾ ਨਾ, ਉਹ ਹੁਣ ਇਹਦਾ ਸ਼ੁਰੂਆਤ ਦਾ ਪ੍ਰਸੰਗ ਸੀ। ਤੁਹਾਨੂੰ ਦੱਸਣਾ ਕੀਤਾ ਹੈ ਵੀ ਸਾਨੂੰ ਇਤਿਹਾਸ ਕਿਉਂ ਲਿਖਣਾ ਪਿਆ, ਕਿਉਂਕਿ ਸਾਡੀਆਂ ਕੁਰਬਾਨੀਆਂ ਨੂੰ ਜਿਹੜੀ ਦਿੱਲੀ ਬਾਦਸ਼ਾਹ ਤਖਤ ਦੇ ਉੱਤੇ ਬੈਠਾ ਸੀ ਹੁਕਮਰਾਨ, ਉਹਨੇ ਸਾਨੂੰ ਦੁਨੀਆ ਦੇ ਸਾਹਮਣੇ ਸੋ ਬਦਮਾਸ਼ ਚੋਰ ਚੱਕੇ ਕਹਿ ਕੇ ਪੇਸ਼ ਕੀਤਾ। ਸੋ ਇਸ ਤੋਂ ਅੱਗੇ ਜਿਹੜਾ ਇਤਿਹਾਸ ਹੈ ਹੁਣ ਇਹ ਸ਼ੁਰੂ ਹੋਵੇਗਾ। ਆਪਾਂ ਕੱਲ੍ਹ ਦੇ ਅਗਲੇ ਪ੍ਰਸੰਗ ਦੇ ਵਿੱਚ ਇਹ ਜਿਹੜਾ ਇਤਿਹਾਸ ਹੈ ਪੰਥ ਪ੍ਰਕਾਸ਼ ਦਾ ਦੂਸਰਾ ਪ੍ਰਸੰਗ, ਉਹਨੂੰ ਇਸ ਤੋਂ ਅੱਗੇ ਸਰਵਣ ਕਰਾਂਗੇ। ਇਹ ਅੱਜ ਮੁੱਢਲਾ ਪ੍ਰਸੰਗ ਸੀ। ਇਸ ਮੁੱਢਲੇ ਪ੍ਰਸੰਗ ਦੇ ਵਿੱਚ ਕਵੀ ਜੀ ਨੇ ਦੱਸਿਆ ਵੀ ਮੈਨੂੰ ਕਿਉਂ ਲਿਖਣ ਦੀ ਲੋੜ ਪਈ, ਕਿਉਂਕਿ ਜਦੋਂ ਆਪਣੇ ਧਰਮ ਨੂੰ ਕੋਈ ਜਾਣ ਬੁੱਝ ਕੇ ਨੀਵਾਂ ਵਿਖਾਵੇ, ਸਾਡੀਆਂ ਕੁਰਬਾਨੀਆਂ ਦਾ ਕਿਤੇ ਜ਼ਿਕਰ ਹੀ ਨਾ ਕਰੇ, ਅਸੀਂ ਸਿਰ ਦਿੱਤੇ ਹੋਣ ਇਸ ਦੇਸ਼ ਦੀ ਖਾਤਰ, ਸਾਨੂੰ ਕੋਈ ਪੁੱਛੇ ਹੀ ਨਾ, ਅਤੇ ਫਿਰ ਆਪਣਾ ਜਿਹੜਾ ਇਤਿਹਾਸ ਹੈ ਆਪਣੇ ਵੱਡ ਵਡੇਰਿਆਂ ਦੀਆਂ ਕੁਰਬਾਨੀਆਂ ਉਹ ਦੱਸਣੀਆਂ ਚਾਹੀਦੀਆਂ ਨੇ।
ਸੋ ਕੱਲ੍ਹ ਨੂੰ ਅਗਲੇ ਪ੍ਰਸੰਗ ਦੇ ਵਿੱਚ ਆਪਾਂ ਇਸ ਤੋਂ ਅਗਲਾ ਇਤਿਹਾਸ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।